ਜਸ ਟੀਵੀ ਦੇਖ ਰਹੇ ਹੋ ਤੁਸੀਂ, ਮੈਂ KP ਸਿੰਘ ਤੁਹਾਡਾ ਸਵਾਗਤ ਕਰਦਾ। ਕੌਣ ਕੈਪਟਨ ਤੇ ਵਿਵਾਦ ਇਹੋ ਜਿਹਾ ਸ਼ੁਰੂ ਹੋਇਆ। ਇਹ ਵਿਵਾਦ ਜਿਹੜਾ ਅਸਤੀਫਾ ਦੇਣ ਤੱਕ ਕੌਣ ਕੈਪਟਨ ਵਾਲਾ ਸਵਾਲ ਪੁੱਛਦਾ ਰਿਹਾ, ਕਿਉਂਕਿ ਕੌਣ ਕੈਪਟਨ ਵਾਲਾ ਸਵਾਲ ਇਸ ਕਰਕੇ ਵੱਡਾ ਹੋ ਗਿਆ ਜਦੋਂ ਨਵਜੋਤ ਸਿੱਧੂ ਨੇ ਕਾਂਗਰਸ ਦੇ ਪ੍ਰਧਾਨ ਨੂੰ ਅਸਤੀਫਾ ਭੇਜ ਦਿੱਤਾ ਤੇ ਮੁੱਖ ਮੰਤਰੀ ਨੂੰ ਅਸਤੀਫਾ ਨਹੀਂ ਭੇਜਿਆ ਤੇ ਕੌਣ ਕੈਪਟਨ ਵਾਲਾ ਸਵਾਲ ਫਿਰ ਵੱਡਾ ਹੋ ਗਿਆ। ਬਿਜਲੀ ਮੰਤਰੀ ਦਾ ਅਹੁਦਾ ਦਿੱਤਾ ਗਿਆ ਸੀਗਾ ਤੇ ਹੁਣ ਪਾਵਰਲੈਸ ਮਿਨਿਸਟਰ ਕਿਹਾ ਜਾ ਰਿਹਾ ਹੈਗਾ। ਪਾਵਰਲੈਸ ਮਿਨਿਸਟਰ ਤੋਂ ਹੁਣ ਪਾਵਰਲੈਸ ਸਿੱਧੂ ਕਿਹਾ ਜਾਣਾ ਸ਼ੁਰੂ ਹੋ ਗਿਆ। ਪਰ ਸਵਾਲ ਇਹ ਹੈਗਾ, ਜੇ ਸਿੱਧੂ ਪਾਵਰਲੈਸ ਹੈ ਤਾਂ ਕੈਪਟਨ ਪਾਵਰਫੁਲ ਕਿਵੇਂ ਹੈ? ਸਵਾਲ ਬਹੁਤ ਸਾਰੇ ਹੈਗੇ ਆ। ਸਵਾਲ ਇਹ ਹੈਗਾ ਕਿ ਬਿਜਲੀ ਮੰਤਰੀ ਦਾ ਅਹੁਦਾ ਦਿੱਤਾ ਸੀਗਾ ਤੇ ਉਹ ਮਨਜ਼ੂਰ ਨਹੀਂ ਸੀਗਾ। ਕੈਪਟਨ ਨਾਲ ਜਿਹੜੇ ਰਿਸ਼ਤੇ ਆ ਉਹ ਪਹਿਲਾਂ ਹੀ ਚੰਗੇ ਨਹੀਂ ਸੀ ਤੇ ਹੋਰ ਹੈ ਜਿਹੜੇ ਉਹ ਰਿਸ਼ਤੇ ਦੇ ਵਿੱਚ ਦਰਾਰ ਆ ਗਈ, ਤਕਰਾਰ ਆ ਗਿਆ। ਸਵਾਲ ਬਹੁਤ ਸਾਰੇ ਹੈ ਕਿ ਕੌਣ ਕੈਪਟਨ ਹੈ ਜਿਹੜਾ ਸਿੱਧੂ ਦਾ ਸਵਿਚ ਔਨ ਆਫ ਕਰ ਸਕਦਾ, ਕਿਉਂਕਿ ਬਿਜਲੀ ਮੰਤਰੀ ਦਾ ਅਹੁਦਾ ਦਿੱਤਾ ਹੋਇਆ ਤੇ ਜਦੋਂ ਨੇਮ ਪਲੇਟ ਲੱਗ ਜਾਵੇ ਤੇ ਉਸ ਤੋਂ ਬਾਅਦ ਉਹਦਾ ਨਾ ਸੰਭਾਲਿਆ ਜਾਵੇ ਫਿਰ ਬਹੁਤ ਸਾਰੇ ਸਵਾਲ ਪੁੱਛਣੇ ਪੈਂਦੇ ਆ। ਹਾਲਾਂਕਿ ਸਵਾਲ ਪੁੱਛਣ ਦੇ ਵਿੱਚ ਅਸੀਂ ਦੇਰ ਕੀਤੀ ਹੈ, ਸਾਨੂੰ ਲੱਗਦਾ ਸੀਗਾ ਇਹ ਮਸਲਾ ਜਿਹੜਾ ਇੰਨਾ ਨਹੀਂ ਉਲਝੂਗਾ, ਪਰ ਉਲਝ ਚੁੱਕਿਆ ਹੈਗਾ। ਕੌਣ ਕੈਪਟਨ ਕਰੇਗਾ ਸਿੱਧੂ ਦਾ ਸਵਿਚ ਔਨ ਜਾਂ ਆਫ? ਸਮਝਣਾ ਜ਼ਰੂਰੀ ਹੈਗਾ ਕਿ ਸਿੱਧੂ ਦੇ ਸਿਆਸੀ ਇਨ ਆਊਟ ਦਾ ਕੈਲੰਡਰ ਕੀ ਹੈਗਾ, ਉਹ ਤੁਹਾਨੂੰ ਗ੍ਰਾਫਿਕਸ ਜਰੀਏ ਹੀ ਦਿਖਾਵਾਂਗੇ। ਪਰ 9 ਨਾਰਾਜ਼ਗੀਆਂ ਸਿੱਧੂ ਦੀਆਂ ਪਹਿਲਾਂ ਤੁਸੀਂ ਦੇਖ ਲਓ, ਨਵਜੋਤ ਸਿੰਘ ਸਿੱਧੂ ਅਤੇ 9 ਨਾਰਾਜ਼ਗੀਆਂ। ਉਪ ਮੁੱਖ ਮੰਤਰੀ ਦਾ ਅਹੁਦਾ ਨਹੀਂ ਮਿਲਿਆ, ਨੰਬਰ 2 ਤੇ ਸਹੁੰ ਚੁੱਕਣਾ ਚਾਹੁੰਦੇ ਸੀ। ਜੋ ਸਹੁੰ ਚੁੱਕ ਸਮਾਗਮ ਹੋਇਆ ਤਾਂ ਬ੍ਰਹਮਿੰਦਰ ਸਾਹਿਬ ਪਹਿਲਾਂ ਪਹੁੰਚੇ, ਸਿੱਧੂ ਸਾਹਿਬ ਬਾਅਦ 'ਚ ਉਹਨਾਂ ਨੂੰ ਬੁਲਾਇਆ ਗਿਆ। ਜੋ ਲਿਸਟ ਜਾਰੀ ਹੁੰਦੀ ਹੈ ਨਸ਼ੇ ਦੇ ਮੁੱਦੇ ਤੇ ਵੱਡੇ ਮਗਰਮੱਛ ਤੇ ਕਾਰਵਾਈ ਨਾ ਹੋਣਾ, ਸਿੱਧੂ ਸਾਹਿਬ ਵਾਰ-ਵਾਰ ਰੌਲਾ ਪਾਉਂਦੇ ਸੀਗੇ ਵੱਡੇ ਮਗਰਮੱਛ ਨੂੰ ਫੜੋ। ਬੇਅਦਬੀਆਂ ਦੇ ਮਾਮਲੇ ਸਿੱਧੂ ਦੀ ਝੋਲੀ ਅੱਡੀ ਰਹਿ ਗਈ। ਸਦਨ ਦੇ ਵਿੱਚ ਝੋਲੀ ਅੱਡੀ ਸੀ ਕੈਪਟਨ ਸਾਹਿਬ ਸਾਹਮਣੇ, ਪਰ ਝੋਲੀ ਅੱਡੀ ਰਹਿ ਗਈ। ਕਰਤਾਰਪੁਰ ਲਾਂਘੇ ਦੇ ਕ੍ਰੈਡਿਟ ਤੋਂ ਦੂਰ ਰੱਖਣਾ ਵੀ ਵੱਡੀ ਵਜ੍ਹਾ, ਕਿਉਂਕਿ ਕਰਤਾਰਪੁਰ ਲਾਂਘੇ ਤੇ ਕ੍ਰੈਡਿਟ ਦੀ ਵਾਰ ਚੱਲਦੀ ਪਈ ਸੀ, ਪਰ ਉਸ ਤੋਂ ਵੀ ਦੂਰ ਰੱਖਿਆ ਗਿਆ। ਪਾਕਿਸਤਾਨ ਵਿੱਚ ਜੱਫੀ ਪਾਈ ਗਈ ਸੀ ਤੇ ਜੱਫੀ ਤੇ ਕੈਪਟਨ ਸਾਹਿਬ ਨੇ ਪਹਿਲਾ ਬਿਆਨ ਦਿੱਤਾ ਤੇ ਉਸ ਤੋਂ ਬਾਅਦ ਪੂਰੇ ਮੁਲਕ ਦੀ ਸਿਆਸਤ ਪਾਕੀ ਤੇ ਇਸ ਤੇ ਵੀ ਨਾਰਾਜ਼ਗੀ ਹੈ ਕਿ 에ਅਰ ਸਟ੍ਰਾਈਕ ਤੇ ਬਿਆਨ ਦਿੱਤਾ ਤੇ ਪਾਰਟੀ ਦਾ ਸਾਥ ਨਹੀਂ ਮਿਲਿਆ। ਪਾਰਟੀ ਕਹਿੰਦੀ ਸਿੱਧੂ ਸਾਹਿਬ ਦਾ ਨਿੱਜੀ ਬਿਆਨ ਹੈਗਾ। ਪਤਨੀ ਨਵਜੋਤ ਕੌਰ ਸਿੱਧੂ ਨੂੰ ਲੋਕ ਸਭਾ ਟਿਕਟ ਨਹੀਂ ਮਿਲੀ। ਟਿਕਟ ਹਾਲਾਂਕਿ ਨਵਜੋਤ ਸਿੰਘ ਸਿੱਧੂ ਨਹੀਂ ਚਾਹੁੰਦੇ ਸੀ ਟਿਕਟ ਮਿਲੇ, ਅੰਦਰ ਦੀ ਖਬਰ ਹੈ ਇਹ, ਪਰ ਜਦੋਂ ਟਿਕਟ ਲਈ ਗੱਲਬਾਤ ਤੁਰੀ ਤੇ ਫਿਰ ਟਿਕਟ ਮਨ ਮੁਤਾਬਕ ਨਹੀਂ ਮਿਲੀ ਤੇ ਫਿਰ ਸਵਾਲ ਉੱਠਣੇ ਸ਼ੁਰੂ ਹੋ ਗਏ। 8ਵੀਂ ਨਾਰਾਜ਼ਗੀ ਹੈਗੀ ਹੈ, ਮਾਈਨਿੰਗ ਪਾਲਿਸੀ ਤੇ ਮਨ ਮੁਤਾਬਕ ਮੋਹਰ ਨਹੀਂ ਲੱਗੀ, ਇਸ ਕਰਕੇ ਵੀ ਸਿੱਧੂ ਸਾਹਿਬ ਨਾਰਾਜ਼ ਸੀਗੇ। ਨਾਜਾਇਜ਼ ਕਲੋਨੀਆਂ ਬਾਰੇ ਨੀਤੀ, ਪਰ ਇਸ ਤੇ ਵੀ ਮਤਭੇਦ ਸੀਗੇ। ਸਵਾਲ ਬਹੁਤ ਸਾਰੇ ਹੈਗੇ। ਵੱਡਾ ਸਵਾਲ ਇੱਕੋ ਪੁੱਛਾਂਗੇ, ਸਵਾਲ ਇਹ ਪੁੱਛਿਆ ਜਾਵੇਗਾ, ਰਾਹੁਲ ਦਾ ਕੈਪਟਨਸ਼ਿਪ ਤੋਂ ਅਸਤੀਫਾ ਮਨਜ਼ੂਰ, ਸਿੱਧੂ ਦੇ ਅਸਤੀਫੇ ਤੇ ਕੈਪਟਨ ਦੀ ਕੁੰਡੀ ਕਿਉਂ ਫਸੀ? ਇਸੇ ਤੇ ਬਹਿਸ ਹੋਵੇਗੀ। ਪੈਨਲ ਸਾਡਾ ਮੌਜੂਦ ਹੈਗਾ, ਉਹਨਾਂ ਤੁਹਾਡਾ ਤਾਰਫ ਕਰਾ ਰਿਹਾ। ਹਰਜੀਤ ਸਿੰਘ ਗਰੇਵਾਲ ਭਾਰਤੀ ਜਨਤਾ ਪਾਰਟੀ ਬੁਲਾ ਰਹੇ ਆ। ਇਹਨਾਂ ਨੂੰ ਇਸ ਕਰਕੇ ਸੱਦਿਆ ਕਿਉਂਕਿ ਇਹਨਾਂ ਦੇ ਪਾਰਟੀ ਦੇ ਵਿੱਚ ਲੰਬਾ ਸਮਾਂ ਕੰਮ ਕੀਤਾ ਤੇ ਇਸ ਕਰਕੇ ਸਿੱਧੂ ਸਾਹਿਬ ਬਾਰੇ ਜ਼ਿਆਦਾ ਜਾਣਦੇ ਹੈ ਕਿ ਇੱਕ ਵਾਰੀ ਇਹ ਦਿਨ ਚੜ੍ਹੇ ਹੀ ਚੰਡੀਗੜ੍ਹ ਨੂੰ ਤੁਰੇ ਸੀ, ਉਦੋਂ ਵੀ ਪਤਾ ਨਹੀਂ ਕੀ ਕੁਛ ਹੋਇਆ ਸੀ। ਗਰੇਵਾਲ ਸਾਹਿਬ ਤੋਂ ਸਮਝਣ ਦੀ ਕੋਸ਼ਿਸ਼ ਕਰਾਂਗੇ ਜੇ 10 ਦਿਨ ਤਾਂ ਬਿਹਤਰ ਹੋਊਗਾ। ਗਰੇਵਾਲ ਸਾਹਿਬ ਤੁਹਾਡਾ ਬਹੁਤ ਸਵਾਗਤ ਹੈ। ਗੁਰਿੰਦਰ ਸਿੰਘ ਵਾਲੀ, ਇਹ ਸਿੱਧੂ ਸਾਹਿਬ ਨੂੰ ਇਸ ਕਰਕੇ ਜਾਣਦੇ ਆ ਕਿਉਂਕਿ ਉਹਨਾਂ ਦੀ ਪੁਰਾਣੀ ਪਾਰਟੀ ਵਿੱਚ ਰਹੇ, ਇਸ ਕਰਕੇ ਬਾਲੀ ਸਾਹਿਬ ਨੂੰ ਸੱਦਿਆ ਹੈਗਾ। ਕਾਂਗਰਸ ਵਿੱਚ ਬਾਲੀ ਸਾਹਿਬ ਰਹੇ ਹੈਗੇ ਤੇ ਸਿੱਧੂ ਸਾਹਿਬ ਨਾਲ ਵੀ ਇਹਨਾਂ ਨੂੰ ਕੰਮ ਕਰਨ ਦਾ ਮੌਕਾ ਮਿਲਿਆ ਹੈਗਾ। ਇਹਨਾਂ ਨੇ ਸਿੱਧੂ ਸਾਹਿਬ ਨੂੰ ਨੇੜੇ ਦੇਖਿਆ, ਇਸ ਕਰਕੇ ਬਾਲੀ ਸਾਹਿਬ ਨੂੰ ਸੱਦਿਆ। ਬਾਲੀ ਸਾਹਿਬ ਤੁਹਾਡਾ ਬਹੁਤ ਸਵਾਗਤ ਹੈ। ਹੁਣ ਇਹ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਨੇ। ਕਰਨੈਲ ਸਿੰਘ ਪੀਰ ਮੁਹੰਮਦ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਬੁਲਾਰੇ ਆ। ਇਹ ਵਾਰ-ਵਾਰ ਸੱਦਾ ਦੇ ਰਿਹਾ, ਜਿਹੜੀਆਂ ਤੀਜੀ ਧਿਰ ਆਪਦਿਆਂ ਨੂੰ ਤੀਜਾ ਮੋਰਚਾ ਵਜੋਂ ਸਾਬਤ ਕਰਨਾ ਚਾਹੁੰਦੇ ਆ, ਉਹ ਵਾਰ-ਵਾਰ ਕਹਿੰਦੇ ਆ ਸਿੱਧੂ ਸਾਹਿਬ ਇੱਧਰ ਆਓ ਜੀ, ਛੱਡੋ ਕਾਂਗਰਸ ਨੂੰ। ਪੀਰ ਮੁਹੰਮਦ ਸਾਹਿਬ ਤੁਹਾਡਾ ਬਹੁਤ ਸਵਾਗਤ ਹੈ। ਮਾਲਵਿੰਦਰ ਸਿੰਘ ਮਾਲੀ ਸਾਹਿਬ ਪੋਲੀਟੀਕਲ ਕਮੈਂਟੇਟਰ ਤੌਰ 'ਤੇ ਸਾਡਾ ਮੌਜੂਦ ਰਹਿਣਗੇ। ਮਾਲੀ ਸਾਹਿਬ ਅਕਸਰ ਟਿੱਪਣੀਆਂ ਕਰਦੇ ਰਹਿੰਦੇ ਆ ਤੇ ਬਹੁਤੀਆਂ ਟਿੱਪਣੀਆਂ ਜਿਹੜੀਆਂ ਸਿੱਧੂ ਦੇ ਕਰੰਟ ਤੇ ਹੁੰਦੀਆਂ ਇਹਨਾਂ ਦੀਆਂ ਵੀ, ਸਿੱਧੂ ਵਿੱਚ ਕਰੰਟ ਬਹੁਤ ਹੈਗਾ, ਇਸ ਕਰਕੇ ਕੈਪਟਨ ਸਾਹਿਬ ਨੂੰ ਪਸੰਦ ਨਹੀਂ ਹੈਗੇ। ਮਾਲੀ ਸਾਹਿਬ ਤੋਂ ਸਮਝਣ ਦੀ ਕੋਸ਼ਿਸ਼ ਕਰਾਂਗੇ ਇਹ ਕਰੰਟ ਹੈ ਜਿਹੜਾ ਕੌਣ ਕੈਪਟਨ ਵਾਲੇ ਸਵਿਚ ਤੇ ਅੜ ਤਾਂ ਨਹੀਂ ਗਿਆ ਹੈਗਾ। ਮਾਲੀ ਸਾਹਿਬ ਤੁਹਾਡਾ ਬਹੁਤ ਸਵਾਗਤ ਹੈ। ਸਭ ਤੋਂ ਪਹਿਲਾ ਸਵਾਲ ਗਰੇਵਾਲ ਸਾਹਿਬ। ਗਰੇਵਾਲ ਸਾਹਿਬ, ਬੀਜੇਪੀ ਤੇ ਹਮਲੇ ਬਹੁਤ ਹੋਏ ਆ। ਮੈਂ ਸਵਾਲ ਸਿੱਧਾ ਹੀ ਆ ਰਿਹਾ ਕਿ ਲੋਕ ਹੁਣ ਕਹਿਣ ਲੱਗ ਪਏ ਆ ਕਿ ਬੀਜੇਪੀ ਤੇ ਹਮਲੇ ਹੋਣ ਦੇ ਬਾਵਜੂਦ ਬੀਜੇਪੀ ਨੂੰ ਇੱਕ ਚਿਹਰਾ ਚਾਹੀਦਾ, ਨਵਜੋਤ ਸਿੰਘ ਸਿੱਧੂ ਉਹ ਚਿਹਰਾ ਹੋ ਸਕਦੇ ਆ ਤੇ ਨਵਜੋਤ ਸਿੰਘ ਸਿੱਧੂ ਦੇ ਲਈ ਬੀਜੇਪੀ ਵੀ ਤਰਲੋ ਮੱਛੀ ਹੋ ਰਹੀ ਹੈ। ਸਵਾਲ ਵਿੱਚ ਕੋਈ ਦਮ ਹੈ ਜਾਂ ਨਹੀਂ? ਗਰੇਵਾਲ ਸਾਹਿਬ, ਪਹਿਲੀ ਗੱਲ ਤਾਂ ਇਸ ਸਵਾਲ 'ਚ ਕੋਈ ਦਮ ਨਹੀਂ ਹੈ। ਬੀਜੇਪੀ ਕਿਸੇ ਕੋਈ ਕਾਰਜਕਰਤਾ, ਇਸ ਸਵਾਲ ਨੂੰ ਮੈਂ ਥੋੜਾ ਜਿਹਾ ਵੰਡ ਦਿੰਦਾ। ਪੰਜਾਬ ਬੀਜੇਪੀ ਨੂੰ ਇਹ ਸਵਾਲ ਪਸੰਦ ਨਹੀਂ ਜਾਂ ਤੁਹਾਡੀ ਸੈਂਟਰ ਲੀਡਰਸ਼ਿਪ ਨੂੰ ਇਹ ਸਵਾਲ ਪਸੰਦ? ਹੁਣ ਤਾਂ ਕੇਂਦਰ ਨੂੰ ਵੀ ਪਸੰਦ ਨਹੀਂ। ਕੇਂਦਰ ਨੂੰ ਪਸੰਦ ਇਹਨੇ ਬੀਜੇਪੀ ਦੇ ਔਰ ਬੀਜੇਪੀ ਦੀ ਲੀਡਰਸ਼ਿਪ ਦੇ ਖਿਲਾਫ ਇੰਨਾ ਜ਼ਿਆਦਾ ਬੋਲ ਦਿੱਤਾ ਔਰ ਪਹਿਲਾਂ ਕਾਂਗਰਸ ਨੂੰ ਮੁੰਨੀ ਤੋਂ ਜ਼ਿਆਦਾ ਬਦਨਾਮ ਕਰਤਾ, ਉਹਨੂੰ ਮੋਨੀ ਬਾਬਾ ਕਿਹਾ, ਉਹਨਾਂ ਦੇ ਪ੍ਰਾਈਮ ਮਿਨਿਸਟਰ ਨੂੰ ਮਨਮੋਹਨ ਸਿੰਘ ਜੀ ਨੂੰ, ਤੇ ਹੋਰ ਬਹੁਤ ਸਾਰੀਆਂ, ਈਵਨ ਰਾਹੁਲ ਗਾਂਧੀ ਦਾ ਨਾਂ ਪੱਪੂ ਮਸ਼ਹੂਰ ਇਹ ਸਿੱਧੂ ਸਾਹਿਬ ਨੇ ਕੀਤਾ। ਉਸ ਤੋਂ ਬਾਅਦ ਜਾ ਕੇ ਸਾਰਿਆਂ ਦੇ ਵਿੱਚ ਪਬਲਿਕਲੀ ਉਹਨਾਂ ਦੇ ਹੱਕ 'ਚ ਬੋਲ ਕੇ, ਬੀਜੇਪੀ ਦੇ ਖਿਲਾਫ ਬੋਲ ਕੇ ਉਹਨਾਂ ਦੇ ਚਰਨੀ ਹੱਥ ਲਾਏ ਕਿ ਮੇਰੇ ਕੋਲੋਂ ਗਲਤੀ ਹੋ ਗਈ। ਔਰ ਇਹ ਸਾਰੀਆਂ ਚੀਜ਼ਾਂ ਦੇਖੀਆਂ ਨੇ ਤਾਂ ਉਹਦੇ ਨਾਲ ਇਨਸਾਨ ਦੀ ਕ੍ਰੈਡੀਬਿਲਿਟੀ ਖਤਮ ਹੋ ਜਾਂਦੀ ਹੈ। ਔਰ ਹੁਣ ਇਹ ਕਿਹੜੇ ਮੂੰਹ ਨਾਲ ਬੀਜੇਪੀ ਦੀ ਜਿੰਦਾਬਾਦ ਕਰਨਗੇ ਕਿਉਂਕਿ ਇਹਨਾਂ ਬਹੁਤ ਜ਼ਿਆਦਾ ਬੋਲ ਲਿਆ ਔਰ ਕਿਸ਼ਨਗੰਜ ਜਾ ਕੇ ਅੱਲਾਹੂ ਅਕਬਰ ਕਰਤਾ, ਕਿਤੇ ਜਾ ਕੇ ਕਾਂਗਰਸ ਭੁੱਲ ਗਈ, ਬੀਜੇਪੀ ਨਹੀਂ ਭੁੱਲ ਸਕਦੀ।
ਕਾਂਗਰਸ ਭੁੱਲ ਗਈ, ਬੀਜੇਪੀ ਭੁੱਲ ਜਾਂਦੀ। ਬੀਜੇਪੀ ਕੈਡਰ ਬੇਸਡ ਆਰਗੇਨਾਈਜੇਸ਼ਨ ਹੈ। ਇਹ ਸਾਨੂੰ ਟਰਮਸ ਡਿਕਟੇਟ ਕਰਦੇ ਸੀ ਸਾਡੀ ਪਾਰਟੀ 'ਚ ਰਹਿ ਕੇ ਕਿ ਅਕਾਲੀ ਦਲ ਨਾਲ ਅਲਾਈਅੰਸ ਤੋੜੋ, ਗਠਬੰਧਨ ਤੋੜੋ। ਬੀਜੇਪੀ ਨੂੰ ਕੋਈ ਇੱਕ ਕਾਰਜਕਰਤਾ ਟਰਮਸ ਡਿਕਟੇਟ ਨਹੀਂ ਕਰ ਸਕਦਾ। ਸਾਡੇ ਫੈਸਲੇ ਸਮੂਹਿਕ ਹੁੰਦੇ ਆ, ਸਾਡੇ ਫੈਸਲੇ ਅਨੁਸ਼ਾਸਨ 'ਚ ਰਹਿ ਕੇ ਹਰ ਕਾਰਜਕਰਤਾ ਉਹਨੂੰ ਮੰਨਦਾ। ਜਦੋਂ ਤੱਕ ਫੈਸਲਾ ਨਾ ਹੋਵੇ ਉਦੋਂ ਤੱਕ ਵਿਰੋਧ ਕਰ ਸਕਦਾ। ਸਿੱਧੂ ਸਾਹਿਬ ਨੂੰ ਅਨੁਸ਼ਾਸਨ 'ਚ ਰਹਿਣ ਦੀ ਆਦਤ ਨਹੀਂ, ਇਸ ਕਰਕੇ ਗਰੇਵਾਲ ਸਾਹਿਬ ਕਿਸ ਮੌਕੇ ਤੇ ਤੁਸੀਂ ਵੀ ਅਕਾਲੀ ਦਲ ਨਾਲ ਨਹੀਂ ਤੁਰਨਾ ਚਾਹੁੰਦੇ ਸੀ? ਤੁਹਾਡੇ ਬਾਰੇ ਵੀ ਚਰਚਾ ਹੋਈ ਸੀ। ਅਸੀਂ ਤੁਰਨਾ ਚਾਹੀਏ ਨਾ ਚਾਹੀਏ, ਪਰ ਜਦੋਂ ਸਾਡਾ ਫੈਸਲਾ ਹੋ ਜਾਂਦਾ ਨਾ ਤਾਂ ਅਸੀਂ ਫਿਰ ਉਸ ਅਨੁਸ਼ਾਸਨ ਨੂੰ ਮੰਨਦੇ ਹਾਂ। ਸਾਡੇ ਤਾਂ ਸਿੱਧੂ ਸਾਹਿਬ ਅਨੁਸ਼ਾਸਨ ਨਹੀਂ ਮੰਨਦੇ ਸੀ? ਬਿਲਕੁਲ ਨਹੀਂ ਮੰਨਦੇ ਸੀ। ਔਰ ਦੂਸਰਾ ਮੈਂ ਇੱਕ ਚੀਜ਼ ਸਿੱਧੂ ਸਾਹਿਬ ਬਾਰੇ ਕਹਿਣੀ ਚਾਹੁੰਦਾ, ਆ ਜਿਹੜੀ ਇਹਨਾਂ ਨੇ ਓਥ ਦੀ ਵਾਇਲੇਸ਼ਨ ਕੀਤੀ ਹੈ ਸਿੱਧੂ ਸਾਹਿਬ ਨੇ, ਉਹ ਮੈਂ ਸਮਝਦਾ ਬਹੁਤ ਹੀ ਬੁਰੀ ਗੱਲ ਆ। ਕਿਉਂਕਿ ਪੰਜਾਬ ਸਰਕਾਰ ਨੇ ਅਧਿਕਾਰਿਕ ਤੌਰ ਤੇ ਇਹਨਾਂ ਦੇ ਕੈਬਨਿਟ ਮਿਨਿਸਟਰ ਨੇ ਇਹ ਇਲਜ਼ਾਮ ਲਗਾਇਆ ਕਿ ਸਿੱਧੂ ਸਾਹਿਬ ਜਿਹੜੀਆਂ ਸਿਟੀ ਸੈਂਟਰ ਘੁਟਾਲਾ ਜੋ 1100 ਕਰੋੜ ਤੋਂ ਜ਼ਿਆਦਾ ਦਾ, ਉਹਦੀਆਂ ਫਾਈਲਾਂ ਲੈ ਕੇ ਚਲੇ ਗਏ ਨੇ। ਔਰ ਜੇ ਫਾਈਲਾਂ ਲੈ ਕੇ ਗਏ ਨੇ ਤਾਂ ਇਹ ਬਹੁਤ ਹੀ ਬੁਰੀ ਗੱਲ ਆ ਔਰ ਮੰਦਭਾਗੀ ਗੱਲ ਆ। ਔਰ ਇੱਕ ਉਸ ਦੀ ਓਥ ਜਿਹੜੀ ਲਈ ਉਹਦੀ ਵਾਇਲੇਸ਼ਨ ਹੈਗੀ ਆ। ਫਾਈਲਾਂ ਗੁੰਮ ਹੋਈਆਂ ਜਾਂ ਫਾਈਲਾਂ ਲੈ ਕੇ ਚਲੇ? ਉਹ ਕਹਿੰਦੇ ਲੈ ਕੇ ਚਲੇ ਗਏ। ਔਰ ਬਿਲਕੁਲ ਇਹਦੀ ਇਹਨਾਂ ਦੇ ਮਿਨਿਸਟਰ ਨੇ ਕਿਹਾ, ਜਿਹੜੇ ਬ੍ਰਹਮ ਮਹਿੰਦਰਾ ਜੀ ਨੇ ਹੁਣ। ਔਰ ਇਹਦਾ ਮੁਕੱਦਮਾ ਦਰਜ ਹੋਣਾ ਚਾਹੀਦਾ। ਸਾਡੀ ਇਹ ਮੰਗ ਆ, ਇਹਦੀ ਜਾਂਚ ਹੋਣੀ ਚਾਹੀਦੀ ਹੈ, CBI ਤੋਂ ਕਰਾਉਣੀ ਚਾਹੀਦੀ ਹੈ। ਇਹ ਗੱਲਾਂ ਨਹੀਂ ਹੋਣੀਆਂ ਚਾਹੀਦੀਆਂ। ਫਾਈਲਾਂ ਜੇ ਸਿੱਧੂ ਸਾਹਿਬ ਲੈ ਗਏ ਜਿਵੇਂ ਤੁਸੀਂ ਕਹਿ ਰਹੇ ਹੋ, ਹਾਂਜੀ, ਤੇ ਸਿੱਧੂ ਸਾਹਿਬ ਨੇ ਸਿਟੀ ਸੈਂਟਰ ਦੀਆਂ ਫਾਈਲਾਂ ਕੀ ਕਰਨੀਆਂ? ਉਹ ਇਹ ਕਰਨੀਆਂ ਨੇ ਜੀ ਕਿ ਕੈਪਟਨ ਸਾਹਿਬ ਨੇ ਉਹਦੀ ਵਿਜੀਲੈਂਸ ਜਾਂਚ ਸ਼ੁਰੂ ਕਰਵਾਤੀ ਉਹਨਾਂ ਦੇ ਕੰਮਾਂ ਦੀ। ਔਰ ਉਹ ਜ਼ੀਰਕਪੁਰ ਵੀ ਤੁਹਾਨੂੰ ਪਤਾ ਰੇਡ ਹੋਈ ਹੈ, ਬਾਕੀ ਜਗ੍ਹਾ ਵੀ ਅੰਮ੍ਰਿਤਸਰ ਵੀ ਹੋਈ ਹੈ ਤੇ ਹੋਰ ਵੀ ਕਈ ਜਗ੍ਹਾ ਤੇ। ਔਰ ਇਸੇ ਤਰ੍ਹਾਂ ਸਿੱਧੂ ਸਾਹਿਬ ਨੇ ਕਿਹਾ ਕਿ ਮੈਂ ਆਪਣੇ ਸਕੋਰ ਸੈਟਲ ਕਰਾਂ ਤੇ ਕੈਪਟਨ ਸਾਹਿਬ ਦੀਆਂ ਇਹ ਚੀਜ਼ਾਂ ਨੰਗੀਆਂ ਕਰਾਂ, ਇਸ ਕਰਕੇ ਉਹ ਫਾਈਲਾਂ ਲੈ ਗਏ ਨੇ। ਇਹਦੀ ਜਾਂਚ ਹੋਣੀ ਚਾਹੀਦੀ। ਫਸਾਉਣਾ ਚਾਹੁੰਦੇ ਆ ਬਿਲਕੁਲ। ਬਾਲੀ ਸਾਹਿਬ, ਅਕਾਲੀ ਦਲ ਨਾਲ ਤਾਂ ਬਹੁਤ ਜ਼ਿਆਦਾ ਨਾਰਾਜ਼ਗੀ ਹੈਗੀ ਆ। ਪਹਿਲਾਂ ਕਾਂਗਰਸ ਵਾਲਾ ਸਵਾਲ ਲੈ ਲਾਂ ਤੁਹਾਡੇ ਤੋਂ। ਜਦੋਂ ਕਾਂਗਰਸ ਵਿੱਚ ਸੀਗੇ ਸਿੱਧੂ ਸਾਹਿਬ, ਹੈ ਹੁਣ ਵੀ, ਜੋ ਤੁਸੀਂ ਕਾਂਗਰਸ ਵਿੱਚ ਸੀਗੇ, ਉਦੋਂ ਸਿੱਧੂ ਸਾਹਿਬ ਨਾਲ ਤੁਹਾਡਾ ਕਿਹੋ ਜਿਹਾ ਤਾਲਮੇਲ ਸੀਗਾ? ਸਿੱਧੂ ਸਾਹਿਬ ਜਿਵੇਂ ਕਹਿ ਰਹੇ ਡਿਕਟੇਟ ਕਰਦੇ ਸੀ, ਸਿੱਧੂ ਸਾਹਿਬ ਇੱਥੇ ਵੀ ਡਿਕਟੇਟ ਕਰਦੇ ਸੀ? ਇਹੀ ਜਿਹੜੀਆਂ ਕਮੀਆਂ ਹੈਗੀਆਂ ਨੇ ਨਾ ਉਹ ਸਾਹਮਣੇ ਆਈਆਂ ਹੈਗੀਆਂ ਨੇ। ਜਦੋਂ ਤੁਸੀਂ ਪਾਰਟੀਆਂ ਦੀਆਂ ਪਾਲਿਸੀਆਂ ਡਿਕਟੇਟ ਤੁਸੀਂ ਕਰਨ ਲੱਗ ਜਾਓ ਕਿ ਤੁਸੀਂ ਇੰਨੇ ਕੈਪੇਬਲ ਹੀ ਨਹੀਂ ਹੈਗੇ, ਤੁਹਾਨੂੰ ਇੰਨੀ ਅਥਾਰਟੀ ਹੀ ਨਹੀਂ ਹੈਗੀ। ਇੱਕ ਮਿਨਿਸਟਰ ਨੂੰ ਜਿਹੜਾ ਕੰਮ ਹੈਗਾ ਵੇ ਲੋਕਾਂ ਦੀ ਸੇਵਾ ਕਰਨ ਵਾਸਤੇ ਦਿੱਤਾ ਹੈਗਾ ਵੇ, ਤੁਸੀਂ ਉਹ ਆਪਣਾ ਕੰਮ ਕਰੋ। ਤੁਸੀਂ ਪਾਰਟੀ ਨੂੰ ਡਿਕਟੇਟ ਕਰੋਗੇ, ਤੁਸੀਂ ਸਰਕਾਰ ਨੂੰ ਡਿਕਟੇਟ ਕਰੋਗੇ, ਤੁਸੀਂ ਸક્ષਮ ਹੀ ਨਹੀਂ ਹੈਗੇ। ਚੀਫ ਮਿਨਿਸਟਰ ਸક્ષਮ ਹੁੰਦਾ ਹੈ। ਚੀਫ ਮਿਨਿਸਟਰ ਦੇ ਅਧੀਨ ਤੁਸੀਂ ਕੰਮ ਕਰ ਰਹੇ ਹੋ। ਜਦੋਂ ਤੁਸੀਂ ਇਹਨੂੰ ਇਹ ਕਹਿ ਰਹੇ ਹੋਗੇ ਕਿ ਕਿਹੜਾ ਚੀਫ ਮਿਨਿਸਟਰ ਕਿਹੜਾ ਕੈਪਟਨ ਜਦੋਂ ਉਹਦੇ ਦਾ, ਉਸ ਵੇਲੇ ਗਰੇਵਾਨ 'ਚ ਨਾ ਸ਼ਰਮ ਆਉਂਦੀ ਸੀ ਇਹ ਗੱਲ ਕਹਿੰਦੇ ਹੋਏ ਪਾਰਟੀ ਦੇ ਅੰਦਰ ਕਿ ਜਦ ਤੁਹਾਨੂੰ ਕੈਬਨਿਟ ਮਿਨਿਸਟਰ ਬਣਾਇਆ, ਤੁਹਾਨੂੰ ਸੈਕੰਡ ਨੰਬਰ ਤੇ ਬਿਠਾਇਆ, ਸੈਕੰਡ ਤੇ ਵੀ ਥਰਡ ਨੰਬਰ ਤੇ ਬਿਠਾਇਆ, ਤੁਹਾਨੂੰ ਸੈਕੰਡ ਤੇ ਬ੍ਰਹਮ ਮਹਿੰਦਰਾ ਜੀ ਸੀ ਔਰ ਬੜੇ ਸੀਨੀਅਰ ਨੇ ਪਾਰਟੀ ਦੇ, ਉਹ ਕਾਂਗਰਸ ਪਾਰਟੀ ਦੇ ਅੰਦਰ। ਮਗਰ ਮੈਨੂੰ ਇਹ ਲੱਗਦਾ, ਮੇਰੇ ਐਕਸਪੀਰੀਅੰਸ ਦੇ ਹਿਸਾਬ ਨਾਲ, ਮੈਂ ਬਲਾਕ ਲੈਵਲ ਤੋਂ ਲੈ ਕੇ ਸਟੇਟ ਲੈਵਲ, ਆਲ ਇੰਡੀਆ ਲੈਵਲ ਤੱਕ ਦੀ ਪੋਲਿਟਿਕਸ ਅਸੀਂ ਕੀਤੀ ਹੈ। ਸਾਨੂੰ ਇਹ ਲੱਗਦਾ ਕਿ ਸਿੱਧੂ ਦੇ ਅੰਦਰ ਇਹੋ ਜਿਹੀ ਚੀਜ਼ ਹੀ ਨਹੀਂ ਹੈਗੀ, ਨਵਜੋਤ ਸਿੰਘ ਸਿੱਧੂ ਦੇ ਅੰਦਰ, ਉਹਨਾਂ ਦੇ ਅੰਦਰ ਇਹੋ ਜਿਹੀ ਸ਼ਮਤਾ ਹੀ ਨਹੀਂ ਹੈਗੀ। ਜੇ ਤੁਸੀਂ ਕੈਪਟਨ ਸਾਹਿਬ ਦੇ ਨਾਲ ਇਹੋ ਜਿਹੀ ਲੜਾਈ ਲੜਨੀ ਸੀ, ਅਗਰ ਤੁਹਾਡਾ ਉਹਨਾਂ ਨਾਲ ਵਿਚਾਰ ਨਹੀਂ ਹੋਇਆ ਬਣਦਾ ਸੀ, ਤੁਹਾਨੂੰ ਕੈਬਨਿਟ ਮਿਨਿਸਟਰੀ ਲੈਣੀ ਹੀ ਨਹੀਂ ਚਾਹੀਦੀ ਸੀ। ਤੁਸੀਂ ਬਾਹਰ ਰਹਿ ਕੇ ਲੜਾਈ ਲੜਦੇ, ਤੁਸੀਂ ਬਾਹਰ ਰਹਿ ਕੇ ਲੋਕਾਂ ਦੀ ਸੇਵਾ ਕਰਦੇ, ਤੁਸੀਂ ਲੋਕਾਂ ਦੇ ਵਿੱਚ ਜਾ ਕੇ ਵਿਚਰਦੇ। ਲੜਾਈਆਂ ਤੁਸੀਂ ਲੜੀਆਂ, ਤੁਸੀਂ ਮਕਾਨ ਲੋਕਾਂ ਦੇ ਢਾਏ, ਤੁਸੀਂ ਮਾੜੀਆਂ ਗੱਲਾਂ ਕੀਤੀਆਂ। ਅੱਜ 13 ਵਾਰੀ ਕਾਂਗਰਸ ਪਾਰਟੀ ਨੇ ਜਿਹੜੀ ਹੈਗੀ ਆ, ਉਹ ਕਾਂਗਰਸ ਗਵਰਨਮੈਂਟ ਨੇ 13 ਵਾਰੀ ਬਿਜਲੀ ਦੇ ਬਿੱਲ ਵਧਾਏ, ਤੁਹਾਨੂੰ ਉਹ ਮਹਿਕਮਾ ਦਿੱਤਾ। ਅੱਛਾ ਹੁੰਦਾ ਆਂਦੇ ਕਿ ਤੁਸੀਂ ਲੋਕਾਂ ਦੇ ਬਿੱਲ ਘਟਾਉਂਦੇ, ਕੈਬਨਿਟ ਦੇ ਵਿੱਚ ਉਹਨੂੰ ਰੱਖਦੇ, ਤੁਸੀਂ ਉਹ ਜਿਹੀਆਂ ਗੱਲਾਂ ਕਰਦੇ। ਤੁਸੀਂ ਫੇਰ ਸਿੱਧੂ ਸਾਹਿਬ ਤੇ ਪੈ ਜਾਣਾ ਸੀ, ਜੋ ਸਿੱਧੂ ਸਾਹਿਬ ਨੇ ਕਹਿਣਾ ਸੀਗਾ ਇਹਦੇ ਜਿਹੜੇ ਐਗਰੀਮੈਂਟ ਉਹ ਗਲਤ ਹੋਏ ਵੇ ਆ। ਮੈਂ ਕਹਿੰਦਾ ਕੁਝ ਵੀ ਹੋਵੇ ਨਾ, ਤੁਸੀਂ ਆ ਕੇ ਕਰੋ ਤਾਂ ਸਹੀ, ਗੱਲ ਤਾਂ ਕਰੋ। ਐਗਰੀਮੈਂਟ ਗਲਤ ਹੋਏ ਨੇ, ਗੱਲ ਤਾਂ ਸਿਰਫ ਇੰਨੀ ਕਿ ਹੈਗੀ ਹੈ ਕਿ ਓਵਰ ਐਂਬੀਸ਼ੀਅਸ ਹਨ। ਅੰਬੀਸ਼ੀਅਸ ਬੰਦਾ ਹੁੰਦਾ ਵੇ ਕਿ ਯਾਰ ਮੈਂ ਅੱਜ ਮਿਨਿਸਟਰ ਬਣ ਗਿਆ ਜਾਂ ਮੈਂ ਥਰਡ ਨੰਬਰ ਤੇ ਹਾਂ, ਮੈਂ ਮੁੱਖ ਮੰਤਰੀ ਬਣਨਾ ਚਾਹੁੰਦਾ। ਫਸਟ ਡੇ ਤੁਸੀਂ ਕੁਰਸੀ ਨੂੰ ਹੱਥ ਪਾਉਣ ਦੀ ਕੋਸ਼ਿਸ਼ ਕੀਤੀ, ਕੈਪਟਨ ਅਮਰਿੰਦਰ ਸਿੰਘ ਦੂਸਰੀ ਵਾਰੀ ਬਣ ਗਏ ਨੇ। ਮੇਰਾ ਤਾਂ ਕੋਈ ਉਹਨਾਂ ਨਾਲ ਮਤਲਬ ਨਹੀਂ ਹੈਗਾ, ਨਾ ਮੇਰੀ ਕੋਈ ਇਹੋ ਜਿਹੀ ਉਹਨਾਂ ਨਾਲ ਗੱਲ ਹੈਗੀ। ਮੈਂ ਤਾਂ ਅਕਾਲੀ ਦਲ 'ਚ ਹਾਂ ਤੇ ਜਿਹੜੀ ਸੱਚਾਈ ਹੈ ਉਹ ਦੱਸਣੀ ਚਾਹੀਦੀ ਹੈ। ਸੱਚਾਈ ਇਹ ਹੈ ਕਿ ਉਹਨਾਂ ਅੰਦਰ ਸ਼ਮਤਾ ਹੀ ਨਹੀਂ ਹੈਗੀ ਕਿਸੇ ਗੱਲ ਨੂੰ ਸਹਿਨ ਕਰਨ ਦੀ। ਉਹ ਕੈਬਨਿਟ ਮਿਨਿਸਟਰ ਦੇ ਲਾਇਕ ਵੀ ਨਹੀਂ ਹੈਗੇ ਨਵਜੋਤ ਸਿੰਘ ਸਿੱਧੂ। ਕਾਂਗਰਸ ਨੇ ਗਲਤੀ ਕੀਤੀ, ਹਾਂ ਬਹੁਤ ਵੱਡੀ, ਮੈਂ ਇਹ ਕਹਾਂਗਾ ਜੀ ਬਈ ਬਹੁਤ ਵੱਡੀ ਗਲਤੀ ਕਿ ਤੁਸੀਂ ਅਜੇ ਤੱਕ ਤੁਸੀਂ ਇਹ ਦੇਖੋ ਪੰਜਾਬ ਦੇ ਅੰਦਰ ਤੁਸੀਂ ਇਹ ਦੇਖੋ ਡਿਸਟਰਬੈਂਸ ਕਿੰਨੀ ਚੱਲ ਰਹੀ ਹੈ। ਕਦੀ ਅਮਰਿੰਦਰ ਸਿੰਘ ਸਾਹਿਬ ਲੜਾਈ ਹੁੰਦੀ ਹੈ ਤੇ ਕਦੀ ਨਵਜੋਤ ਸਿੰਘ ਸਿੱਧੂ ਦੀ ਲੜਾਈ ਹੁੰਦੀ। ਲੋਕਾਂ ਦੇ ਕੰਮ ਕਿੱਥੇ ਨੇ? ਲੋਕਾਂ ਦੀਆਂ ਗੱਲਾਂ ਕਿੱਥੇ ਨੇ? ਜਿਹੜਾ ਉਹਨਾਂ ਕੋਲ ਮੰਤਰਾਲੇ, ਉਹਨਾਂ ਦੀ ਨੇਮ ਪਲੇਟ ਲੱਗੀ 1 ਮਹੀਨੇ ਦੀ, ਜਿੱਦਾਂ ਗਰੇਵਾਲ ਸਾਹਿਬ ਨੇ ਕਹੀ ਇਹ ਗੱਲ 1 ਮਹੀਨੇ ਦੀ 1.5 ਮਹੀਨੇ ਦੀ ਉੱਥੇ ਪਲੇਟ ਲੱਗੀ ਹੈ, ਮੰਤਰੀ ਹੈ ਨਹੀਂ। ਮੰਤਰੀ ਲੈਸ ਜਿਹੜਾ ਹੈਗਾ ਵੀ ਉਹ ਡਿਪਾਰਟਮੈਂਟ ਹੈਗਾ ਵੇ। ਤੁਸੀਂ ਹੁਣ ਮੁੱਖ ਮੰਤਰੀ ਜੀ ਨੇ ਉਹਨਾਂ ਦੀਆਂ ਮੀਟਿੰਗਾਂ ਕਰਨੀਆਂ ਉਹ ਸ਼ੁਰੂ ਕੀਤੀਆਂ ਨੇ। ਹੁਣ ਅੱਗੇ ਕੀ ਹੋਏਗਾ ਉਹ ਤੁਹਾਨੂੰ ਪਤਾ ਲੱਗ ਜਾਏਗਾ। ਚਲੋ ਇੱਕ ਛੋਟਾ ਬ੍ਰੇਕ ਲੈਣੇ, ਬ੍ਰੇਕ ਤੋਂ ਵਾਪਸ ਆਵਾਂਗੇ। ਸਵਾਲ ਬਹੁਤ ਸਾਰੇ ਹੈਗੇ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਹੈ, ਨਵਜੋਤ ਸਿੰਘ ਸਿੱਧੂ ਦੇ ਵਿਰੁੱਧ ਹੈ ਜਿਹੜਾ ਸਭ ਕੁਝ ਹੋ ਰਿਹਾ ਹੈਗਾ, ਪਰ ਨਵਜੋਤ ਸਿੰਘ ਸਿੱਧੂ ਦੇ ਪੱਖ ਵਿੱਚ ਕੌਣ ਖੜੇਗਾ? ਜੇ ਕਾਂਗਰਸ ਦਾ ਬੁਲਾਰਾ ਇੱਥੇ ਪਹੁੰਚ ਵੀ ਜਾਂਦਾ, ਹਾਲਾਂਕਿ ਕਾਂਗਰਸ ਦੇ ਬੁਲਾਰੇ ਕਿਤੇ ਵੀ ਡਿਬੇਟ ਵਿੱਚ ਨਹੀਂ ਜਾ ਰਹੇਗੇ, ਜੇ ਕਾਂਗਰਸ ਦਾ
ਬੁਲਾਰਾ ਇੱਥੇ ਪਹੁੰਚ ਵੀ ਜਾਂਦਾ ਤਾਂ ਸ਼ਾਇਦ ਉਹ ਵੀ ਸਿੱਧੂ ਸਾਹਿਬ ਦੇ ਹੱਕ ਵਿੱਚ ਨਹੀਂ ਉਤਰਦਾ। ਪਤਾ ਨਹੀਂ ਕਿਉਂ। ਬ੍ਰੇਕ ਤੋਂ ਵਾਪਸ ਆਵਾਂਗੇ। ਜਿਹੜਾ ਤੀਜਾ ਮੋਰਚਾ ਆਪਦੇ ਆਪ ਨੂੰ ਕਹਿੰਦਾ, ਤੀਜਾ ਫਰੰਟ ਕਹਿੰਦਾ ਆਪਦੇ ਨੂੰ, ਜਾਂ ਚੌਥਾ ਤੁਸੀਂ ਕਹਿ ਲਓ, ਉਹ ਸਿੱਧੂ ਸਾਹਿਬ ਨੂੰ ਵਾਜਾ ਕਿਉਂ ਮਾਰਦਾ ਪਿਆ ਹੈਗਾ? ਸਿੱਧੂ ਸਾਹਿਬ ਇਕੱਲੇ ਹੀ ਪੂਰੇ ਪੰਜਾਬ ਵਿੱਚ ਉਹਨਾਂ ਨੂੰ ਜਿਤਾ ਜਾਣਗੇ? ਬਹੁਤ ਸਾਰੇ ਸਵਾਲ ਆ। ਬ੍ਰੇਕ ਤੋਂ ਵਾਪਸ ਆ ਰਹੇ। ਵੱਡਾ ਸਵਾਲ ਇੱਕੋ ਹੀ ਪੁੱਛ ਰਹੇ, ਰਾਹੁਲ ਦਾ ਕੈਪਟਨਸ਼ਿਪ ਤੋਂ ਅਸਤੀਫਾ ਮਨਜ਼ੂਰ, ਸਿੱਧੂ ਦੇ ਅਸਤੀਫੇ ਤੇ ਕੈਪਟਨ ਦੀ ਕੁੰਡੀ ਕਿਉਂ ਫਸੀ? ਕਨਾਲ ਸੇ ਪੀਰ ਸਾਹਿਬ, ਤੁਸੀਂ ਕਿਉਂ ਵੈਲਕਮ ਕਰ ਰਹੇ ਸਿੱਧੂ ਸਾਹਿਬ ਨੂੰ? ਦੇਖੋ, ਇਸ ਕਰਕੇ ਵੈਲਕਮ ਕਰ ਰਹੇ ਹਾਂ ਕਿ ਨਵਜੋਤ ਸਿੰਘ ਸਿੱਧੂ ਵਿਅਕਤੀਗਤ ਤੌਰ ਦੇ ਹੋ ਸਕਦਾ ਸਾਡੇ ਮਤਭੇਦ ਹੋਣ, ਕਈ ਵਿਚਾਰ ਨਹੀਂ ਮਿਲਦੇ, ਲੇਕਿਨ ਜਿੱਥੋਂ ਤੱਕ ਨਵਜੋਤ ਸਿੰਘ ਸਿੱਧੂ ਦੀ ਆਵਾਜ਼ ਦੀ ਗੱਲ ਹੈ, ਜੋ ਉਸ ਨੇ ਆਵਾਜ਼ ਵਿਧਾਨ ਸਭਾ ਦੇ ਅੰਦਰ ਬੋਲੀ ਜਾਂ ਅੱਜ ਜਿਸ ਤਰੀਕੇ ਨਾਲ ਬੋਲ ਰਹੇ ਨੇ, ਕਿਉਂਕਿ ਕੈਪਟਨ ਅਮਰਿੰਦਰ ਸਿੰਘ ਤੇ ਪੰਜਾਬ ਦੇ ਲੋਕਾਂ ਨੇ ਜਿਹੜੇ ਉਹਨਾਂ ਨੇ ਇਕਰਾਰ ਕੀਤੇ ਸੀ, ਹੱਥ ਦੇ ਵਿੱਚ ਗੁਟਕਾ ਸਾਹਿਬ ਲੈ ਕੇ ਸਹੁੰ ਖਾਣੀ, ਔਰ ਬਰਗਾੜੀ ਬਾਈਬਲ ਕਾਂਡ ਦੀ ਉਹਨਾਂ ਨੇ ਕਿਹਾ ਕਿ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਵਾਂਗੇ ਤੇ ਨਸ਼ਿਆਂ ਦੇ ਜਿਹੜੇ ਸਦਾਗਰ ਨੇ, ਮਗਰਮੱਛ ਨੇ, ਉਹਨਾਂ ਨੂੰ ਫੜ ਕੇ ਅੰਦਰ ਦੇਵਾਂਗੇ। ਇਹ ਤਿੰਨ ਮਸਲਿਆਂ ਦੇ ਉੱਤੇ ਜੇ ਪੰਜਾਬ ਦੇ ਵਿੱਚੋਂ ਕੋਈ ਬੋਲਿਆ ਉੱਚੀ ਆਵਾਜ਼ ਦੇ ਵਿੱਚ ਤੇ ਪੰਜਾਬ ਦੇ ਲੋਕਾਂ ਦੀ ਆਵਾਜ਼ ਬਣ ਕੇ ਬੋਲਿਆ ਤੇ ਉਹ ਨਵਜੋਤ ਸਿੰਘ ਸਿੱਧੂ ਹੈ। ਇਸ ਕਰਕੇ ਸਾਨੂੰ ਇਹ ਲੱਗਦਾ ਹੈ ਕਿ ਪੰਜਾਬ ਦੇ ਲੋਕਾਂ ਦੀ ਜਿਸ ਪੱਧਰ ਦੇ ਉੱਤੇ ਗੱਲ ਹੋਣੀ ਚਾਹੀਦੀ ਸੀ, ਉਹ ਕੋਈ ਹੋਰ ਫਰੰਟ ਨਹੀਂ ਸੀ, ਉਹ ਨਵਜੋਤ ਸਿੰਘ ਸਿੱਧੂ ਦੀ ਮੂੰਹ ਦੇ ਵਿੱਚ ਜਿਹੜੀ ਆਵਾਜ਼ ਗਈ ਹੈ, ਉਹਨੇ ਲੋਕਾਂ ਦੀ ਨਬਜ਼ ਨੂੰ ਟਟੋਲਿਆ ਹੈ ਕਿ ਪੰਜਾਬ ਦੇ ਲੋਕਾਂ ਨੇ ਵੋਟਾਂ ਕੈਪਟਨ ਅਮਰਿੰਦਰ ਸਿੰਘ ਨੂੰ ਕਿਉਂ ਪਾਈਆਂ। ਕਿਉਂਕਿ ਕਾਂਗਰਸ ਦਾ ਇੱਥੇ ਬੁਲਾਰਾ ਹੋਵੇ ਤੇ ਫਿਰ ਆਪਾਂ ਗੱਲ ਕਰੀਏ, ਕਾਂਗਰਸ ਨੂੰ ਵੋਟਾਂ ਨਹੀਂ ਕਿਸੇ ਨੇ ਪਾਈਆਂ, ਪੰਜਾਬ ਦੇ ਲੋਕਾਂ ਨੇ ਜੇਕਰ ਵੋਟਾਂ ਪਾਈਆਂ ਤੇ ਕੈਪਟਨ ਅਮਰਿੰਦਰ ਸਿੰਘ ਨੂੰ ਇਹ ਦੇਖ ਕੇ ਵੋਟਾਂ ਪਾਈਆਂ, ਉਹ ਕਹਿੰਦਾ ਸੀ ਕਿ ਮੈਂ ਉਹਨਾਂ ਭ੍ਰਿਸ਼ਟਾਚਾਰੀਆਂ ਨੂੰ ਫੜ ਕੇ ਅੰਦਰ ਦਿਆਂਗਾ ਜਿਨ੍ਹਾਂ ਨੇ ਅਰਬਾਂ ਖਰਬਾਂ ਦੀਆਂ ਜਾਇਦਾਦਾਂ ਬਣਾਈਆਂ, ਜਿਨ੍ਹਾਂ ਨੇ ਪੰਜਾਬ ਨੂੰ ਲੁੱਟਿਆ ਕੁੱਟਿਆ ਤੇ ਮਾਰਿਆ, ਔਰ ਉਸ ਤੋਂ ਬਾਅਦ ਉਹਨਾਂ ਦੇ ਉੱਤੇ ਹੀ ਦੋਸ਼ ਲੱਗਦੇ ਸੀ ਕਿ ਉਹ ਬੇਅਦਬੀ ਕਰਵਾ ਰਹੇ ਸੀ। ਬਰਗਾੜੀ ਬਾਈਬਲ ਕਾਂਡ ਦੇ ਦੋਸ਼ੀਆਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਹੋਈ ਔਰ ਨਸ਼ਿਆਂ ਦੇ ਉੱਪਰ ਵੀ ਇਲਜ਼ਾਮ ਉਹਨਾਂ ਦਾ ਲੱਗਦਾ ਸੀ। ਪੰਜਾਬ ਦਾ ਭਲਾ ਚਾਹੁੰਦੇ ਹੋ ਪੀਰ ਸਾਹਿਬ ਜਾਂ ਆਪਦੀਆਂ ਪਾਰਟੀਆਂ ਦਾ ਭਲਾ ਚਾਹੁੰਦੇ ਹੋ? ਪੰਜਾਬ ਦੇ ਭਲੇ ਲਈ ਨਵਜੋਤ ਸਿੰਘ ਸਿੱਧੂ ਨੂੰ ਅਸੀਂ ਇਹ ਸੱਦਾ ਦੇ ਰਹੇ ਹਾਂ, ਕਿਉਂਕਿ ਇੱਕ ਪਲੇਟਫਾਰਮ ਜਿਹੜਾ ਹੈ, ਵੇਖੋ ਕਾਂਗਰਸ ਤੇ ਬੀਜੇਪੀ ਦੇ ਬੁਲਾਰਿਆਂ ਨੇ ਤੁਹਾਨੂੰ ਕਹਿ ਦਿੱਤਾ ਕਲੀਅਰ। ਕ੍ਰਿਕਟ ਤੁਸੀਂ ਦੇਖੀ ਹੈ ਨਾ? ਹਾਂਜੀ, ਕ੍ਰਿਕਟ ਦੇ ਵਿੱਚ ਟੌਪ ਟੀਮਾਂ ਹੁੰਦੀਆਂ, ਇੰਡੀਆ, ਇੰਗਲੈਂਡ, ਆਸਟ੍ਰੇਲੀਆ, ਨਿਊਜ਼ੀਲੈਂਡ। ਹਾਂ, ਤੇ ਹੁਣ ਤੁਹਾਡਾ ਹਾਲ ਹੈਗਾ ਜ਼ਿੰਬਾਬਵੇ, ਕੀਨੀਆ ਵਾਲਾ। ਹਾਂਜੀ, ਤੁਹਾਡੇ ਨਾਲ ਕਿਉਂ ਤੁਰਨਗੇ ਸਿੱਧੂ ਸਾਹਿਬ? ਦੇਖੋ ਪਤਾ ਕੀ ਹੁੰਦਾ, ਕਈ ਵਾਰੀ ਇਸ ਤਰ੍ਹਾਂ ਦੇ ਹਾਲਾਤ ਹੁੰਦੇ ਨੇ ਕਿ ਕੋਈ ਟੀਮ ਜਿਹੜੀ ਹੁੰਦੀ ਹੈ ਨਾ, ਉਹਦੇ ਵਿੱਚ ਜੇ ਚੰਗਾ ਕੈਪਟਨ ਵਿੱਚ ਆ ਜਾਵੇ ਜਿਹਨੂੰ ਲੋਕ ਪਸੰਦ ਕਰਦੇ ਹੋਣ, ਤਾਂ ਉਹ ਟੀਮ ਆਪਣੇ ਆਪ ਹੀ ਖੜੀ ਹੋ ਜਾਂਦੀ ਹੈ। ਤੁਸੀਂ ਫਿਰ ਇਕੱਠੇ ਹੋ ਜਾਓ ਨਾ, ਤੁਸੀਂ ਸਾਰੇ ਇਕੱਠੇ ਹੋ ਜਾਓ ਨਾ, ਤੁਸੀਂ ਤਾਂ ਆਪਸ ਵਿੱਚ ਨਹੀਂ। ਦੇਖੋ ਸਾਰਿਆਂ ਨੇ, ਦੇਖੋ ਸਿਮਰਜੀਤ ਬੈਂਸ ਨੇ ਵੀ ਕਹਿ ਦਿੱਤਾ, ਬੈਂਸ ਬ੍ਰਦਰਜ਼ ਨੇ ਕਹਿਤਾ, ਸੁਖਪਾਲ ਸਿੰਘ ਖਹਿਰਾ ਨੇ ਕਹਿਤਾ, ਧਰਮਵੀਰ ਗਾਂਧੀ ਨੇ ਕਹਿਤਾ, ਸ਼੍ਰੋਮਣੀ ਅਕਾਲੀ ਦਲ ਟਕਸਾਲੀ ਨੇ ਕਹਿਤਾ, ਤੇ ਆਮ ਲੋਕਾਂ ਨੇ ਕਹਿ ਦਿੱਤਾ। ਲੋਕ ਹੁਣ ਕੀ ਹੋਪ ਰੱਖਦੇ ਨੇ ਕਿ ਇੱਕ ਕੈਬਨਿਟ ਮਿਨਿਸਟਰੀ ਕਰਕੇ ਲੋਕ ਆਪਣਾ ਸਾਰਾ ਕੁਝ ਬਦਲ ਦਿੰਦੇ ਨੇ, ਲੇਕਿਨ ਉਸ ਵਿਅਕਤੀ ਨੇ ਆਪਣਾ ਪੋਰਟਫੋਲੀਓ ਪਾਸੇ ਰੱਖ ਕੇ ਉਹਨੇ ਪੰਜਾਬ ਦੀ ਗੱਲ ਕੀਤੀ। ਠੀਕ ਹੈ ਬੀਨਮ ਸਾਹਿਬ। ਮਾਲੀ ਸਾਹਿਬ, ਸਵਾਲ ਬੜੇ ਇੰਪੋਰਟੈਂਟ ਹੈਗੇ ਆ ਵੈਸੇ। ਜੇ ਇਹ ਕਹਿੰਦੇ ਕਾਂਗਰਸ ਦਾ ਬੁਲਾਰਾ ਹੁੰਦਾ ਉਹਨਾਂ ਨੂੰ ਸਵਾਲ ਕਰਦੇ, ਕਾਂਗਰਸ ਦਾ ਬੁਲਾਰਾ ਹੁੰਦਾ ਉਹਨਾਂ ਨੇ ਵੀ ਸਿੱਧੂ ਸਾਹਿਬ ਦੇ ਖਿਲਾਫ ਭੁਗਤਣਾ ਸੀਗਾ। ਸਵਾਲ ਹੈਗਾ ਸਿੱਧੂ ਸਾਹਿਬ 'ਚ ਇੰਨੀਆਂ ਕਮੀਆਂ ਹੈਗੀਆਂ? ਸਿੱਧੂ ਸਾਹਿਬ ਨੇ ਇੰਡੀਆ ਨੂੰ ਰਿਪਰੈਜ਼ੈਂਟ ਕੀਤਾ, ਕ੍ਰਿਕਟ ਦੇ ਵਿੱਚ ਨਾਮ ਨਾ ਖੱਟਿਆ, ਉੱਥੇ ਵੀ ਕੈਪਟਨ ਨਾਲ ਉਹਨਾਂ ਦਾ ਪੰਗਾ ਪੈ ਗਿਆ, ਉਹ ਇੰਗਲੈਂਡ ਤੋਂ ਵਾਪਸ ਆ ਗਏ, ਇੱਥੇ ਵੀ ਕੈਪਟਨ ਨਾਲ ਪੰਗਾ ਪਿਆ ਗਿਆ। ਸਵਾਲ ਇਹ ਹੈਗਾ ਸਿੱਧੂ ਸਾਹਿਬ ਦਾ ਕੈਪਟਨ ਵਾਲਾ ਜਿਹੜਾ ਪੰਗਾ ਹੈਗਾ, ਅਸਲ ਵਿੱਚ ਪੰਗਾ ਹੈ ਕਿ ਸਿੱਧੂ ਸਾਹਿਬ ਆਪ ਕੈਪਟਨ ਬਣਨਾ ਚਾਹੁੰਦੇ ਇਸ ਲਈ ਪੰਗਾ ਹੈ, ਜਾਂ ਉਹ ਵਾਕਈ ਪੰਜਾਬ ਦੇ ਲਈ ਚਿੰਤਤ ਹੈਗੇ ਆ? ਪੰਗਾ ਇਹ ਹੈਗਾ। ਦੇਖੋ ਜੀ, ਵਿਚਾਰ ਚਰਚਾ 'ਚ ਜਿਹੜੇ ਸਤਿਕਾਰਯੋਗ ਸੱਜਣਾਂ ਨੇ ਸਵਾਲ ਉਠਾਏ ਨੇ, ਉਹਨਾਂ ਦੇ ਦੋ ਪੱਖ ਨੇ। ਪਹਿਲਾ ਪੱਖ ਤਾਂ ਇਹ ਆ ਵੀ ਸਿੱਧੂ ਪਾਰਟੀ ਦੇ ਵਿੱਚ ਕਿਵੇਂ ਵਿਚਰਦਾ, ਸਰਕਾਰ 'ਚ ਕਿਵੇਂ ਵਿਚਰਦਾ, ਉਹ ਅਨੁਸ਼ਾਸਨਹੀਨਤਾ ਕਰਦਾ। ਜੇ ਇਸ ਮਸਲੇ ਨੂੰ ਆਪਾਂ ਸਮਝਣਾ ਹੋਵੇ ਨਾ ਜੀ, ਪਹਿਲਾਂ ਇਹ ਸੋਚਣ ਦੀ ਲੋੜ, ਜਿਹੜੀਆਂ ਪਾਰਟੀਆਂ ਨੇ ਇਹਨਾਂ ਨੇ ਆਪਦਾ ਕਿਰਦਾਰ ਤੇ ਵਿਹਾਰ ਕਿੰਨਾ ਬਦਲ ਲਿਆ ਜੀ। ਜਿਹੜੀਆਂ ਪਾਰਟੀਆਂ 'ਚ ਪਹਿਲਾਂ ਵੱਖ-ਵੱਖ ਵਿਚਾਰਾਂ ਦੇ ਲੋਕ ਹੁੰਦੇ ਸੀ, ਪਾਰਟੀ 'ਚ ਜਮਹੂਰੀਅਤ ਹੁੰਦੀ ਸੀ, ਬੋਲਣ ਦੀ ਆਜ਼ਾਦੀ ਹੁੰਦੀ ਸੀ, ਪਤਾ ਹੁੰਦਾ ਸੀ। ਜਿਵੇਂ ਤੁਸੀਂ ਇਹੀ ਗੱਲ ਕਰ ਲਓ, ਅਕਾਲੀ ਦਲ ਦੀ ਗੱਲ ਕਰ ਲਓ, ਕਿੰਨੇ ਬੰਦੇ ਸੀ, ਕਿੰਨੇ ਅੱਡ-ਅੱਡ ਵਿਚਾਰ ਸੀ, ਉਦੋਂ ਤੱਕ ਵਿਚਾਰ ਚੱਲਦੇ ਰਹਿੰਦੇ ਸੀ। ਜਦੋਂ ਇੱਕ ਫੈਸਲਾ ਲੈ ਲੈਂਦੇ ਸੀ ਫਿਰ ਉਹਨੂੰ ਲਾਗੂ ਕਰਦੇ ਸੀ। ਪਾਰਟੀਆਂ ਨੇ ਕੀ ਕੀਤਾ? ਇਹਨਾਂ ਨੇ ਪਾਰਟੀਆਂ ਦੇ ਅੰਦਰ ਅੰਦਰੂਨੀ ਜਮਹੂਰੀਅਤ ਪੂਰੀ ਤਰ੍ਹਾਂ ਖਤਮ ਕਰਤੀ। ਇਹਨਾਂ ਨੇ ਆਪਣੀ ਰਾਖੀ ਖਾਤਰ ਕਾਨੂੰਨ ਇਹੋ ਜਿਹੇ ਬਣਾ ਲਏ ਵੀ ਕੋਈ ਬੰਦਾ ਜੇ ਕੁਸਕਦਾ ਉਹਦੇ ਖਿਲਾਫ ਕਾਰਵਾਈ ਬਹੁਤ ਵੱਡੀ ਕਰ ਸਕਦੇ ਹੈ। ਐਂਟੀ ਡਿਫੈਕਸ਼ਨ ਲਾ ਬਣਾ ਲਿਆ, ਵਿਪ ਦਾ ਸਿਸਟਮ ਇਹਨਾਂ ਨੇ ਸ਼ੁਰੂ ਕਰ ਲਿਆ। ਸੋ ਇਹ ਜਿਹੜੀਆਂ ਪਾਰਟੀਆਂ ਨੇ, ਇਹਨਾਂ ਨੇ ਪਾਰਟੀਆਂ ਦਾ ਕਰੈਕਟਰ ਖਤਮ ਕਰਕੇ, ਉਹਨਾਂ ਦੀ ਵਿਚਾਰਧਾਰਾ ਖਤਮ ਕਰਕੇ, ਉਹਨਾਂ ਦਾ ਜਥੇਬੰਦਕ ਢਾਂਚਾ ਖਤਮ ਕਰਕੇ ਇਹਨਾਂ ਨੇ ਬੰਦਿਆਂ ਦੀਆਂ ਪਾਰਟੀਆਂ ਬਣਾ ਲਈਆਂ, ਪਾਰਟੀਆਂ ਪਰਿਵਾਰਾਂ ਦੀਆਂ ਪਾਰਟੀਆਂ ਬਣਾ ਲਈਆਂ। ਇਹ ਕੀ ਕਹਿੰਦੇ ਨੇ
ਵੀ ਸਾਡੇ ਵਿੱਚ ਜਿਹੜਾ ਸ਼ਾਮਲ ਹੁੰਦਾ ਉਹ ਸਾਡੇ ਸੀਰੀ ਵਾਂਗੂ ਕੰਮ ਕਰੇ, ਬੰਧੂਆ ਮਜ਼ਦੂਰ ਵਾਂਗੂ ਕੰਮ ਕਰੇ, ਤੋਤੇ ਵਾਂਗੂ ਉਹ ਬੋਲੀ ਬੋਲੇ ਜਿਹੜੀ ਸਾਡੀ ਆ। ਸਿੱਧੂ ਸਾਹਿਬ ਨੇ ਇਹ ਰਵਾਇਤ ਤੋੜਨੀ ਹੈ, ਲਗਾਤਾਰ ਤੋੜਦਾ ਰਿਹਾ ਜੀ ਉਹ। ਬਹੁਤ ਲੋਕ ਤੋੜ ਰਹੇ ਨੇ ਤੇ ਇਹ ਰਵਾਇਤਾਂ ਟੁੱਟਣਗੀਆਂ। ਚੜ੍ਹਾਈ ਵੇਲੇ ਨਹੀਂ ਟੁੱਟਦੀਆਂ, ਅਕਾਲੀ ਦਲ ਨਹੀਂ ਟੁੱਟੀਆਂ, ਹਮੇਸ਼ਾ ਟੁੱਟਦੀਆਂ। ਅਕਾਲੀ ਦਲ ਦੇ ਵਿੱਚ ਕਿਸੇ ਮੌਕੇ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਹੁੰਦਾ ਸੀ, ਇੱਕ ਉਹਦੇ ਵਿਚਾਰ ਹੁੰਦੇ ਸੀ। ਅਕਾਲ ਤਖਤ ਦਾ ਜਥੇਦਾਰ ਹੁੰਦਾ ਸੀ, ਇੱਕ ਉਹਦੇ ਵਿਚਾਰ ਹੁੰਦੇ ਸੀ। ਇੱਕ ਪਾਰਟੀ ਦਾ ਪ੍ਰਧਾਨ ਹੁੰਦਾ ਸੀ, ਉਹਦੇ ਵਿਚਾਰ ਹੁੰਦੇ ਸੀ। ਇੱਕ ਮੁਖੀ ਹੁੰਦਾ ਸੀ, ਉਹਦੇ ਹੁੰਦੇ ਸੀ। ਹੁਣ ਕੀ ਆ ਜੀ, ਸਾਰਾ ਕੁਝ ਬਾਦਲ ਦੀ ਮੁੱਠੀ 'ਚ, ਬਾਦਲ ਪਰਿਵਾਰ ਸਾਰਾ ਕੁਝ ਆ ਗਿਆ। ਦੂਜੀਆਂ ਪਾਰਟੀਆਂ ਨੇ ਜਿਹੜੀ ਉਹਨਾਂ ਦੇ ਵਿੱਚ ਵੀ ਭਾਰਤੀ ਜਨਤਾ ਪਾਰਟੀ ਬਾਰੇ ਕਿਹਾ ਜਾਂਦਾ ਸੀ ਡੈਮੋਕ੍ਰੇਟਿਕ ਕਾਡਰਵਿਸਟ ਪਾਰਟੀ ਆ, ਪਰ ਜੋ ਭਾਰਤੀ ਜਨਤਾ ਪਾਰਟੀ 'ਚ ਹੋ ਰਿਹਾ, ਜਿਵੇਂ ਕਹਿੰਦੇ ਹੁਣ ਮੋਦੀ ਤੇ ਅਮਿਤ ਸ਼ਾਹ ਜਿਹੜੇ ਆਲੇ ਨਾਲ ਆ, ਇਹਦੀਆਂ ਚਲੋ ਇੰਪਲੀਕੇਸ਼ਨ ਸਾਹਮਣੇ ਆਉਣਗੀਆਂ। ਮੈਂ ਇਹਨੂੰ ਬੜਾ ਏਜੰਡੇ 'ਚ ਨਹੀਂ ਹਲੇ ਲਿਆਉਣਾ ਚਾਹੁੰਦਾ। ਸੋ ਇਸ ਕਰਕੇ ਅਸਲ ਦੇ ਵਿੱਚ ਜਿਹੜਾ ਵੀ ਬੰਦਾ ਬੋਲਦਾ, ਜਿਹੜਾ ਵੀ ਬੰਦਾ ਕੋਈ ਗੱਲ ਕਰਦਾ, ਹਰ ਇੱਕ ਨੂੰ ਇਹ ਬਾਗੀ ਕਹਿੰਦੇ ਆ। ਦੂਜੀ ਗੱਲ, ਉਹਦੇ ਵਿਚਾਰਾਂ ਤੇ ਨਹੀਂ ਕੇਂਦਰਿਤ ਕਰਦੇ। ਜਿਹੜਾ ਵੀ ਬੋਲਦਾ ਉਹਦੇ ਦਾ ਭੁੱਖਾ, ਮੁੱਖ ਮੰਤਰੀ ਦਾ ਭੁੱਖਾ, ਲੀਡਰ ਬਣਨਾ ਚਾਹੁੰਦਾ। ਇਹਦਾ ਮਤਲਬ ਵਿਚਾਰਾਂ ਤੇ ਲਿਆਉਣਾ, ਇੱਕ ਮਿੰਟ, ਵਿਚਾਰਾਂ ਤੇ ਲਿਆਉਣਾ। ਮਾਈਨਿੰਗ ਪਾਲਿਸੀ, ਸੱਭਿਆਚਾਰਕ ਪਾਲਿਸੀ, ਮੈਂ ਇਹਨਾਂ ਵਿਚਾਰਾਂ ਤੇ ਆ ਰਿਹਾ। ਜਿਹੜੇ ਉਹਨਾਂ ਨੇ ਕਿਹਾ ਸੀਗਾ ਬੇਅਦਬੀ ਦੇ ਮੁੱਦੇ ਤੇ ਇਹਦਾ ਮਸਲਾ ਹੱਲ ਹੋ ਗਿਆ, ਝੋਲੀ ਅੱਡੀ ਸੀਗੀ, ਤੁਸੀਂ ਇਹਨਾਂ ਵਿਚਾਰਾਂ ਦੀ ਗੱਲ ਕਰ ਰਹੇ ਹੋ। ਮੈਂ ਇਹੀ ਕਹਿ ਰਿਹਾ ਜੀ ਵੀ ਪਾਰਟੀਆਂ ਦੇ ਕਰੈਕਟਰ ਬਣ ਗਿਆ ਵੀ ਜਿਹੜਾ ਬੰਦਾ ਇਹ ਕਹਿੰਦਾ ਵੀ ਜੋ ਤੁਸੀਂ ਵਾਅਦੇ ਕੀਤੇ ਆ ਮੁੱਕਰ ਰਹੇ ਹੋ, ਆਪਣੀ ਲਾਈਨ ਤੋਂ ਲੈ ਰਹੇ ਹੋ, ਜਾਂ ਆਹ ਗੱਲ ਤੁਸੀਂ ਲੋਕ ਪੱਖੀ ਨਹੀਂ ਕਰਦੇ, ਉਹਨੂੰ ਕਹਿੰਦੇ ਨੇ ਇਹ ਅਹੁਦੇ ਦਾ ਭੁੱਖਾ ਜੀ। ਮੈਂ ਕਹਿੰਦਾ ਜਗਮੀਤ ਬਰਾੜ ਆ ਜੀ, ਵੀਰ ਦਵਿੰਦਰ ਆ, ਸੁਖਪਾਲ ਖਹਿਰਾ, ਤੁਸੀਂ ਵਿਅਕਤੀਗਤ ਤੌਰ ਤੇ ਪਾਰਟੀ ਦੇ ਵਿੱਚੋਂ ਜਿਹੜਾ ਵੀ ਬੰਦਾ ਇਨੀਸ਼ੀਏਟਿਵ ਲੈਣ ਵਾਲਾ ਹੁੰਦਾ, ਉਹਨੂੰ ਤੁਸੀਂ ਲੋਕਾਂ ਦੇ ਸਾਹਮਣੇ ਹਊਆ ਬਣਾ ਕੇ ਖੜਾ ਕਰ ਦਿੰਦੇ ਹੋ। ਇਹ ਲੋਕ ਸੀ ਜਿਹੜੇ ਇਹ ਪਾਰਟੀਆਂ ਦਾ ਜਿਹੜਾ ਬਦਲਿਆ ਹੋਇਆ ਕਲਚਰ ਆ, ਉਹਦੇ ਸ਼ਿਕਾਰ ਲੋਕ ਨੇ। ਸਿੱਧੂ ਸਾਹਿਬ ਨੂੰ ਤੁਸੀਂ ਚੌਥੇ ਨੰਬਰ ਤੇ ਲਿਆਂਦਾ ਦਾ ਮਤਲਬ ਦੂਜੀ ਗੱਲ, ਹਾਂ ਬਿਲਕੁਲ। ਮੈਂ ਜਗਮੀਤ ਸਿੰਘ ਬਰਾੜ, ਸੁਖਪਾਲ ਸਿੰਘ ਖਹਿਰਾ, ਹਾਲੇ ਨਹੀਂ ਮੈਂ ਲੈ ਕੇ ਜਿਹਨਾਂ ਨਾਮ ਲਿੱਤੇ ਆ, ਹਾਲੇ ਨਹੀਂ ਮੈਂ ਲੈ ਕੇ ਤੁਸੀਂ ਉਹਨਾਂ ਦਾ ਜ਼ਿਕਰ ਕੀਤਾ ਮਾਲੀ ਸਾਹਿਬ, ਇਹਦਾ ਮਤਲਬ ਸਿੱਧੂ ਸਾਹਿਬ ਨੂੰ ਤੁਸੀਂ ਉਹਨਾਂ ਦੀ ਕਤਾਰ ਵਿੱਚ ਸ਼ਾਮਲ ਕਰੀ ਬੈਠੇ। ਜਿਵੇਂ ਪਾਰਟੀਆਂ ਨੇ ਉਹਨਾਂ ਨੂੰ ਦੇਖੋ, ਬੰਦਿਆਂ ਨੇ ਕੀ ਬੁਰਾ ਕਰਤਾ ਜੀ ਦੇਸ਼ ਦਾ, ਪੰਜਾਬ ਦਾ, ਕਿਹੜੀ ਗੱਲ ਉਹਨਾਂ ਨੇ ਗਲਤ ਕਰ ਲਈ? ਜੇ ਨਾ ਉਹਨਾਂ ਨੇ ਪਾਰਟੀਆਂ ਨੇ ਵਿੱਚੇ ਚੈਲੰਜ ਕੀਤੇ ਨੇ ਨਾ ਜੀ, ਕੋਈ ਪਾਰਟੀ ਆਪਦੇ ਆਪ ਨੂੰ ਕਿਤੇ ਚੈਲੰਜ ਨੂੰ ਸੁਣਨ ਨੂੰ ਤਿਆਰ ਨਹੀਂ। ਇਸੇ ਕਰਕੇ ਮੈਂ ਕੇਜਰੀਵਾਲ ਦੀ ਉਦਾਹਰਨ ਦਿੱਤੀ ਸੀ, ਜਿਹੜਾ ਵੀ ਬੋਲਦਾ ਉਹ ਮੁੱਖ ਮੰਤਰੀ ਬਣਨਾ ਚਾਹੁੰਦਾ ਜੀ। ਦੂਜੀ ਗੱਲ ਜਿਹੜੀ ਤੁਸੀਂ ਕਹਿੰਦੇ, ਦੂਜੀ ਗੱਲ ਆ ਵਿਚਾਰਾਂ ਦਾ ਰੌਲਾ। ਸਿੱਧੂ ਸਾਹਿਬ ਲਗਾਤਾਰ ਵੱਖਰੇ ਵਿਚਾਰ ਰੱਖਦੇ ਨੇ ਬਹੁਤ ਸਾਰੇ ਮਾਮਲਿਆਂ। ਭਾਰਤੀ ਜਨਤਾ ਪਾਰਟੀ ਨਾਲ ਉਹਨਾਂ ਦਾ ਰੌਲਾ ਰਿਹਾ ਵੀ ਪੰਜਾਬ 'ਚ ਸਾਨੂੰ ਕਿਵੇਂ ਵਿਚਰਨਾ ਚਾਹੀਦਾ, ਕੀ ਕਰਨਾ ਚਾਹੀਦਾ। ਹਰਿਆਣੇ ਦੇ ਵਿੱਚ ਉਹ ਮਤਲਬ ਨਸ਼ਿਆਂ ਦੇ ਖਿਲਾਫ ਅਕਾਲੀਆਂ ਦੀਆਂ ਜੋ ਗਲਤੀਆਂ ਸੀ, ਜਿਹੜੇ ਪੰਜਾਬ ਦੀ ਭਾਰਤੀ ਜਨਤਾ ਪਾਰਟੀ ਇੱਥੇ ਤਾੜੀਆਂ ਮਾਰਦੀ ਸੀ। ਮਾਲੀ ਸਾਹਿਬ ਠੀਕ ਹੈ ਗੱਲ ਤੁਹਾਡੀ ਮਾਲੀ ਸਾਹਿਬ, ਪਰ ਨਵਜੋਤ ਕੌਰ ਸਿੱਧੂ ਨੇ ਸੀਪੀਐਸ ਉਹਦਾ ਤਾਂ ਨਹੀਂ ਛੱਡਿਆ ਫਿਰ। ਉਦੋਂ ਗੱਲ ਕੀ ਹੋਈ, ਮੈਂ ਉਹਦੀ ਛੱਡਣ ਗੱਲ, ਉਹਨੇ ਨਹੀਂ ਛੱਡਿਆ। ਮੈਂ ਕਹਿੰਦਾ ਹੁਣ ਲੜਾਈ ਹੋਰ ਤਰ੍ਹਾਂ ਨਹੀਂ, ਜੇ ਲੜਾਈ ਉਦੋਂ ਦੀ ਤੁਸੀਂ ਗੱਲ ਕਰਦੇ ਹੋ ਮਾਲੀ ਸਾਹਿਬ, ਉਦੋਂ ਤਾਂ ਛੱਡ ਕੇ ਲੜਾਈ ਚਾਹੁੰਦੇ ਨਾ ਫਿਰ। ਇਹ ਕਿਤੇ ਦੇਖੋ ਜੀ, ਮੇਰੀ ਗੱਲ ਅਕਾਲੀ ਦਲ ਸਵਾਲ ਚੁੱਕਦਾ ਸੀਗਾ, ਅਕਾਲੀ ਦਲ ਸਵਾਲ ਚੁੱਕਦਾ ਸੀਗਾ। ਨਹੀਂ, ਮੇਰੀ ਜਿਹੜਾ ਵੀ ਬੰਦਾ, ਉਹ ਕੀ ਲੋਕਾਂ ਨੇ ਨਹੀਂ ਜੀ ਚੁਣਿਆ? ਉਹਦਾ ਕੋਈ ਆਪਦਾ ਰੋਲ ਨਹੀਂ। ਉਹਨੂੰ ਕਹਿੰਦੇ ਉਹਦਾ ਛੱਡ ਕੇ ਤੂੰ ਰੜੇ ਮੈਦਾਨ ਖੜ ਕੇ ਲੜ। ਸਾਰੇ ਹਥਿਆਰ ਤੁਸੀਂ ਕਹਿੰਦੇ ਸਾਡੇ ਕੋਲੇ ਆ, ਸਾਡੇ ਹਥਿਆਰ ਸਾਨੂੰ ਵਾਪਸ ਦੇ ਦੇ, ਨੰਗੇ ਧੜ ਲੜ। ਇਹ ਸਵਾਲ ਗਲਤ ਹੈ। ਅਸਲ ਗੱਲ ਤੇ ਮੈਂ ਆਉਣਾ, ਨਵਜੋਤ ਸਿੰਘ ਸਿੱਧੂ ਦੇ ਸਿੱਧੂ ਸਾਹਿਬ ਦੇ ਲਈ ਲੜਾਈ ਦੇ ਮੌਕੇ ਪਏ ਆ, ਫਿਰ ਸਿੱਧੂ ਸਾਹਿਬ ਅਸਤੀਫਾ ਕਿਉਂ ਦੇਈ ਬੈਠੇ ਮਾਲੀ ਸਾਹਿਬ? ਫਿਰ ਅਸਤੀਫਾ ਦੇਖੋ, ਇੱਕ ਲੜਾਈ ਦਾ ਪ੍ਰੋਸੈਸ ਆ, ਇੱਕ ਲੜਾਈ ਦਾ ਅਮਲ ਆ ਨਾ ਜੀ। ਲੜਾਈ ਦਾ ਅਮਲ ਇਹ ਥੋੜਾ ਹੁੰਦਾ ਵੀ ਮੈਂ ਤਾਂ ਛੱਡ ਕੇ ਸਾਰਾ ਕੁਝ ਚੱਲਿਆ। ਉਹ ਪਾਰਟੀ ਲੜਾਈ ਹਾਰੇ ਨਹੀਂ ਸਿੱਧੂ ਸਾਹਿਬ। ਮੈਂ ਕਹਿੰਦਾ ਹਾਰਨ ਜਿੱਤਣੇ ਅੱਡ ਗੱਲ ਆ। ਮੈਂ ਜਿਹੜੀ ਗੱਲ ਅਖਲਾਕੀ ਤੌਰ ਦੇ ਉੱਤੇ ਅਜੇ ਤੱਕ ਨਹੀਂ ਹਰਿਆ। ਓਕੇ, ਕੱਲ ਦਾ ਕੋਈ ਪਤਾ ਨਹੀਂ ਕਿ ਕੱਲ ਹਾਰ ਜਾਵੇ। ਦੇਖੋ ਮੇਰੀ ਗੱਲ ਸੁਣੋ, ਕਿਹਨੂੰ ਨਹੀਂ ਪਤਾ ਵੀ ਨਵਜੋਤ ਸਿੰਘ ਸਿੱਧੂ ਇਸ ਗੱਲ ਖਾਤਰ ਲਗਾਤਾਰ ਲੜ ਰਿਹਾ ਵੀ ਬਾਦਲਾਂ ਦੀ ਕਰਪਸ਼ਨ ਦੇ ਖਿਲਾਫ ਜਾਂਚ ਕਰਾਓ। ਹਾਂ, ਲੈ ਕੇ ਆਏ ਨਾ ਸਾਰੇ ਮਸਲੇ। ਦੂਜੀ ਗੱਲ, ਇਹ ਮਸਲਾ ਸਰ ਮੇਰੀ ਗੱਲ, ਸਰ ਇੱਕ ਮਿੰਟ ਦੇ ਦਿਓ, ਸਿਰਫ 1 ਮਿੰਟ। ਐਕਸਾਈਜ਼ ਪਾਲਿਸੀ ਅੱਡ ਲੈ ਕੇ ਆਇਆ, ਉਹ ਸੈਂਡ ਪਾਲਿਸੀ ਅੱਡ ਲੈ ਕੇ ਆਇਆ, ਕਲੋਨੀਆਂ ਵਾਲੇ ਅੱਡ ਲੈ ਕੇ ਆਇਆ। ਉਹਨੇ ਕਿਹਾ ਵਾਅਦੇ ਪੂਰੇ ਕਰੋ, ਬੇਅਦਬੀਆਂ ਬਾਰੇ ਲੈ ਕੇ ਆਇਆ। ਤੁਸੀਂ ਮੈਨੂੰ ਅੱਜ ਇਹ ਦੱਸੋ, ਸਾਰੇ ਪੰਜਾਬ ਕਹਿੰਦਾ ਵੀ ਬਾਦਲ ਕਿਤੇ ਅਕਾਲੀ ਰਲ ਗਏ, ਬਾਦਲ ਕਿਤੇ ਕੈਪਟਨ ਕੇ ਰਲ ਗਏ। ਕੈਪਟਨ ਦੀਆਂ ਨੀਤੀਆਂ ਪਾਲਿਸੀਆਂ ਅਕਾਲੀਆਂ ਨਾਲੋਂ ਕਿੱਥੇ ਕੰਨੇ ਬਿੰਦੀ ਵਾਲੇ ਫਰਕ ਨੇ? ਜੇ ਖਜ਼ਾਨਾ ਪਹਿਲਾਂ ਖਾਲੀ ਸੀ, ਲੁੱਟਿਆ ਜਾ ਰਿਹਾ ਸੀ, ਉਵੇਂ ਹੁਣ ਲੁੱਟਿਆ ਜਾ ਰਿਹਾ। ਸਿੱਧੂ ਸਾਹਿਬ ਨੇ ਵੀ ਇਹੀ ਕਿਹਾ ਸੀ। ਬਸ ਠੀਕ ਆ, ਫਿਰ ਸਿੱਧੂ ਸਾਹਿਬ ਨੇ ਵੀ ਇਹੀ ਕਿਹਾ ਸੀ। ਮੈਂ ਕਹਿੰਦਾ ਇਹੀ ਮਸਲੇ ਨੇ ਇਹੀ ਵਿਵਾਦ ਦੀ ਵਜ੍ਹਾ, ਇਹੀ ਵਿਵਾਦ, ਅਸਲ ਵਿਵਾਦ ਦੀ ਵਜ੍ਹਾ ਆਪਾਂ ਕੀ ਚਾਹੁੰਦੇ ਆ, ਪਾਰਟੀਆਂ ਕੀ ਚਾਹੁੰਦੀਆਂ ਨੇ ਵੀ ਉਹਦੇ ਮਸਲੇ ਇਸ਼ੂ ਨਾ ਬਣਨ। ਇਹ ਬਣ ਜੇ ਉਹ ਤਾਂ ਮੁੱਖ ਮੰਤਰੀ ਬਣਨਾ ਚਾਹੁੰਦਾ, ਕਿਉਂ ਜੀ? ਕਿਸੇ ਨੇ ਪਟਾ ਲਿਖਾਇਆ ਹੋਇਆ, ਕਿਉਂ ਨਹੀਂ ਬਣਨਾ ਚਾਹੁੰਦਾ? ਚਲੋ ਇੱਕ ਛੋਟਾ ਬ੍ਰੇਕ ਲੈਣੇ, ਬ੍ਰੇਕ ਤੋਂ ਵਾਪਸ ਆਵਾਂਗੇ। ਕਾਂਗਰਸ ਦਾ ਬੁਲਾਰਾ ਇੱਥੇ ਹੁੰਦਾ ਤੇ ਸ਼ਾਇਦ ਉਹਨੇ ਵੀ ਇਹ ਗੱਲਾਂ ਨਹੀਂ ਕਹਿਣੀਆਂ ਸੀ, ਕਿਉਂਕਿ
ਪਾਰਟੀ ਦੇ ਵਿੱਚ ਜਦੋਂ ਵਿਚਾਰਧਾਰਾ ਤੇ ਰੋਲਾ ਪੈਂਦਾ ਹੈਗਾ ਤੇ ਫਿਰ ਨਵਜੋਤ ਸਿੰਘ ਸਿੱਧੂ ਵਰਗੇ ਜਿਹੜੇ ਬੰਦੇ ਹੈਗੇ ਜਦੋਂ ਬੋਲਦੇ ਆ ਤੇ ਫਿਰ ਉਹਨਾਂ ਤੇ ਇਹ ਤੋਹਮਤ ਲੱਗਦੀ ਹੈ ਕਿ ਉਹ ਅਹੁਦਾ ਚਾਹੁੰਦਾ ਹੈਗਾ, ਉਹ ਓਵਰ ਐਂਬੀਸ਼ੀਅਸ ਹੈਗਾ। ਬਹੁਤ ਸਾਰੇ ਸਵਾਲ ਹੈਗੇ ਆ। ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਬਣੇ ਤੇ ਉਹਨਾਂ ਨੂੰ ਸਿੱਧੂ ਸਾਹਿਬ ਤੋਂ ਕਿਉਂ ਖਤਰਾ ਮਹਿਸੂਸ ਹੋਣ ਲੱਗ ਪਿਆ? ਕੈਪਟਨ ਅਮਰਿੰਦਰ ਸਿੰਘ ਤੇ ਵੀ ਸਵਾਲ ਹੈ ਕਿ ਕੈਪਟਨ ਅਮਰਿੰਦਰ ਸਿੰਘ ਸਿੱਧੂ ਸਾਹਿਬ ਤੇ ਸਵਾਲਾਂ ਦਾ ਜਵਾਬ ਨਹੀਂ ਦੇਣਾ ਚਾਹੁੰਦੇ ਸੀ। ਸਿੱਧੂ ਸਾਹਿਬ ਜਿਹੜੇ ਸਵਾਲ ਚੁੱਕਦੇ ਸੀ ਉਹਨਾਂ ਤੇ ਕਾਰਵਾਈ ਨਹੀਂ ਕਰਨਾ ਚਾਹੁੰਦੇ ਸੀ। ਅਸਲ ਵਜ੍ਹਾ ਕੀ ਹੈ ਕਿ ਕੋਸ਼ਿਸ਼ ਕਰ ਰਹੇ ਹਾਂ ਕਿ ਉਹਨਾਂ ਨੂੰ ਟਟੋਲਿਆ ਜਾਵੇ। ਬ੍ਰੇਕ ਤੋਂ ਵਾਪਸ ਆ ਰਹੇ ਹਾਂ ਤੇ ਸਵਾਲ ਇਹੀ ਦੁਬਾਰਾ ਪੁੱਛਾਂਗੇ, ਕੌਣ ਕੈਪਟਨ ਕਰੇਗਾ ਸਿੱਧੂ ਦਾ ਸਵਿਚ ਔਨ ਜਾਂ ਆਫ? ਸਵਾਲ ਅਸੀਂ ਇਹ ਪੁੱਛਣੇ, ਰਾਹੁਲ ਦਾ ਕੈਪਟਨਸ਼ਿਪ ਤੋਂ ਅਸਤੀਫਾ ਮਨਜ਼ੂਰ, ਸਿੱਧੂ ਦੇ ਅਸਤੀਫੇ ਦੀ ਕੈਪਟਨ ਦੀ ਕੁੰਡੀ ਕਿਉਂ ਫਸੀ? ਸਿੱਧੂ ਸਾਹਿਬ ਦੇ 9 ਨਾਰਾਜ਼ਗੀਆਂ ਦੀ ਅਸੀਂ ਗੱਲ ਕਰ ਰਹੇ ਹਾਂ। ਬਾਲੀ ਸਾਹਿਬ, ਤੁਸੀਂ ਤਾਂ ਕੈਪਟਨ ਸਾਹਿਬ ਨੂੰ ਵੀ ਬੜੇ ਚੰਗੀ ਤਰ੍ਹਾਂ ਜਾਣਦੇ, ਬੜਾ ਲੰਬਾ ਸਮਾਂ ਤੁਸੀਂ ਕੰਮ ਕੀਤਾ ਹੈਗਾ। ਮਾਫ ਕਰਨਾ, ਮੈਂ ਤੁਹਾਡੀ ਪਿਛਲੀ ਪਾਰਟੀ ਦਾ ਜ਼ਿਕਰ ਕਰ ਰਿਹਾ ਹਾਂ। ਕੋਈ ਗੱਲ ਨਹੀਂ। ਬਾਲੀ ਸਾਹਿਬ, ਸਵਾਲ ਇਸ ਕਰਕੇ ਹੈ ਕਿ ਕੈਪਟਨ ਸਾਹਿਬ ਤਾਂ ਹਮੇਸ਼ਾ ਖੁੰਡੇ ਵਾਲੀ ਸਿਆਸਤ ਕਰਦੇ ਰਹੇ। ਹੁਣ ਕੈਪਟਨ ਸਾਹਿਬ ਅਸਤੀਫਾ ਮਨਜ਼ੂਰ ਕਰਨ ਵੇਲੇ ਕੁੰਡੀ ਕਿਹੜੀ ਫਸਾਈ ਬੈਠੇ ਆ? ਵਜ੍ਹਾ ਹੈ ਕੀ ਹੈ? ਦੇਖੋ, ਗੱਲ ਇਹ ਹੈਗੀ ਕਿ ਕੈਪਟਨ ਸਾਹਿਬ ਉਹਨਾਂ ਦਾ ਅਸਤੀਫਾ ਮਨਜ਼ੂਰ ਕਰਨ ਜਾਂ ਨਾ ਕਰਨ, ਮੈਂ ਜਿਹੜੇ ਸਰਦਾਰ ਸਾਹਿਬ ਗੱਲਾਂ ਕਰ ਰਹੇ ਸੀ, ਮੈਂ ਉਹਨਾਂ ਦੀਆਂ ਗੱਲਾਂ ਦਾ ਜਵਾਬ ਜ਼ਰੂਰ ਦੇਵਾਂਗਾ। ਤੁਸੀਂ ਕਹਿੰਦੇ ਹੋ ਕਿ ਕਿਸੇ ਦੀ ਵਿਰਾਸਤ ਹੈ ਕਿ ਚੀਫ ਮਿਨਿਸਟਰ ਤੋਂ ਬਿਨਾਂ ਸਿੱਧੂ ਜੀ ਵਿਰਾਸਤ ਹੈ ਕਿ ਉਹਨੂੰ ਚੀਫ ਮਿਨਿਸਟਰ ਉਹਨੂੰ ਹੀ ਬਣਾਉਣਾ ਹੋਵੇ। ਹੋਰ ਕਾਂਗਰਸ 'ਚ ਬੜੇ ਬੰਦੇ ਬੈਠੇ ਨੇ, ਉਹਨਾਂ ਨੂੰ ਕਿਉਂ ਨਹੀਂ ਬਣਾ ਸਕਦੇ ਤੁਸੀਂ ਚੀਫ ਮਿਨਿਸਟਰ? 2 ਸਾਲ ਪਹਿਲੇ ਪਾਰਟੀ ਦੇ ਵਿੱਚ ਆਇਆ ਔਰ 2 ਮਹੀਨੇ ਪਹਿਲੇ ਪਾਰਟੀ ਦੇ ਵਿੱਚ ਆਇਆ। ਉਹ ਕਾਂਗਰਸ ਪਾਰਟੀ ਜਦੋਂ ਆਈ ਹੈ ਤਾਂ ਉਹਨੂੰ ਮੁੱਖ ਮੰਤਰੀ ਦੀ ਸੀਟ ਦੇ ਦਿੱਤੀ। ਕਿਉਂ? 40 ਸਾਲ ਦੇ ਲੋਕ ਲੱਗੇ ਹੋਏ ਨੇ, 8 ਵਾਰੀ ਮੁੱਖ MLA ਬਣੇ ਹੋਏ ਨੇ। ਜੇ ਬੀਜੇਪੀ ਨੇ ਉਹਨੂੰ 4 ਵਾਰੀ ਦਿੱਤੀ ਸੀ, ਜਿਹੜੀ ਸੀਟ ਦਿੱਤੀ ਸੀ, 3 ਵਾਰੀ ਮੈਂਬਰ ਪਾਰਲੀਮੈਂਟ ਉਹਨੂੰ ਲੋਕ ਸਭਾ ਬਣਾਇਆ ਔਰ 1 ਵਾਰੀ ਉਹਨੂੰ ਰਾਜ ਸਭਾ ਮੈਂਬਰ ਬਣਾਇਆ, ਉਹਨੂੰ ਪਾਰਟੀ ਛੱਡ ਕੇ ਆ ਗਿਆ। ਕਿਹੜੇ ਮਸਲੇ ਸੀ? ਅੱਜ ਬਰਗਾੜੀ ਦੀ ਗੱਲ, ਜੋ ਮਹਾ ਗੁਨਾਹ ਜੋ ਬਰਗਾੜੀ ਦਾ ਹੋਇਆ, ਮੈਂ ਅਕਾਲੀ ਦਲ ਦਾ ਨੁਮਾਇੰਦਾ, ਮੈਂ ਕਹਿੰਦਾ ਕਿ ਹਾਂ ਮਹਾ ਗੁਨਾਹ ਹੋਇਆ, ਤੇ ਫਿਰ ਇਹਨੂੰ 84 ਦੀ ਵੀ ਗੱਲ ਕਰਨੀ ਚਾਹੀਦੀ ਹੈ ਕਿ ਜਿਨ੍ਹਾਂ ਦੇ ਅੰਦਰ ਨਿਹੱਥੇ ਲੋਕ ਮਾਰੇ ਗਏ, ਜਿਨ੍ਹਾਂ ਅੰਦਰ ਹਰਮੰਦਰ ਸਾਹਿਬ ਦੇ ਅੰਦਰ ਹਮਲੇ ਹੋਏ, ਕਿਆ ਉਹਦੇ ਤੇ ਗੱਲ ਨਹੀਂ ਕਰ ਸਕਦੇ ਇਹ? ਅੱਜ ਬਰਗਾੜੀ ਦੇ ਉੱਤੇ ਰਾਜਨੀਤੀ ਕਿਉਂ ਕਰਦੇ ਨੇ ਇਹ? ਕਿ ਉਹਨਾਂ ਨੂੰ ਬਾਦਲਾਂ ਨੂੰ ਐ ਕਰੋ ਜੀ, ਬਾਦਲਾਂ ਨੂੰ ਐ ਕਰੋ। 84 ਦੇ ਲੋਕਾਂ ਨੂੰ ਕਿਉਂ ਨਹੀਂ ਕਹਿੰਦੇ ਜਿਹੜੇ ਕਾਂਗਰਸ ਦੇ ਅੰਦਰ ਲੋਕ ਬੈਠੇ ਹੋਏ ਨੇ? ਔਰ ਇਹਨਾਂ ਨੇ ਕੋਈ ਪਤਾ ਲਗਾ ਲਿਆ ਕਿ ਇਹਨਾਂ ਨੂੰ ਮੁੱਖ ਮੰਤਰੀ ਬਣਾ ਦਿਓ ਪੰਜਾਬ ਦਾ? ਕਿਉਂ ਬਣਾ ਦਿਓ? ਹੋਰ ਵੀ ਬਹੁਤ ਬੰਦੇ ਬੈਠੇ ਨੇ। ਤੁਸੀਂ ਆਓ, ਪਾਰਟੀ ਦੇ ਅੰਦਰ ਸੇਵਾ ਕਰੋ ਲੋਕਾਂ ਦੀ, ਲੋਕਾਂ ਦੇ ਨਾਲ ਚੱਲੋ, ਲੋਕਾਂ ਦੇ ਅੰਦਰ ਵਿਚਰੋ ਆ ਕੇ। ਇਹਨਾਂ ਨੂੰ ਤੇ ਜਿਹੜਾ ਯੂਨਾਈਟਿਡ ਅਕਾਲੀ ਦਲ ਹੈਗਾ, ਜਿਹੜਾ ਸ਼੍ਰੋਮਣੀ ਅਕਾਲੀ ਦਲ ਯੂਨਾਈਟਿਡ ਹੀ ਹੈ ਜੀ ਇਹ। ਹਾਂਜੀ, ਟਕਸਾਲੀ, ਸੌਰੀ, ਇਹ ਆਪਣੇ ਆਪ ਨੂੰ ਇਹ ਕਹਿੰਦੇ ਨੇ। ਅੱਜ ਇਹਨਾਂ ਨੂੰ ਉਹਦੀ ਲੋੜ ਹੈ, ਇਸ ਕਰਕੇ ਇਹ ਕਹਿੰਦੇ ਨੇ ਕਿ ਅਜੇ ਆਮ ਆਦਮੀ ਪਾਰਟੀ ਦੇ ਕੋਲੋਂ ਗਿਆ ਸੀ ਕਿ ਜੀ ਮੈਨੂੰ ਮੁੱਖ ਮੰਤਰੀ ਬਣਾ ਦਿਓ, ਉਦੋਂ ਬਣਾ ਦਿੰਦੇ। ਖੈਰੇ ਹੋਰਾਂ ਦੀ ਤੁਸੀਂ ਗੱਲ ਕਰਦੇ ਹੋ, ਪਹਿਲੇ ਕਾਂਗਰਸ ਪਾਰਟੀ, ਫਿਰ ਆਮ ਆਦਮੀ ਪਾਰਟੀ, ਹੁਣ 40,000 ਵੋਟ ਪਈ ਹੈ ਉਹਨੂੰ। ਇਹਨਾਂ ਦਾ ਤੇ ਪਤਾ ਨਹੀਂ ਲੱਗਾ ਕਿੱਥੇ ਗਏ ਨੇ ਇਹ। ਤੁਸੀਂ ਆਮ ਆਦਮੀ ਸਰ, ਦੇਖੋ ਤੇ ਕਾਲੀ ਦਲ ਕਿੱਥੇ ਗਿਆ? ਸਰ ਜਿੱਦੇ ਤੁਸੀਂ ਬੁਲਾ ਰਹੇ ਹੋ ਉਹ ਕਿੱਥੇ ਆ? ਮੈਂ ਤਾਂ ਫਿਰ ਮੈਂ ਬੋਲਾਂ ਜੀ, ਕਿੱਥੇ ਆ? 8 ਜਿੱਤਣ ਤੋਂ ਬਾਅਦ ਵੀ 2 ਜਿੱਤਣ ਤੋਂ ਬਾਅਦ ਸੈਂਟਰ ਦੇ ਮੰਤਰੀ ਬਣ ਗਏ ਅਲਾਈਅੰਸ। ਤੁਸੀਂ ਕਿੱਥੇ ਹੋ ਅੱਜ? ਕਿਵੇਂ ਬਣ ਗਏ? ਲੋਕ ਕਹਿੰਦੇ ਜੀ ਕਿਵੇਂ ਬਣ ਗਏ? ਪੂਰਾ ਪੰਥ ਜਿਹੜਾ ਤੁਸੀਂ ਕਿੱਥੇ ਲਵਾ ਕੇ। ਚਲੋ ਬਾਲੀ ਸਾਹਿਬ, ਤੁਸੀਂ ਆਪਣੀ ਗੱਲ ਕਰ ਲਈ। ਹੁਣ ਬਾਲੀ ਸਾਹਿਬ ਆਪਾਂ ਜਵਾਬ ਲੈ ਲਈਏ। ਗੱਲ ਕਰ ਲੈਂਦੇ ਸਾਨੂੰ, ਤੁਸੀਂ ਪਹਿਲੇ ਗੱਲ ਕਰ ਲੈਂਦੇ, ਤੁਸੀਂ ਕਰ ਲੈਂਦੇ। ਬਾਲੀ ਸਾਹਿਬ ਆਪਾਂ ਜਵਾਬ ਲੈ ਲਈਏ। ਸਰ ਮੈਨੂੰ ਗੱਲ ਕਰ ਲੈਂਦੇ, ਬੋਲੋ, ਗੱਲ ਪੂਰੀ ਕਰ ਲੈਂਦੋ ਪੀਰ ਸਾਹਿਬ, ਗੱਲ ਪੂਰੀ ਜਿਹੜੀ ਇਹ 2 ਬੰਦਿਆਂ ਦੀ ਗੱਲ ਕਰਦੇ ਨੇ ਜੀ, 2 ਬਾਦਲ ਪਰਿਵਾਰ ਜਿੱਤ ਗਿਆ ਜੀ। ਤੁਸੀਂ ਦੱਸੋ 10 13 ਖੜੇ ਕੀਤੇ, ਤੁਹਾਡਾ ਕੋਈ ਜਿੱਤਿਆ? ਕੋਈ ਨਹੀਂ। 13 ਅਸੀਂ ਤਾਂ ਖੜੇ, ਅਸੀਂ ਤਾਂ ਦੇਖੋ ਪਤਾ ਗੱਲ ਤੁਸੀਂ 4 ਖੜੇ ਕੀਤੇ, ਤੁਸੀਂ ਜਿੱਤੇ। ਗੱਲ ਤੁਹਾਨੂੰ ਕਿਸੇ ਨੇ ਵੋਟ ਦਿੱਤੀ, ਤੁਹਾਨੂੰ ਫਿਰ ਵੀ ਪੰਥ ਦੇ ਨਾਲ ਚੱਲਣਾ ਪਏਗਾ, ਤੁਹਾਨੂੰ ਪੰਥ ਦੇ ਨਾਲ ਲੜਨਾ ਪਏਗਾ। ਜਦੋਂ ਤੁਸੀਂ ਇਹ ਪੰਥ, ਜਦੋਂ ਅਕਾਲੀ ਦਲ ਪਾਵਰ 'ਚ ਸੀ, ਤੁਸੀਂ ਸਾਰੇ ਨਾਲ ਸੀ। ਜਦੋਂ ਪਾਵਰ ਤੋਂ ਹਟ ਗਿਆ, ਤੁਸੀਂ ਅਲੱਗ ਹੋ ਗਏ ਸਾਰੇ। ਇਹ ਤਾਂ ਇੱਕ ਨੀਤੀ ਹੈ। ਮਿੰਟ ਬੋਲਣ ਦੇ, ਇਹ ਇੱਕ ਨੀਤੀ ਹੈ। ਠੀਕ ਹੈ ਬਾਲੀ ਸਾਹਿਬ, ਤੁਹਾਡਾ ਪੁਆਇੰਟ ਆ ਗਿਆ। ਹਾਂਜੀ ਪੀਰ ਸਾਹਿਬ, ਦੇਖੋ ਗੱਲ ਇਹ ਆ ਕਿ ਜਿੰਨਾ ਮਰਜ਼ੀ ਤੁਸੀਂ ਉੱਚੀ ਬੋਲ ਲਓ, ਜਿੰਨਾ ਮਰਜ਼ੀ, ਮੇਰੀ ਗੱਲ ਸੁਣੋ, ਮੈਂ ਤੱਥਾਂ ਦੇ ਆਧਾਰ ਤੁਹਾਨੂੰ ਗੱਲ ਕਰਦਾ ਕਿ ਸ਼੍ਰੋਮਣੀ ਅਕਾਲੀ ਦਲ ਜਿਹੜਾ ਸੀ, ਜਿਹੜਾ 14 ਦਸੰਬਰ 1920 ਨੂੰ ਬਣਿਆ ਸੀ, ਜਿਹਨੂੰ 100 ਸਾਲ ਹੋ ਜਾਣੇ 2020 ਦੇ ਵਿੱਚ, 14 ਦਸੰਬਰ ਨੂੰ, ਉਹ ਅਕਾਲੀ ਦਲ ਜਿਹੜਾ ਹੈ ਉਹ ਖਤਮ ਕਰ ਦਿੱਤਾ ਬਾਦਲ ਪਰਿਵਾਰ ਨੇ। ਅੱਜ ਬਾਦਲ ਪਰਿਵਾਰ ਹੀ ਜਿੱਤਿਆ, ਅਕਾਲੀ ਦਲ ਨਹੀਂ ਜਿੱਤਿਆ। ਅਕਾਲੀ ਦਲ ਹਾਰ ਗਿਆ ਸਾਰੇ ਪੰਜਾਬ ਦੇ ਵਿੱਚ। ਅਕਾਲੀ ਦਲ ਹਾਰ ਗਿਆ। ਮੈਂ ਜਿਹੜੀ ਗੱਲ ਕਰਦਾ, ਇਹਨਾਂ ਨੂੰ ਆਪਣੀ ਡਿਬੇਟ ਦੇ ਵਿੱਚ ਸਿੱਧੂ ਬਨਾਮ ਬਾਦਲ ਵੀ ਹੈ। ਜਿੱਥੋਂ ਤੱਕ ਮੈਂ ਉਹੀ ਡਿਬੇਟ ਕਰ ਲਓ, ਮੈਂ ਗੱਲ ਕਰਦਾ, ਜਿੱਥੋਂ ਤੱਕ ਨਵਜੋਤ ਸਿੰਘ ਸਿੱਧੂ ਦੀ ਗੱਲ ਹੈ, ਅਸੀਂ ਉਹਨਾਂ ਦੇ, ਮੈਂ ਪਹਿਲਾਂ ਗੱਲ ਕਹਿ ਚੁੱਕਾ, ਵਿਅਕਤੀਗਤ ਉਹਨਾਂ ਦੇ ਕਈ ਮਸਲਿਆਂ ਦੇ ਉੱਤੇ ਜਿੱਥੇ ਉਹ ਆਪਣੇ ਅੰਦਰ ਅੰਧ ਵਿਸ਼ਵਾਸ ਲੈ ਕੇ ਚੱਲਦੇ ਨੇ, ਮੌਲੀਆਂ ਬੰਨ੍ਹ ਕੇ ਉਹ ਹਵਨ ਕਰਦੇ ਨੇ ਤੇ ਬੜਾ ਕੁਝ ਇਸ ਤਰ੍ਹਾਂ ਦਾ ਕਰਦੇ ਨੇ ਜਿਹੜਾ ਕਿ ਸਿੱਖੀ ਸਿਧਾਂਤਾਂ ਦੇ ਅਨੁਸਾਰ ਕਿਤੇ ਵੀ ਨਹੀਂ ਢੁਕਦਾ। ਲੇਕਿਨ ਉਹ ਇੱਕ ਪੋਲੀਟੀਸ਼ੀਅਨ ਨੇ ਜਿਨ੍ਹਾਂ ਦਾ ਕੋਈ ਧਰਮ ਨਹੀਂਗਾ। ਉਹਨਾਂ ਦਾ ਧਰਮ ਹੈ ਕਿ ਰਾਜਨੀਤੀ ਕਰਨਾ, ਤੇ ਰਾਜਨੀਤਿਕ ਦੇ ਵਿੱਚ ਜਿਹੜੀਆਂ ਉਹਨੇ ਪੰਜਾਬ ਦੇ ਹਿੱਤ ਵਿੱਚ ਕੁਝ ਚੰਗੀਆਂ ਗੱਲਾਂ ਕੀਤੀਆਂ, ਉਸ ਬਾਰੇ ਅਸੀਂ ਨਵਜੋਤ ਸਿੰਘ ਸਿੱਧੂ ਦੀ ਗੱਲ ਕਰ ਰਹੇ ਹਾਂ। ਕਿਉਂਕਿ ਇੱਕ ਮਨਪ੍ਰੀਤ ਸਿੰਘ ਬਾਦਲ ਸੀ, ਜਿਹੜਾ ਬਾਦਲ
ਪਰਿਵਾਰ ਦਾ ਫਰਜ਼ੰਦ ਸੀ, ਉਹ ਚੁੱਪ ਕਰਕੇ ਬੈਠ ਗਿਆ। ਉਹਨੇ ਕਿਹਾ ਕਿ ਪੰਜਾਬ ਦਾ ਖਜ਼ਾਨਾ ਖਾਲੀ ਹੋ ਗਿਆ। ਜੇ ਕਿਸੇ ਦੂਸਰੇ ਬੰਦੇ ਤੋਂ ਆਸ ਰੱਖਦੇ ਸਾਂ ਤਾਂ ਨਵਜੋਤ ਸਿੰਘ ਸਿੱਧੂ ਸੀ ਜਿਹੜਾ ਬੋਲਿਆ, ਤੇ ਉਹਦੇ ਪਿੱਛੇ ਹਾ ਦਾ ਨਾਰਾ ਮਾਰਨਾ ਕੋਈ ਗੁਨਾਹ ਨਹੀਂ ਹੈਗਾ। ਕੋਈ ਹਾਵਾ ਨਾਰਾ ਠੀਕ ਹੈ। ਹਾਂਜੀ ਗਰੇਵਾਲ ਸਾਹਿਬ, ਸਵਾਲ ਇਹ ਹੈਗਾ, ਰਾਹੁਲ ਗਾਂਧੀ ਸਾਹਿਬ ਦਾ ਕੈਪਟਨਸ਼ਿਪ ਤੋਂ ਅਸਤੀਫਾ ਮਨਜ਼ੂਰ ਹੋ ਗਿਆ, ਉਹ ਧਰਨੇ ਵੀ ਲੱਗੇ, ਹੜਤਾਲਾਂ ਵੀ ਹੋਈਆਂ, ਬੜੇ ਮੋਰਚੇ ਵੀ ਲਾਏ ਕਾਂਗਰਸ ਨੇ, ਪਰ ਫਿਰ ਵੀ ਰਾਹੁਲ ਗਾਂਧੀ ਨੇ ਕੁਰਸੀ ਛੱਡਤੀ ਹੈ। ਸਿੱਧੂ ਸਾਹਿਬ ਦਾ ਅਸਤੀਫਾ ਜਿਹੜਾ ਉਹ ਹੁਣ ਮਨਜ਼ੂਰ ਕਿੰਨੇ ਕਰਨਾ, ਉੱਪਰ ਤਾਂ ਕੋਈ ਪ੍ਰਧਾਨ ਹੈ ਨਹੀਂ। ਮੈਂ ਦੱਸਦਾ, ਪਹਿਲਾਂ ਮੈਂ ਆਪਣੀ ਗੱਲ ਕਰਨਾ। ਲੋਕਤੰਤਰ ਜਿਹੜਾ ਉਹ ਟ੍ਰੈਡੀਸ਼ਨਸ ਤੇ ਬੇਸ ਕਰਦਾ, ਪਰੰਪਰਾਵਾਂ ਤੇ ਆਧਾਰਿਤ ਹੁੰਦਾ। ਉਹਦੇ ਵਿੱਚ ਹੈਲਦੀ ਪਰੰਪਰਾਵਾਂ ਪੈਣੀਆਂ ਚਾਹੀਦੀਆਂ ਨੇ। ਸਿੱਧੂ ਸਾਹਿਬ ਉਹਨਾਂ ਪਰੰਪਰਾ ਦਾ ਵੀ, ਹੈਲਦੀ ਪਰੰਪਰਾਵਾਂ ਦਾ ਵੀ ਜਿਹੜਾ ਹੈਗਾ ਸਨਮਾਨ ਨਹੀਂ ਕਰਦੇ, ਉਹਨਾਂ ਨੂੰ ਫੋਲੋ ਨਹੀਂ ਕਰਦੇ। ਉਹ ਕਿਸ ਤਰ੍ਹਾਂ ਕਿ ਜਿਸ ਤਰ੍ਹਾਂ ਹੁਣ ਉਹਦੇ ਵਿਧਾਨ ਸਭਾ 'ਚ ਬੋਲ ਰਹੇ ਆ, ਵਿਧਾਨ ਸਭਾ ਇੱਕ ਪਵਿੱਤਰ ਸਦਨ ਆ, ਉਸਨੇ ਲਾਅ ਐਂਡ ਆਰਡਰ ਇੰਪਲੀਮੈਂਟ ਕਰਨਾ ਪੰਜਾਬ ਦਾ ਉਹਨਾਂ ਦੇ ਕੋਲ ਆ, ਸਿੱਧਾ ਪੰਜਾਬ ਸਰਕਾਰ ਕੋਲ। ਔਰ ਹੋਰ ਬਹੁਤ ਸਾਰੀਆਂ ਸਮੱਸਿਆਵਾਂ ਨੇ, ਡਰੱਗ ਦੀਆਂ ਸਮੱਸਿਆਵਾਂ ਨੇ। ਕੈਪਟਨ ਸਾਹਿਬ ਜਿਹੜੀ ਸਰਕਾਰ ਲੈ ਕੇ ਆਏ, ਉਹ ਇਹੀ ਗੱਲਾਂ ਕਰਕੇ ਲੈ ਕੇ ਆਏ ਕਿ ਮੈਂ 4 ਹਫ਼ਤਿਆਂ 'ਚ ਨਸ਼ਾ ਖਤਮ ਕਰ ਦੂੰਗਾ। ਪਰ ਇਹ ਕੀ ਕਰਦੇ ਆ, ਨਾ ਇਹ ਕਾਨੂੰਨ ਨੂੰ ਮੰਨਦੇ ਆ, ਨਾ ਹੀ ਨਿਆਂਪਾਲਕਾਂ ਨੂੰ ਮੰਨਦੇ ਆ। ਸਿੱਧਾ ਬਾਦਲਾਂ ਤੇ ਮੁਕੱਦਮਾ ਬਣਾਓ, ਬਾਦਲਾਂ ਨੂੰ ਅੰਦਰ ਕਰੋ। ਉੱਥੇ ਵਿਧਾਨ ਸਭਾ 'ਚ ਆਹ ਕੰਮ ਕਰਦੇ ਆ। ਬਈ ਕੋਈ ਜਾਂਚ ਹੁੰਦੀ ਆ, ਏਜੰਸੀਆਂ ਸਵਾਲ ਉੱਠਦੇ ਆ, ਤਾਂ ਹੀ ਸਵਾਲ ਉੱਠਦੇ ਆ ਕਿ ਤੁਸੀਂ ਰਲ ਕੇ ਖੇਡਦੇ ਪਏ। ਰਲ ਕੇ ਕੁਝ ਨਹੀਂ ਸਿੱਧੂ ਸਾਹਿਬ ਖੇਡਦੇ, ਇਕੱਲੇ ਆ, ਤੁਸੀਂ ਰਲ ਕੇ ਖੇਡਦੇ ਰਲ ਕੇ ਨਹੀਂ ਖੇਡਦੇ। ਉਹ ਤੁਸੀਂ ਇਹਨਾਂ ਇਹ ਦੇ ਸਵਾਲ ਕੈਪਟਨ ਸਾਹਿਬ ਨੂੰ ਪੁੱਛੋ ਨਾ, ਇਹਨਾਂ ਦੇ ਜਿਹੜੇ ਮਿਨਿਸਟਰ ਨੇ, ਨਸ਼ਾ ਕਿਉਂ ਨਹੀਂ ਖਤਮ ਹੋ ਰਿਹਾ, ਕਿਉਂ ਨਹੀਂ ਕੋਈ ਵੀ ਸਵਾਲ, ਤੁਸੀਂ ਸਾਰਾ ਕੁਝ ਸਿੱਧੂ ਸਾਹਿਬ ਤੇ ਸਵਾਲ ਪੁੱਛੀ ਜਾਂਦੇ ਹੋ। ਗੱਲ ਤਾਂ ਸੁਣ ਲਓ। ਇਹਨਾਂ ਦੀ ਗੱਲ ਕਰ ਲਓ। ਸਰਕਾਰ ਨੂੰ ਪਹਿਲੀ ਗੱਲ ਤਾਂ ਇਹ ਆ ਕਿ ਸਰਕਾਰ ਨੂੰ ਰਿਪਰੈਜ਼ੈਂਟ ਕਰਦੀ ਹੈ ਕੈਬਨਿਟ। ਅਮਰਿੰਦਰ ਸਿੰਘ ਉਹਦੇ ਪ੍ਰਮੁੱਖ ਨੇ, ਚੀਫ ਮਿਨਿਸਟਰ ਨੇ, ਤੇ ਇਹ ਜਿਹੜੀ ਕੈਬਨਿਟ ਆ, ਇਹ ਕੈਬਨਿਟ ਦੇ ਸਾਰੇ ਹੀ ਜਿੰਨੇ ਲੋਕ ਨੇ ਉਹ ਉਸ ਦੇ ਲਈ ਰਿਸਪੌਂਸੀਬਲ ਨੇ। ਔਰ ਜਿਹੜਾ ਇਹ ਕਹਿੰਦੇ ਆ ਕਿ ਇਹਦੇ ਤੇ ਮੁਕੱਦਮਾ ਬਣਾਓ, ਉਹਨੂੰ ਜੇਲ੍ਹ ਭੇਜੋ, ਉਹਨੂੰ ਜੇਲ੍ਹ ਭੇਜੋ, ਇਹ ਕਾਨੂੰਨ ਦਾ ਸਨਮਾਨ ਨਹੀਂ ਹੈ। ਸਿੱਧੂ ਸਾਹਿਬ ਦਾ ਕੱਦ ਵੱਡਾ, ਇੱਕ ਲਾਈਨ ਦੇ ਦਿਓ। ਸਿੱਧੂ ਸਾਹਿਬ ਦਾ ਕੋਈ ਕੱਦ ਕੁੱਦ ਬੜਾ ਨਹੀਂ ਹੈ ਸਿੱਧੂ ਸਾਹਿਬ ਦਾ। ਇਹ ਗੱਲਾਂ ਛੱਡ ਦਿਓ, ਦਾਦਾ ਹੁਣ ਪਤਾ ਲੱਗ ਜੂਗਾ ਕਿ ਕਿਸੇ ਪਾਰਟੀ ਨੇ ਨਹੀਂ ਲੈਣਾ। ਕੇਜਰੀਵਾਲ ਸਾਹਿਬ ਦੇ ਉਹ ਖਿਲਾਫ ਬੋਲ ਕੇ ਗਏ ਕਿ ਉਹ ਤਾਂ ਪੈਸੇ ਮੰਗਦੇ ਸੀ ਜੀ, ਕਿਸੇ ਦੇ ਖਿਲਾਫ ਉਹ ਕੁਝ ਬੋਲ ਗਏ, ਔਰ ਪਾਰਟੀਆਂ 'ਚ ਲੜਾ ਕੇ ਕਾਂਗਰਸ ਚਲੇ ਗਏ। ਮਾਲੀ ਸਾਹਿਬ, ਸਿੱਧੂ ਸਾਹਿਬ ਦਾ ਸਿਆਸੀ ਕਰੀਅਰ ਖਤਮ। ਮੈਂ ਦੇਖੋ ਉਹ ਕਿਸੇ ਬਾਲੀ ਸਾਹਿਬ ਇੱਕ ਮਿੰਟ ਮਾਲੀ ਸਾਹਿਬ। ਅੱਛਾ, ਸਿੱਧੂ ਸਾਹਿਬ ਆਪਣੀ ਸਿਆਸਤ ਆ ਜਿਹੜੀ, ਜੋ ਉਹਨਾਂ ਦੇ ਥਾਟ ਪੈਟਰਨਾਂ ਵਿਚਾਰ ਆ, ਉਹ ਲਗਾਤਾਰ ਉੱਤੇ ਖੜੇ ਰਹੇ ਆ, ਲਗਾਤਾਰ ਉਹਨੂੰ ਅੱਗੇ ਵਧਾਉਂਦੇ ਰਿਹਾ। ਜਿਹੜੀ ਵੀ ਪਾਰਟੀ ਦੇ ਵਿੱਚ ਰਿਹਾ, ਉਹ ਪਾਰਟੀ ਦਾ ਉਹਨਾਂ ਨੇ ਡਿਸਪਲਿਨ ਮੰਨਿਆ। ਅੱਜ ਵੀ ਆਪਾਂ ਜੇ ਕਹੀਏ, ਉਹਨਾਂ ਦੀ ਇੱਕ ਡਿਊਟੀ ਲੱਗੀ ਵੀ ਐਕਸਾਈਜ਼ ਪਾਲਿਸੀ ਕੀ ਹੋਣੀ ਚਾਹੀਦੀ ਹੈ ਜੀ। ਉਹ ਐਕਸਾਈਜ਼ ਪਾਲਿਸੀ ਉਹਨਾਂ ਨੇ ਲਿਆ ਕੇ ਕੈਬਨਿਟ 'ਚ ਰੱਖੀ, ਉਹ 'ਤੇ ਚਰਚਾ ਹੋਈ। ਉਦੋਂ ਬਾਅਦ ਤਾਂ ਉਹ ਐਕਸਾਈਜ਼ ਪਾਲਿਸੀ ਦੇ ਖਿਲਾਫ ਨਹੀਂ ਨਾ ਜੀ ਬੋਲੇ। ਉਹ ਕਲੋਨੀਆਂ ਬਾਰੇ ਕੀ ਹੋਣੀ ਚਾਹੀਦੀ ਹੈ ਨੀਤੀ, ਉਹ ਚਰਚਾ ਹੋਈ, ਉਹ ਸਾਹਮਣੇ ਲਿਆਂਦੀ, ਖਬਰਾਂ ਲੱਗੀਆਂ, ਸਿੱਧੂ ਦੀ ਰਿਜੈਕਟ ਹੋ ਗਈ। ਇਸ਼ਤਿਹਾਰ ਪਾਲਿਸੀ ਆ, ਸਿੱਧੂ ਨੇ ਆਪਦੇ ਵਿਭਾਗ 'ਚ ਲੁਧਿਆਣੇ ਲਾਗੂ ਕਰਕੇ ਦਿਖਾਤੀ, ਤੇ ਇਹ ਦਿਖਾਤੀ ਵੀ ਚੋਰੀ ਕਿੰਨੀ ਵੱਡੀ ਪੱਧਰ ਤੇ ਹੁੰਦੀ ਆ। ਉਹਨੇ ਕੇਵਲ ਨੇ, ਮਾਫੀਆ ਨੇ ਕਿੰਨੀ ਚੋਰੀ ਕੀਤੀ ਆ, ਸਕੈਂਡਲ ਲਿਆ ਕੇ ਕੈਬਨਿਟ ਦੇ ਵਿੱਚ ਸਾਹਮਣੇ ਰੱਖਤੇ। ਉਹਨੇ ਵੱਖ-ਵੱਖ ਮਸਲਿਆਂ ਬਾਰੇ, ਸਰਕਾਰ ਇਸ ਗੱਲ ਤੇ ਬਣੀ ਸੀ ਵੀ ਭ੍ਰਿਸ਼ਟ ਲਾਣਾ ਇਹ। ਉਹਨੇ ਪ੍ਰੈਸ ਕਾਨਫਰੰਸਾਂ ਕਰਕੇ ਦੱਸਿਆ ਵੀ ਇੱਥੇ ਭ੍ਰਿਸ਼ਟ ਕੀਤਾ, ਇੱਥੇ ਭ੍ਰਿਸ਼ਟ ਕੀਤਾ, ਇੱਥੇ ਭ੍ਰਿਸ਼ਟ ਕੀਤਾ। ਕਿਸੇ ਗੱਲ ਚੀਜ਼ ਦੀ ਉਲੰਘਣਾ ਨਹੀਂ। ਉਹਨਾਂ ਗੱਲਾਂ ਦੇ ਖਿਲਾਫ ਕਦੇ ਉਹ ਸਰਕਾਰ ਦੇ ਫੈਸਲਿਆਂ ਖਿਲਾਫ ਨਹੀਂ ਬੋਲਿਆ। ਹੁਣ ਕੀ ਆ ਜੀ, ਇਹ ਸਾਰੀਆਂ ਪਾਰਟੀਆਂ ਇਸ ਗੱਲ ਤੇ ਲੱਗੀਆਂ ਹੋਈਆਂ ਵੀ ਸਿੱਧੂ ਵੱਲੋਂ ਉਠਾਏ ਗਏ ਮਸਲੇ, ਉਹਦੇ ਵੱਲੋਂ ਉਠਾਈਆਂ ਗਈਆਂ ਨੀਤੀਆਂ। ਜਦੋਂ ਕਹਿੰਦਾ ਵੀ ਜਿਵੇਂ ਖਜ਼ਾਨਾ ਬਾਦਲਾਂ ਮੇਰੇ ਲੁੱਟਿਆ ਜਾ ਰਿਹਾ ਸੀ, ਘਰਾਣਾ ਪਈਆਂ ਹੋਈਆਂ ਸੀ, ਹੁਣ ਵੀ ਪੈ ਰਹੀਆਂ। ਮਾਲੀ ਸਾਹਿਬ, ਥੋੜਾ ਐਡ ਆਨ ਕਰ ਰਹੇ ਮਾਲੀ ਸਾਹਿਬ। ਇੱਕ ਸਿੱਧੂ ਸਾਹਿਬ ਵਾਰ-ਵਾਰ ਸਵਾਲ ਕਰਦੇ ਸੀ, ਮੈਨੂੰ ਦੇ ਦਿਓ ਮਹਿਕਮਾ ਗ੍ਰਹਿ ਮੰਤਰਾਲਾ, ਮੈਂ ਅੰਦਰ ਦਊਂਗਾ ਸਾਰਿਆਂ ਨੂੰ। ਇੱਕ ਵਾਰੀ ਦੇਖ ਲੈਂਦੇ ਫਿਰ। ਨਹੀਂ ਦੇਖੋ, ਇਹ ਕਿਉਂਕਿ ਕੈਪਟਨ ਸਾਹਿਬ ਦੀ ਸਟੇਟਮੈਂਟ ਹੈ। ਇੱਕ ਮਿੰਟ ਪਲੀਜ਼, ਕੈਪਟਨ ਸਾਹਿਬ ਦੀ ਸਟੇਟਮੈਂਟ ਹੈ, ਜੇ ਸਿੱਧੂ ਆਪਣਾ ਕੰਮ ਨਹੀਂ ਕਰਨਾ ਚਾਹੁੰਦਾ ਤਾਂ ਮੈਂ ਇਸ ਵਿੱਚ ਕੀ ਕਰ ਸਕਦਾ? ਨਹੀਂ ਦੇਖੋ, ਇਹ ਹੁਣ ਦੀ ਆ, ਉਦੋਂ ਦੀ ਨਹੀਂ ਹੈ। ਸਿੱਧੂ ਦੇ ਮਹਿਕਮੇ 'ਚ ਮੇਰੀ ਗੱਲ ਸੁਣੋ, ਇਹੀ ਕੈਪਟਨ, ਇਹੀ ਸਰਕਾਰ ਆ ਨਾ ਜੀ। 15 ਦਿਨ ਸਿੱਧੂ ਨਾਲ ਰੌਲਾ ਪਿਆ, ਉਹਦੀਆਂ ਸਾਰੀਆਂ ਫਾਈਲਾਂ ਫਰੋਲਤੀਆਂ, ਤੇ ਜਿੱਥੇ ਮਜੀਠੀਆ, ਬਾਦਲ, ਸੁਖਵੀਰ ਆ, ਉਹ ਫਾਈਲ ਨੂੰ ਮੱਥਾ ਟੇਕ ਕੇ ਠੰਡੇ ਬਸਤੇ 'ਚ ਪਾ ਦਿੰਦੇ ਨੇ। ਹੁਣ ਇਹ ਸਾਰਾ ਵਿਜੀਲੈਂਸ ਵਿਭਾਗ ਕਿਵੇਂ ਐਕਟਿਵ ਹੋ ਗਿਆ ਜੀ? ਲੋਕਾਂ ਨੂੰ ਦੀਨੇ ਜਾਣੀਆਂ ਗੱਲਾਂ ਵੀ ਇਹ ਕਰਦੇ ਕੀ ਨੇ। 2.5 ਸਾਲ ਕਿਸੇ ਗੱਲ ਦੀ ਜਾਂਚ ਨਹੀਂ ਕੀਤੀ, ਸਿੱਧੂ ਦੇ ਕੰਮਾਂ ਦੀ ਪੱਤਾ ਫਰੋਲਤਾ। ਕੀ ਆ ਇਹਨਾਂ ਦੀ ਪਾਲਿਸੀ, ਕੀ ਆ ਨੀਤੀ? ਦੂਜੀ ਗੱਲ, ਜਿਹੜੇ ਵੱਡੇ ਪਰਿਵਾਰ ਹੈਗੇ, ਵੱਡੇ ਪਰਿਵਾਰ ਆ, ਆਪਸ ਵਿੱਚ ਮਿਲ ਕੇ ਖੇਡਦੇ ਪਏ ਆ ਸਿੱਧੂ ਦੇ ਖਿਲਾਫ। ਸਾਰੇ ਇਹ ਅਕਾਲੀ ਦਲ, ਕਾਂਗਰਸ, ਭਾਰਤੀ ਜਨਤਾ ਪਾਰਟੀ ਤਿੰਨੇ ਪਾਸ ਦੇ ਕੇ ਖੇਡ ਰਹੇ ਨੇ। ਕਾਂਗਰਸ ਇਸ ਕਰਕੇ, ਤੁਸੀਂ ਦੇਖੋ, ਜਿਵੇਂ ਪੀਰ ਮੁਹੰਮਦ ਸਾਹਿਬ ਨੇ ਕਿਹਾ ਵੀ ਮਸਲਾ ਇੰਨਾ ਪੰਜਾਬ ਦਾ ਉਲਝਿਆ ਹੋਇਆ ਸੀ, ਲੋਕਾਂ ਨੇ ਵਿਸ਼ਵਾਸ ਕੀਤਾ ਸੀ ਕੈਪਟਨ ਤੇ ਵੀ ਯਾਰ ਜੇ ਕਹਿੰਦਾ ਕਰਕੇ ਦਿਖਾਊ। ਤੇ ਕੈਪਟਨ ਤਾਂ ਹੁਣ ਚਰਨ ਬੰਦਨਾ ਕਰ ਰਿਹਾ ਮੋਦੀ ਦੀ, ਰਾਸ਼ਟਰਵਾਦ ਤੇ। ਜਿੱਥੇ ਸਿੱਧੂ ਦੀ, ਮੇਰੀ ਗੱਲ ਸੁਣੋ, ਸਿੱਧੂ ਕਰਤਾਰਪੁਰ ਦੇ ਲਾਂਘੇ ਤੇ ਗਿਆ ਜੀ। ਇਹ ਕਹਿੰਦੇ ਆ, ਚਲੋ ਉਹਨੇ ਤਾਂ ਇੱਕ ਵਿਅੰਗ 'ਚ ਕਿਹਾ ਸੀ ਨਾ ਕੈਪਟਨ। ਸਿੱਧੂ ਨੇ ਜਦੋਂ ਵੀ ਕੋਈ ਗੱਲ ਕੀਤੀ ਆ, ਕੈਪਟਨ ਨੇ ਸਭ ਤੋਂ ਪਹਿਲਾਂ ਮੋਦੀ ਦੀ ਹਾਂ 'ਚ ਭਾਰਤੀ ਜਨਤਾ ਪਾਰਟੀ ਦੇ ਚੈਨਲ ਬੋਲਦੇ ਸੀ,
ਨਾਲ ਉਹਨਾਂ ਨੂੰ ਸ਼ਹਿ ਦੇ ਦਿੰਦਾ ਸੀ ਕੈਪਟਨ। ਹਾਂ ਜੀ ਜੱਫੀ ਤਾਂ ਨਹੀਂ ਪਾਉਣੀ ਚਾਹੀਦੀ, ਹਾਂ ਜੀ ਉੱਥੇ ਨਹੀਂ ਜਾਣਾ ਚਾਹੀਦਾ ਸੀ ਉਹਦੇ ਸਮਾਰੋਹ ਦੇ ਵਿੱਚ। ਜਦੋਂ ਬੰਦੇ ਨੂੰ ਤੁਸੀਂ ਬਾਰ-ਬਾਰ ਉਹਦੀਆਂ ਸਾਰੀਆਂ ਗੱਲਾਂ ਰਿਜੈਕਟ ਕਰ ਰਹੇ ਹੋ, ਫਿਰ ਉਹ ਤੇ ਵਿਅੰਗ ਕੱਸ ਰਹੇ ਹੋ। ਜੇ ਉਹਨੇ ਇੱਕ ਵਿਅੰਗ ਚ ਕਹਿਤਾ ਕਿਹੜਾ ਕੈਪਟਨ, ਨਾਲ ਉਹਨੇ ਇਹ ਵੀ ਕਹਿਤਾ ਸੀ ਨਾ ਵੀ ਪੰਜਾਬ 'ਚ ਤਾਂ ਕੈਪਟਨ ਮੇਰਾ ਉਹੀ ਆ, ਪਰ ਮੇਰਾ ਕੈਪਟਨ ਉਹ ਆ। ਜੇ ਉਹਨੇ ਮਾੜੀ ਜੀ ਚੁੰਡੀ ਵੱਢਤੀ ਉਹਦਾ ਸਭ ਤੋਂ ਦੁਸ਼ਮਣ ਹੋ ਗਿਆ। ਤੁਸੀਂ ਉਹਦੇ ਸਾਰੇ ਲੋਕ ਪੱਖੀ ਫੈਸਲੇ ਰੋਲ ਰਹੇ ਹੋ, ਤੁਸੀਂ ਬਾਦਲਾਂ ਦੀਆਂ ਨੀਤੀਆਂ ਨੂੰ ਜਾਰੀ ਰੱਖ ਰਹੇ ਹੋ ਕੇਪੀ ਜੀ ਤੇ ਤੁਹਾਡੇ ਤੇ ਕੋਈ ਸਵਾਲ ਨਾ ਕਰੇ। ਮੈਂ ਇੱਕ ਲਾਈਨ ਦੀ ਰਿਕੁਐਸਟ ਕਰਨੀ ਹੈ। ਬੋਲੋ ਜੀ ਬੋਲੋ। ਜਿਹੜੇ ਸਾਡੀ ਸਰਕਾਰ ਤੇ ਜਾਂ ਬਾਦਲ ਸਾਹਿਬ ਤੇ, ਕਿਉਂਕਿ ਸਾਡੇ ਉਹ ਸੀਐਮ ਰਹੇ ਆ, ਉਹਨਾਂ ਤੇ ਜਿਸ ਤਰ੍ਹਾਂ ਦੇ ਆਰੋਪ ਲੱਗਦੇ ਆ, ਮੈਂ ਮੀਡੀਆ ਨੂੰ ਵੀ ਰਿਕੁਐਸਟ ਕਰਦਾ ਕਿ ਜੇ ਤਾਂ ਕੋਈ ਸਬੂਤ ਹੈ ਸਰਕਾਰ ਦੇ ਕੋਲ ਜਾਂ ਇਹਨਾਂ ਲੋਕਾਂ ਕੋਲ ਜਿਹੜੇ ਆਰੋਪ ਲਾਉਂਦੇ ਆ ਕਿ ਲੁੱਟ ਲਿਆ ਕਹਿੰਦੇ ਆ, ਸਾਡੇ ਤੇ ਮੁਕੱਦਮੇ ਦਰਜ ਕਰੋ, ਸਾਨੂੰ ਜੇਲ੍ਹ ਭੇਜੋ। ਨਹੀਂ ਤਾਂ ਸਾਡੇ ਤੇ ਆਰੋਪ ਲਾਉਣੇ ਹੁਣ ਬੰਦ ਕਰੋ। 2.5 ਸਾਲ ਹੋ ਗਏ ਇਸ ਸਰਕਾਰ ਨੂੰ, ਸਾਡੇ ਖਿਲਾਫ ਕੋਈ ਵੀ ਚੀਜ਼ ਸਾਬਤ ਨਹੀਂ ਕਰ ਸਕੇ। ਸਾਡੇ ਇਲਜ਼ਾਮ ਲਾਉਣੇ ਹੋ, ਕੋਈ ਤੁਹਾਡੇ ਕੋਲ ਸਬੂਤ ਹੈਗਾ ਸਿੱਧੂ ਸਾਹਿਬ ਤੇ ਮੁਕੱਦਮਾ ਦਰਜ ਹੋ ਸਕੇ? ਸਿੱਧੂ ਸਾਹਿਬ ਤਾਂ ਖੁਦ ਹੀ ਆਪਦੇ ਤੇ ਆਰੋਪ ਉਹਦੀ ਸਰਕਾਰ ਲਾ ਰਹੀ ਆ, ਅਸੀਂ ਨਹੀਂ ਲਾ ਰਹੇ। ਉਹ ਕਹਿੰਦੇ ਆ ਸਾਡੀਆਂ ਫਾਈਲਾਂ ਚੋਰੀ ਕਰਕੇ ਲੈ ਗਿਆ। ਪੰਜਾਬ ਸਰਕਾਰ ਕਹਿ ਰਹੀ ਹੈ, ਕੈਬਨਿਟ ਮਿਨਿਸਟਰ ਕਹਿ ਰਿਹਾ। ਇੱਕ ਮਿੰਟ ਸਿੱਧੂ ਸਾਹਿਬ ਦੀ ਪੰਜਾਬ ਸਰਕਾਰ ਹੀ ਜਾਂਚ ਬਿਜ਼ਨਸ ਦੀ ਕਰਵਾ ਰਹੀ ਆ। ਪੰਜਾਬ ਸਰਕਾਰ ਹੀ ਜਾਂਚ ਕਰਵਾ ਰਹੀ ਹੈ, ਬਿਲਕੁਲ ਠੀਕ ਹੈ। ਸਿੱਧੂ ਸਾਹਿਬ ਦੀ ਇਮਾਨਦਾਰੀ ਤੇ ਕੋਈ ਕੁਐਸਚਨ ਹੈਗਾ ਤੁਹਾਡੇ ਕੋਲ? ਕਿਸੇ ਕੋਲ ਵਿਜੀਲੈਂਸ ਜਾਂਚ ਕਰਵਾ ਰਹੀ ਹੈ। ਤੁਸੀਂ ਇਮਾਨਦਾਰੀ ਦੀ ਗੱਲ ਕਰ ਰਹੇ ਹੋ, ਕੁਐਸਚਨ ਕਰਦੇ ਹਾਂ। ਵਿਜੀਲੈਂਸ ਜਾਂਚ ਹੋ ਰਹੀ ਹੈ, ਸਰਕਾਰ ਕਰ ਰਹੀ ਹੈ। ਸਰ ਤੁਸੀਂ ਇਕੱਠੇ ਹੋ ਗਏ, ਮੈਂ ਕਾਂਗਰਸ ਦਾ ਬੁਲਾਰਾ ਥੋੜੀ ਹੈਗਾ। ਨਹੀਂ ਮੈਂ ਫਿਰ ਸਰ ਵਾਲੀ ਸਾਹਿਬ ਇੱਕ ਮਿੰਟ, ਵਾਲੀ ਸਾਹਿਬ ਇੱਕ ਮਿੰਟ ਸਵਾਲ ਮੇਰਾ ਇਸ ਕਰਕੇ ਹੈਗਾ, ਸਿੱਧੂ ਸਾਹਿਬ ਬੇਈਮਾਨ ਹੈ? ਪੰਜਾਬ ਸਰਕਾਰ ਸਿੱਧੂ ਸਾਹਿਬ ਬੇਈਮਾਨ ਨਹੀਂ? ਗਰੇਵਾਲ ਸਾਹਿਬ ਤੁਸੀਂ ਹਰ ਇੱਕ ਤੇ ਇੱਕੋ ਦਮ ਇਲਜ਼ਾਮ ਲਾਣੇ, ਸਿੱਧੂ ਸਾਹਿਬ ਤੇ ਇਲਜ਼ਾਮ ਲਾ ਸਕਦੇ ਹੋ? ਸਿੱਧੂ ਸਾਹਿਬ ਬੇਈਮਾਨ ਹੈ? ਸਿੱਧੂ ਸਾਹਿਬ ਦੁੱਧੇ ਧੋਤੇ ਨਹੀਂ, ਪੰਜਾਬ ਸਰਕਾਰ ਉਹਨਾਂ ਦੀ ਬੇਈਮਾਨੀ। ਵਾਲੀ ਸਾਹਿਬ ਸਿੱਧੂ ਸਾਹਿਬ ਬੇਈਮਾਨ ਹੈ? ਦੇਖੋ ਮੈਂ ਇੱਕ ਗੱਲ ਦੇਖੋ, ਕਿਸੇ ਨੂੰ ਬੇਈਮਾਨ ਕਹਿਣਾ, ਕਿਸੇ ਨੂੰ ਇਮਾਨਦਾਰ ਕਹਿਣਾ ਮੇਰਾ ਕੋਈ ਹੱਕ ਨਹੀਂ। ਮੈਂ ਤੁਹਾਨੂੰ ਸਿੱਧੀ ਜੀ ਗੱਲ ਦੱਸਾਂ ਕਿ ਉਹ ਬੇਈਮਾਨ ਨੇ ਜਾਂ ਉਹ ਇਮਾਨਦਾਰ ਨੇ। ਮੈਂ ਦੀ ਇੱਕ ਗੱਲ ਕਹਿਣਾ ਕਿ ਜਿਸ ਪਾਰਟੀ ਦੇ ਉਹ ਐਮਐਲਏ ਨੇ, ਜਿਸ ਪਾਰਟੀ ਦੇ ਉਹ ਕੈਬਨਿਟ ਮਿਨਿਸਟਰ ਨੇ, ਉਹੀ ਚੀਫ ਮਿਨਿਸਟਰ ਸਾਹਿਬ ਉਹਨਾਂ ਦੀ ਜਾਂਚ ਕਰਵਾ ਰਹੇ ਨੇ। ਮੈਂ ਇਹ 'ਚ ਕੀ ਕਹਿ ਸਕਦਾ ਹੈਗਾ? ਹੁਣ ਬੇਈਮਾਨੀ ਸਮਝ ਲਓ। ਸਾਰੀ ਇੱਕ ਮਿੰਟ ਸਾਨੂੰ ਵੀ ਗੱਲ ਕਰ ਲੈਂਦੇ, ਉਹ ਟੀਵੀ ਤੇ ਅਸੀਂ ਵੀ ਬੈਠੇ ਆ। ਗੱਲ ਸਿਰਫ ਇੰਨੀ ਕਿ ਗੱਲ ਕਹਿੰਦੀ ਹੈਗੀ ਕਿ ਅਮਰਿੰਦਰ ਸਿੰਘ ਜੀ ਨੂੰ ਮੈਂ ਅੱਗੋਂ ਕਾਂਗਰਸ ਦਾ ਬੁਲਾਰਾ ਨਹੀਂ, ਮੈਂ ਤਾਂ ਅਕਾਲੀ ਦਲ ਨਾਲੋਂ ਬੈਠਾ। ਜੇ ਮੈਂ ਇੰਨੀ ਗੱਲ ਕਹਿਣਾ, ਉਹ ਬਰਗਾੜੀ ਕਾਂਡ ਚੁੱਕਦੇ ਨੇ, ਚੁੱਕਣਾ ਚਾਹੀਦਾ, 200 ਦਫਾ ਚੁੱਕੋ। ਮੈਂ ਵੀ ਬੜਾ ਚੁੱਕਿਆ। 84 ਦੇ ਦੰਗੇ ਕਿਉਂ ਨਹੀਂ ਚੁੱਕਦੇ, ਮੈਨੂੰ ਇਹ ਦੱਸਣਾ। ਨਸਲ ਸਿੱਧੂ ਖੁਸ਼ੀ ਸਾਹਿਬ, ਨਸਲ ਖੁਸ਼ੀ ਕੋ ਇੱਕ ਸੈਕਿੰਡ ਗੱਲ ਸਿਰਫ ਜਦ ਕਤਲੇਆਮ ਕੋ ਦੰਗੇ ਸ਼ਬਦ ਨਾ ਵਰਤੋ। ਬਾਲੀ ਸਾਹਿਬ ਦੰਗੇ ਸ਼ਬਦ ਨਾ ਵਰਤੋ, ਦੰਗੇ ਸ਼ਬਦ ਨਾ ਵਰਤੋ। ਜਦ ਕਤਲੇਆਮ ਕੋ ਜਾਂ ਨਸਲ ਖੁਸ਼ੀ ਕੋ। ਚਲੋ ਇਹ ਕਹਿ ਲਓ, ਤੁਸੀਂ ਕਹਿ ਲਓ, ਮੈਂ ਕਹਿ ਦਿੰਦਾ ਹਾਂ ਤੁਹਾਡੀ ਹਾਮੀ ਭਰਤਣਾ ਕਿ ਨਸਲ ਖੁਸ਼ੀ। ਸਿੱਧੂ ਸਾਹਿਬ ਤੋਂ ਕਹਾਓ, ਮੈਂ ਕਿਹਾ ਸਿੱਧੂ ਸਾਹਿਬ ਕੋ ਕਹਾਓ ਨਾ, ਕਿਉਂ ਨਹੀਂ ਕਹਾਉਂਦੇ? ਉਸ ਪਾਰਟੀ ਦੇ ਅੰਦਰ ਬੈਠੇ ਨੇ। ਹੁਣ ਜਿਹੜੀ ਤੁਸੀਂ ਗੱਲ ਕਰਦੇ ਹੋ, ਜਿਹੜੀ ਇੱਕ ਸੈਕਿੰਡ ਸਰ, ਜਿਹੜੀ ਤੁਸੀਂ ਗੱਲ ਕਰਦੇ ਹੋ ਕਿ ਆਹ ਅਕਾਲੀ ਦਲ ਵਾਲੇ ਬੈਠੇ ਨੇ ਦੂਜੇ, ਜਿਹੜਾ ਇਹਨਾਂ ਨੇ ਨਵਾਂ ਬਣਾਇਆ ਤੋੜ ਕੇ, ਬੜੀ ਸਿੱਧੀ ਜੀ ਗੱਲ ਹੈ ਕਿ ਉਸ ਵੇਲੇ ਵੀ ਸਾਰੇ ਬੰਦੇ ਰਿਜ਼ਾਈਨ ਕਰ ਸਕਦੇ ਸੀ ਜਦੋਂ ਅਕਾਲੀ ਦਲ ਸੀ। ਸਰ ਗੱਲ ਪੂਰੀ ਕਰ ਲੈਂਦੋ ਸਰ, ਅਕਾਲੀ ਦਲ ਵੱਲੋਂ ਬੈਠੇ ਆ ਇਹ, ਉਦੋਂ ਲੋਕ ਵੀ ਸਾਰੀਆਂ ਰਿਜ਼ਾਈਨ ਕਰ ਸਕਦੇ ਸੀ, ਉਦੋਂ ਲੋਕ ਵੀ ਸਾਰੀਆਂ ਇਹ ਗੱਲਾਂ, ਇਹ ਇਲਜ਼ਾਮ ਲਾਉਂਦੇ ਨੇ ਅਕਾਲੀ ਦਲ ਦੇ ਉੱਤੇ ਕਿ ਉਦੋਂ ਬੜੀਆਂ ਠੱਗੀਆਂ ਹੋਈਆਂ। ਅੱਜ ਕਿਹੜੀਆਂ ਠੱਗੀਆਂ ਨਹੀਂ ਮਾਰੀਆਂ ਜਾ ਰਹੀਆਂ, ਕਿਹੜੀ ਮਾਈਨਿੰਗ ਨਹੀਂ ਹੋ ਰਹੀ, ਕਿਹੜੇ ਭੂ ਮਾਫੀਆ ਨਹੀਂ ਹੈਗੇ, ਕਿਹੜੇ ਸ਼ਰਾਬ ਦੇ ਨਹੀਂ ਹੈਗੇ। ਤੁਸੀਂ ਅੱਜ ਪੰਜਾਬ ਕਾਂਗਰਸ ਦੇ ਵਿੱਚ ਕੀ ਹੋ ਰਿਹਾ? ਅੱਜ ਅਸੀਂ ਵੀ ਛੱਡੀ ਇਹ ਪਾਰਟੀ, ਕਿਉਂ ਛੱਡੀ? ਇਹਨਾਂ ਗੱਲਾਂ ਤੋਂ ਹੀ ਛੱਡੀ ਹੈ। ਅੱਜ ਕੀ ਹੋ ਰਿਹਾ ਇਸ ਗੱਲ? ਠੀਕ ਹੈ, ਛੋਟਾ ਜਿਹਾ ਬ੍ਰੇਕ ਲੈਣਾ, ਬ੍ਰੇਕ ਤੋਂ ਵਾਪਸ ਆਉਂਗਾ। ਜੋ ਸਿੱਧੂ ਸਾਹਿਬ ਦਾ ਮਸਲਾ ਹੁੰਦਾ, ਅਕਾਲੀ ਬੀਜੇਪੀ ਭੱਜ ਪੈਂਦੀ ਹੈਗੀ ਨਵਜੋਤ ਸਿੱਧੂ ਦੇ ਮਸਲੇ ਤੇ, ਕਿਉਂਕਿ ਸਵਾਲ ਬਹੁਤ ਸਾਰੇ ਹੈਗੇ। ਨਵਜੋਤ ਸਿੱਧੂ ਨੇ ਅਕਾਲੀ ਭਾਜਪਾ ਤੇ ਸਵਾਲ ਬਹੁਤ ਪੁੱਛੇ ਹੈ ਕਿ ਜਦੋਂ ਬਾਦਲਾਂ ਨਾਲ ਸਾਂਝ ਹੈ ਤੇ ਸਾਂਝ ਤੇ ਸਵਾਲ ਜਦੋਂ ਪੁੱਛੇ ਜਾਂਦੇ ਤੇ ਉਸ ਤੋਂ ਬਾਅਦ ਨਵਜੋਤ ਸਿੱਧੂ ਨਾਲ ਅਕਾਲੀ ਦਲ ਦਾ 36 ਦਾ ਅੰਕੜਾ ਤੇ ਹੁਣ ਕੈਪਟਨ ਅਮਰਿੰਦਰ ਸਿੰਘ ਨਾਲ ਵੀ 36 ਦਾ ਅੰਕੜਾ ਤੇ ਮਾਲੀ ਸਾਹਿਬ ਕਹਿੰਦੇ ਆ ਕਿ ਪਾਸ ਦੇ ਕੇ ਖੇਡਦੇ ਪਏ ਆ। ਬ੍ਰੇਕ ਤੋਂ ਵਾਪਸ ਆਵਾਂਗੇ। ਕਾਂਗਰਸ ਹੈ ਨਹੀਂ ਤਾਂ ਇਸ ਪਾਸ ਦੇ ਵਿਚਾਲੇ ਸ਼ਾਇਦ ਕੋਈ ਇੱਧਰ ਉੱਧਰ ਆ ਜਿਹੜਾ ਪਤਾ ਲੱਗ ਜਾਂਦਾ ਕਿ ਬਾਲ ਕਿਹੜੇ ਪਾਸੇ ਜਾ ਰਹੀ ਹੈਗੀ। ਬ੍ਰੇਕ ਤੋਂ ਵਾਪਸ ਆ ਰਹੇ ਸਵਾਲ ਇੱਕੋ ਪੁੱਛ ਰਹੇ, ਬੜਾ ਸਵਾਲ ਅਸੀਂ ਇਹ ਪੁੱਛ ਰਹੇ, ਰਾਹੁਲ ਦਾ ਕੈਪਟਨਸ਼ਿਪ ਤੋਂ ਅਸਤੀਫਾ ਮਨਜ਼ੂਰ, ਸਿੱਧੂ ਦੇ ਅਸਤੀਫੇ ਤੇ ਕੈਪਟਨ ਦੀ ਕੁੰਡੀ ਕਿਉਂ ਫਸੀ? ਪੀਰ ਮੁਹੰਮਦ ਸਾਹਿਬ, ਤੁਹਾਨੂੰ ਵਕਤ ਘੱਟ ਮਿਲ ਰਿਹਾ, ਉਸ ਦੀ ਵਜ੍ਹਾ ਹੈਗੀ ਹੈ ਕਿਉਂਕਿ ਅਕਾਲੀ ਭਾਜਪਾ ਦੇ ਕੋਲੇ ਨਵਜੋਤ ਸਿੱਧੂ ਦੇ ਖਿਲਾਫ ਬੜੇ ਮੁੱਦੇ ਹੈਗੇ ਆ। ਤੁਹਾਡੀ ਕਸ਼ਤੀ ਨੇ ਹਜੇ ਤਰਨਾ ਹੈਗਾ ਸਿਆਸਤ ਦੇ ਪਾਣੀ ਦੇ ਵਿੱਚ। ਸਵਾਲ ਇਹ ਹੈਗਾ ਕਿ ਨਵਜੋਤ ਸਿੱਧੂ ਨੇ ਜੇ ਤੁਸੀਂ ਲੈਣਾ ਹੈਗਾ, ਤੁਸੀਂ ਆਪਦੇ ਪੱਧਰ ਤੇ ਸਾਰੇ ਇਕੱਠੇ ਹੋ ਜਾਓ, ਆਮ ਆਦਮੀ ਪਾਰਟੀ, ਬੈਂਸ ਧੜਾ, ਹੋਰ ਸਾਰੇ ਉਹ ਕਿਉਂ ਨਹੀਂ ਇਕੱਠੇ ਹੁੰਦੇ? ਤੁਸੀਂ ਨਵਜੋਤ ਸਿੱਧੂ ਦੇ ਸਾਰੇ ਮਗਰ ਪਏ ਹੋ, ਉਹਦੇ ਲਈ ਤੁਸੀਂ ਆਪਦੀ ਵਿਚਾਰਧਾਰਾ ਦੀ ਤਲਾਂਜੀ ਦੇਣ ਲਈ ਤਿਆਰ ਬੈਠੇ ਹੋ ਕਿ ਨਵਜੋਤ ਸਿੱਧੂ ਆਹ ਕਰਦੇ ਉਹ ਕਰਦੇ, ਮੈਂ ਤਾਂ ਨਾਮ ਵੀ ਲੈਣਾ ਕੀ ਕਰਦੇ ਹੈਗੇ, ਉਹਨਾਂ ਦਾ ਮਸਲਾ ਹੈਗਾ ਨਹੀਂ। ਬੀਜੇਪੀ ਹੋਵੇ, ਅਕਾਲੀ ਦਲ, ਬਾਦਲ ਹੋਵੇ, ਅੱਜ ਜਿਸ ਤਰੀਕੇ ਨਾਲ ਇਕੱਠੇ ਹੋ ਕੇ ਕਾਂਗਰਸ ਦੇ ਬਿਨਾਂ ਬੁਲਾਰੇ ਤੋਂ ਇਹ ਜਿੰਨੀ ਵਕਾਲਤ ਅੱਜ ਕਰ ਰਹੇ ਨੇ ਕੈਪਟਨ ਅਮਰਿੰਦਰ ਸਿੰਘ ਦੀ, ਉਹ ਗੱਲ ਦੇ ਉੱਤੇ ਮੋਹਰ ਇਸੇ ਗੱਲ ਦੇ ਉੱਤੇ ਲੱਗ ਰਹੀ। ਇਹੋ ਹੀ ਤਾਂ ਲੋਕ ਪੰਜਾਬ ਦੇ ਕਹਿੰਦੇ ਆ। ਗੱਲ ਇੱਥੇ ਚੱਲ ਰਹੀ ਹੈ ਡੈਮੋਕ੍ਰੇਸੀ ਦੀ। ਪੰਜਾਬ ਦੀ ਕਿਸੇ ਸੱਥ ਦੇ ਵਿੱਚ ਚਲੇ ਜਾਓ, ਸੋਸ਼ਲ ਮੀਡੀਆ ਤੇ ਚਲੇ ਜਾਓ, ਪੰਜਾਬ ਦੇ ਆਮ ਲੋਕਾਂ ਕੋਲ ਚਲੇ ਜਾਓ, ਕਿਤੇ ਡਿਬੇਟ 'ਚ ਚਲੇ ਜਾਓ, ਕਿਸੇ ਜਗ੍ਹਾ ਤੇ ਚਲੇ ਜਾਓ, ਉੱਥੇ ਇੱਕ ਪਾਸੇ ਨਵਜੋਤ ਸਿੰਘ ਸਿੱਧੂ ਨੂੰ ਰੱਖ ਲਓ, ਇੱਕ ਪਾਸੇ ਕੈਪਟਨ ਅਮਰਿੰਦਰ ਸਿੰਘ ਦੀਆਂ ਮੌਜੂਦਾ ਪਾਲਿਸੀਆਂ ਨੂੰ ਰੱਖ ਲਓ
ਤਾਂ ਲੋਕ ਇਹ ਗੱਲ ਕਹਿਣਗੇ ਕਿ ਨਵਜੋਤ ਸਿੰਘ ਸਿੱਧੂ ਨੇ ਕੋਈ ਮਾੜੀ ਗੱਲ ਨਹੀਂ ਕੀਤੀ, ਉਹਨੇ ਪੰਜਾਬ ਦੇ ਹਿੱਤਾਂ ਦੀ ਗੱਲ ਕੀਤੀ। ਨਹੀਂ ਤਾਂ ਕੌਣ, ਉਹਨੂੰ ਕੀ ਪ੍ਰੋਬਲਮ ਸੀ? ਉਹ ਆਰਾਮ ਨਾਲ ਆਪਣਾ ਲੱਗਾ ਹੋਇਆ ਸੀ, ਉਹਨੂੰ ਇੱਕ ਵਧੀਆ ਪੋਰਟਫੋਲੀਓ ਮਿਲਿਆ ਹੋਇਆ ਸੀ। ਉਹਨੇ ਉੱਥੇ ਜਾ ਕੇ ਬਠਿੰਡੇ ਜਿਹੜੀ ਗੱਲ ਕਹੀ, ਉਹ ਲੋਕਾਂ ਨੇ ਤਾੜੀਆਂ ਨਾਲ ਉਹਦਾ ਸਵਾਗਤ ਕੀਤਾ ਕਿ ਇੱਥੇ ਤਾਂ 75-25 ਵਾਲਾ ਰੌਲਾ ਚੱਲ ਰਿਹਾ। ਉਸ ਗੱਲ ਦਾ ਗੁੱਸਾ ਕਿਹਨੂੰ ਲੱਗਦਾ? ਮੰਨ ਲਓ ਕਿ ਤੁਸੀਂ ਗੋਲ-ਮੋਲ ਜੀ ਕੋਈ ਗੱਲ ਕਰੀ ਜਾਓ, ਤੇ ਜੇ ਉਹ ਮੈਨੂੰ ਲੱਗਦੀ ਹੋਵੇ ਕਿ ਇਹ ਮੈਨੂੰ ਕਹਿ ਰਹੇ ਨੇ ਗੱਲਾਂ ਬਾਤਾਂ ਦੇ ਰਾਹੀਂ, ਤਾਂ ਮੈਂ ਮਹਿਸੂਸ ਕਰਾਂਗਾ। ਜਿੱਥੋਂ ਤੱਕ ਤੁਸੀਂ ਇਹ ਗੱਲ ਕਰਦੇ ਹੋ, ਇਹ ਵਾਰ-ਵਾਰ ਬਾਲੀ ਸਾਹਿਬ ਕਹਿ ਰਹੇ ਨੇ ਕਿ ਸ਼੍ਰੋਮਣੀ ਅਕਾਲੀ ਦਲ ਦੇ ਅੰਦਰ ਰਹਿ ਕੇ, ਸਰਕਾਰ ਦੇ ਅੰਦਰ ਰਹਿ ਕੇ, ਮੈਂ ਮੇਰੀ ਗੱਲ ਸੁਣੋ, ਉਹਦਾ ਜਵਾਬ ਵੀ ਜ਼ਰੂਰੀ ਹੈ, ਉਹਦਾ ਜਵਾਬ ਵੀ ਜ਼ਰੂਰੀ ਹੈ। ਉਹ ਉਹੀ ਜਵਾਬ ਹੈ ਜਿਹੜਾ ਨਵਜੋਤ ਸਿੰਘ ਸਿੱਧੂ ਅੱਜ ਦੇ ਰਿਹਾ। ਜੇ ਨਵਜੋਤ ਸਿੰਘ ਸਿੱਧੂ ਚੁੱਪ ਕਰਕੇ ਬੈਠਾ ਰਵੇ ਤਾਂ ਉਸ ਤੋਂ ਬਾਅਦ ਜਦੋਂ ਇਹੋ ਸਵਾਲ ਜਿਹੜਾ ਅੱਜ ਸਾਨੂੰ ਇਹ ਕਰ ਰਹੇ ਨੇ, ਇਹੋ ਸਵਾਲ ਸਿੱਧੂ ਨੂੰ ਕਹਿਣਾ ਹੈ, ਭਾਈ ਤੂੰ ਉਦੋਂ ਚੁੱਪ ਕਰਕੇ ਕਿਉਂ ਬੈਠਾ ਰਿਹਾ? ਅੱਜ ਸਾਨੂੰ ਸਵਾਲ ਕਿਉਂ ਹੋ ਰਹੇ ਨੇ? ਉਹ ਦੋਸ਼ੀ ਨੇ, ਆਪਣੇ ਆਪ ਨੂੰ ਮੰਨਦੇ ਨੇ, ਵਾਰ-ਵਾਰ ਇਸ ਗੱਲ ਦੀ ਖਿਮਾ ਜਾਚਨਾ ਮੰਗਦੇ ਨੇ, ਚਾਹੇ ਬ੍ਰਹਮਪੁਰਾ ਸਾਹਿਬ ਹੋਣ, ਚਾਹੇ ਸੇਖਵਾਂ ਸਾਹਿਬ ਹੋਣ, ਡਾਕਟਰ ਰਤਨ ਸਿੰਘ ਜਨਾਲਾ ਹੋਣ। ਲੇਕਿਨ ਉਹਨਾਂ ਨੇ ਪਾਰਟੀ ਦੀ ਫੋਰਮ ਦੇ ਉੱਤੇ ਜਿਵੇਂ ਨਵਜੋਤ ਸਿੰਘ ਸਿੱਧੂ ਅੱਜ ਬੋਲਿਆ ਹੈ, ਉਹ ਬੋਲਦੇ ਰਹੇ ਨੇ, ਕੋਰ ਕਮੇਟੀਆਂ ਦੀਆਂ ਮੀਟਿੰਗਾਂ ਦੇ ਵਿੱਚ ਵੀ, ਹਰ ਜਗ੍ਹਾ ਦੇ ਉੱਤੇ ਬੋਲਦੇ ਰਹੇ ਨੇ। ਤੇ ਲੇਕਿਨ ਜਦੋਂ ਉੱਥੇ ਸੁਣਵਾਈ ਨਹੀਂ ਹੋਈ, ਤਾਂ ਫਿਰ ਨਵਜੋਤ ਸਿੰਘ ਸਿੱਧੂ ਵਾਂਗ ਅੱਜ ਬਾਹਰ ਆਣ ਕੇ ਗੱਲਾਂ ਕਰਨੀਆਂ ਪੈ। ਜੇ ਤੁਸੀਂ ਉਹਨਾਂ ਨੂੰ ਮਾਫ ਕਰਤਾ ਸਰ, ਜੇ ਤੁਸੀਂ ਉਹਨਾਂ ਨੂੰ ਮਾਫ ਕਰਦਾ, ਤੇ ਅਸੀਂ ਵੀ ਹੱਥ ਜੋੜ ਕੇ ਬੇਨਤੀ ਇਹ ਕਰਦੇ ਹਾਂ ਕਿ ਜਿਨ੍ਹਾਂ ਵੱਡੇ ਬਾਦਲ ਸਾਹਿਬ ਨਾਲ ਤੁਸੀਂ ਰਹੇ ਹੋ, ਛੋਟੇ ਬਾਦਲ ਸਾਹਿਬ ਨਾਲ ਤੁਸੀਂ ਰਹੇ ਹੋ, ਤੁਹਾਡੀ ਆਪਣੀ ਸਾਂਝ ਰਹੀ ਹੈ। 1984 ਦੇ ਲੋਕਾਂ ਨਾਲ ਤੁਸੀਂ ਬਹੁਤ ਕੰਮ ਕੀਤਾ, ਮੈਨੂੰ ਇਹ ਪਤਾ ਪਰਸਨਲੀ, ਮੈਂ ਤੁਹਾਨੂੰ ਬਹੁਤ ਪੁਰਾਣਾ ਜਾਣਦਾ, ਤੁਸੀਂ ਮੈਨੂੰ ਬਹੁਤ ਤੁਸੀਂ ਕੰਮ ਕੀਤਾ ਹੈਗਾ। ਉਹ ਲੋਕ ਜਿਹੜੇ 84 ਚ ਉੱਥੇ ਮਰ ਗਏ, ਉਹ ਲੋਕ ਕਿੱਥੇ ਦੇ ਰਹਿਣ ਵਾਲੇ ਸੀ? ਮਾਨਯੋਗ ਪੰਜਾਬ ਦੇ। ਬਰਗਾੜੀ ਦੇ ਲੋਕ ਕਿੱਥੇ ਦੇ ਰਹਿਣ ਵਾਲੇ ਸੀ? ਉਹ ਲੋਕ ਪੰਜਾਬ ਦੇ। ਤੇ ਜੇ 1984 ਦੇ ਲੋਕ ਪੰਜਾਬ ਤੇ ਸੀ, ਜੇ ਇਹ ਕਹਿੰਦਾ ਉਹਨਾਂ ਨੂੰ ਅੰਦਰ ਕਰਨਾ ਚਾਹੀਦਾ, ਤੇ ਜਿਹੜੇ ਸੈਂਟਰ 'ਚ ਬੈਠੇ ਨੇ, ਜਿਹਦਾ ਮਿਨਿਸਟਰ ਨੇ ਨਵਜੋਤ ਸਿੰਘ ਸਿੱਧੂ, ਕਦੇ ਕਿਉਂ ਉਹਨਾਂ ਨੂੰ ਅੰਦਰ ਕੀਤੇ? ਤੁਸੀਂ ਮਿਹਨਤ ਕਰਕੇ ਤੁਸੀਂ ਇੱਕ ਬੰਦਾ ਅੰਦਰ ਕਰਾਇਆ ਉੱਥੇ ਦਾ, ਤੁਸੀਂ ਵੀ ਮਿਹਨਤ ਕੀਤੀ, ਹੋਰ ਲੋਕਾਂ ਨੇ ਵੀ ਮਿਹਨਤ ਕੀਤੀ, ਫੂਲਕਾ ਜੀ ਨੇ ਵੀ ਕੀਤੀ, ਤੁਸੀਂ ਇੱਕ ਬੰਦਾ ਅੰਦਰ ਕਰਾਇਆ। ਨਵਜੋਤ ਸਿੰਘ ਸਿੱਧੂ 84 ਦੇ ਬੰਦੇ ਸਾਰੇ ਅੰਦਰ ਕਰਾਏ, ਅਸੀਂ ਮੰਨ ਜਾਾਂਗੇ ਇਸ ਗੱਲ ਨੂੰ। ਨਵਜੋਤ ਸਿੰਘ ਸਿੱਧੂ ਨੂੰ ਸਲਾਮ ਕਰਾਂਗੇ, ਅਸੀਂ 84 ਦੇ ਬੰਦੇ ਨੂੰ ਦੁੱਧ ਧੋਤਾ ਨਹੀਂ ਕਹਿੰਦੇ। ਇੱਕ ਮਿੰਟ ਪਲੀਜ਼, ਬਾਲੀ ਸਾਹਿਬ ਪਲੀਜ਼, ਬਾਲੀ ਸਾਹਿਬ ਇਹ ਆਪਾਂ ਦੂਜੀ ਤੀਜੀ ਵਾਰੀ ਪੁਆਇੰਟ ਆ ਗਿਆ। ਪੀਰ ਮਸਾਬ ਇੱਕ ਮਿੰਟ ਪਲੀਜ਼, ਪੀਰ ਮਸਾਬ ਸਵਾਲ ਇਹ ਹੈਗਾ ਕਿ ਬ੍ਰਹਮਪੁਰਾ ਸਾਹਿਬ ਸਿੱਧੂ ਸਾਹਿਬ ਦੀ ਅਗਵਾਈ ਕਬੂਲ ਲੈਣਗੇ? ਦੇਖੋ ਬੈਂਸ ਬ੍ਰਦਰ ਸਿੱਧੂ ਸਾਹਿਬ ਦੀ ਅਗਵਾਈ ਕਬੂਲ ਲੈਣਗੇ? ਦੇਖੋ ਜੇ ਖੈਰਾ ਕਬੂਲ ਲੈਣਗੇ। ਅੱਜ ਸਵਾਲ ਇਹ ਆ ਕਿ ਆਪਣੀ ਹੋਂਦ ਨੂੰ ਬਚਾਉਣ ਵਾਸਤੇ ਪੰਜਾਬੀਆਂ ਨੂੰ ਇਕੱਠੇ ਹੋਣਾ ਪਏਗਾ। ਪੰਜਾਬੀਆਂ ਦੀ ਆਵਾਜ਼ ਸਿੱਧੂ ਸਾਹਿਬ ਜੇ ਕੈਪਟਨ ਹੋਣਗੇ ਮਨਜ਼ੂਰ ਕਰ ਲਓਗੇ? ਸਿੱਧੂ ਸਾਹਿਬ ਜੇ ਕੈਪਟਨ ਹੋਣਗੇ ਤੁਸੀਂ ਸਾਰੇ ਮਨਜ਼ੂਰ ਕਰ ਲਓਗੇ? ਬਿਲਕੁਲ ਬਿਲਕੁਲ। ਚਲੋ ਠੀਕ, ਬਹੁਤ ਇੰਪੋਰਟੈਂਟ ਪੁਆਇੰਟ ਹੈ। ਮਾਲੀ ਸਾਹਿਬ ਜੀ ਲਾਸਟ ਕਮੈਂਟ ਮੈਨੂੰ ਤੁਹਾਡੇ ਚਾਹੀਦੇ। ਮਾਲੀ ਸਾਹਿਬ ਸਵਾਲ ਹੈਗਾ ਨਵਜੋਤ ਸਿੰਘ ਸਿੱਧੂ ਤੇ ਜਿੰਨੇ ਮਰਜ਼ੀ ਨਾਰਾਜ਼ਗੀ ਵਾਲੇ ਸਵਾਲ ਪੁੱਛੇ ਜਾਣ, ਨਵਜੋਤ ਸਿੰਘ ਸਿੱਧੂ ਨਾਰਾਜ਼ ਰਹੇ ਆ, ਉਹ ਵੋਕਲ ਬਹੁਤ ਹੈਗੇ ਆ। ਸਵਾਲ ਹੈਗਾ ਨਵਜੋਤ ਸਿੰਘ ਸਿੱਧੂ ਬੜਬੋਲੇ ਜ਼ਿਆਦਾ ਹੈਗੇ ਆ ਜਾਂ ਉਹਨਾਂ ਦੇ ਮਨ ਵਿੱਚ ਸੱਚਾਈ ਜ਼ਿਆਦਾ ਹੈਗੀ? ਦੇਖੋ ਜੀ ਗੱਲ ਇਹ ਹੈ, ਜਦੋਂ ਕੜ ਵੱਜਿਆ ਹੋਵੇ ਨਾ ਕਿਸੇ ਗੱਲ ਦਾ, ਜਦੋਂ ਇੱਕ ਦਹਿਸ਼ਤ ਪਈ ਹੋਵੇ ਪਾਰਟੀਆਂ ਦੀ, ਜਦੋਂ ਪਾਰਟੀਆਂ ਦੇ ਲੀਡਰ ਤਾਨਾਸ਼ਾਹ ਬਣ ਜਾਣ ਨਾ ਜੀ, ਉਹਦੀ ਰਿਐਕਸ਼ਨ 'ਚ ਕਈ ਗੱਲਾਂ ਵਧਮੀਆਂ ਹੋ ਜਾਂਦੀਆਂ, ਸਾਰੇ ਪਾਸੇ ਹੋ ਜਾਂਦੀਆਂ। ਅਸਤੀਫਾ ਉਹਨਾਂ ਨੇ ਟਵੀਟ ਕੀਤਾ ਸੀਗਾ। ਹਾਂਜੀ ਮੈਂ ਪੜ੍ਹਿਆ। ਇਸ ਅਸਤੀਫੇ ਨੂੰ ਵੀ ਇਸ ਨਾਲ ਜੋੜਿਆ ਗਿਆ ਕਿ ਕਰਤਾਰਪੁਰ ਲਾਂਘੇ ਦੀ ਮੀਟਿੰਗ ਹੋ ਰਹੀ ਹੈ, ਇਸ ਕਰਕੇ ਇਸ ਦਿਨ ਟਵੀਟ ਕੀਤਾ। ਤਾਂ ਮੈਨੂੰ ਇਹ ਵੀ ਸਮਝਾ ਦਿਓ। ਨਹੀਂ ਦੇਖੋ ਜੀ, ਦਿਨ ਤਾਂ ਇੱਕ ਦੂਜੇ ਨਾਲ ਮਿਲਦੇ ਨੇ। ਸਾਡਾ ਦੁਖਾਂਤ ਪਤਾ ਕੀ ਆ, ਮੈਂ ਹੁਣ ਕਈ ਗੱਲਾਂ ਨਾਲ ਮੈਂ ਇਹਨਾਂ ਨੂੰ ਹਰਜੀਤ ਸਿੰਘ ਦੀ ਜਾਂ ਵਾਲੀ ਸਾਹਿਬ ਦੀ ਗੱਲ ਨਾਲ ਸਹਿਮਤ ਹਾਂ। 1984 ਦੇ ਵਿੱਚ 3500 ਬੰਦਾ ਮਰਿਆ ਨਾ ਜੀ, ਲੋਕਾਂ ਨੇ ਮਾਰਿਆ, ਪੁਲਿਸ ਨੇ ਸ਼ਹਿ ਦੇ ਕੇ ਮਤਲਬ ਕਤਲੇਆਮ ਕੀਤਾ। ਪੰਜਾਬ ਦੇ ਵਿੱਚ 20,000 ਮੁੰਡਾ ਗਿਣ ਮਿੱਥ ਕੇ ਸਰਕਾਰ ਨੇ ਨੀਤੀ ਫੈਸਲੇ ਲੈ ਕੇ ਘਰਾਂ 'ਚੋਂ ਫੜ ਮਾਰਿਆ। ਇਹ ਸਾਰੇ ਉਹਦੇ ਬਾਰੇ ਅੱਜ ਤੱਕ ਕਿਉਂ ਨਹੀਂ ਬੋਲਦੇ ਜੀ? ਇਹ ਸਿੱਧੂ ਨੂੰ ਇਕੱਲਾ ਤਾਂ ਇਹ ਕਹਿੰਦੇ ਨੇ ਵੀ ਤੁਸੀਂ 84 ਬਾਰੇ ਨਹੀਂ ਬੋਲਦੇ, ਜਿਹੜਾ ਪੰਜਾਬ 'ਚ 20,000 ਮੁੰਡਾ ਮਾਰਿਆ, ਉਹ ਆਏ ਨਹੀਂ ਲੋਕਾਂ ਨੇ ਮਾਰਤਾ ਜਾਂ ਹੋਰ ਕਰਤਾ। ਸਰਕਾਰ ਨੇ ਇੱਕ ਨੀਤੀ ਬਣਾਈ, ਪਾਲਿਸੀ ਬਣਾਈ, ਉਹਦੇ ਤਹਿਤ ਮਾਰਿਆ। ਤੇ ਉਹਨਾਂ ਨੂੰ ਅੱਜ ਤੁਸੀਂ ਪਰੋਲਾਂ ਦੇ ਰਹੇ ਹੋ, ਉਹਨਾਂ ਨੂੰ ਛੁੱਟੀਆਂ ਦੇ ਰਹੇ ਹੋ। ਖਾਲੜਾ ਸਾਹਿਬ ਦੇ ਹੱਕ ਵਿੱਚ ਵੀ ਨਹੀਂ ਬੋਲਦੇ ਨਾ। ਨਹੀਂ ਮੈਂ ਤੁਹਾਨੂੰ ਇਹੀ ਕਹਿਣਾ ਨਾ ਜੀ, ਹੱਕ ਵਿੱਚ ਜਿਹੜੇ ਨੇ ਪਾਰਟੀ 'ਚ ਰਹੇ ਉਸ ਦੇ ਹੱਕ ਵਿੱਚ ਵੀ ਨਹੀਂ ਬੋਲਦੇ। ਮੇਰਾ ਸਵਾਲ ਹੈ ਯਾਰ, ਇੱਕ ਮਿੰਟ ਪਲੀਜ਼ ਦੇਖੋ, ਮੈਂ ਤੁਹਾਡੇ 'ਚ ਨਹੀਂ ਬੋਲਦਾ, ਜਦੋਂ ਤੁਸੀਂ ਮੈਨੂੰ ਰੋਕਣਾ ਰੋਕ ਦਿਓ, ਮੈਨੂੰ ਗੱਲ ਕਰ ਲੈਣ ਦਿਓ। ਇਸ ਕਰਕੇ ਇਹ ਖੇਡਦੇ ਨੇ ਸਿਆਸਤ ਵੋਟਾਂ ਦੀ। ਜਿਹੜਾ ਮੁੱਦਾ ਇਹਨਾਂ ਦੀ ਵੋਟਾਂ ਦੀ ਭੱਠੀ 'ਚ ਬਾਲਣ ਬਣਦਾ, ਉਹਨੂੰ ਚੱਕ ਲੈਂਦੇ ਆ, ਦੂਜੇ ਨੂੰ ਭੁਲਾ ਦਿੰਦੇ ਆ। ਬਾਦਲ ਸਾਹਿਬ 1996 ਦੇ ਵਿੱਚ ਮੈਨੀਫੈਸਟੋ 'ਚ ਕੀ ਲਿਖਿਆ ਸੀ? ਪੰਜਾਬ ਦੇ ਵਿੱਚ ਹਿੰਸਕ ਮਾਹੌਲ ਪੈਦਾ ਹੋਣ ਦੇ ਕਾਰਨ ਕੀ ਨੇ, ਕਿਹੜੀਆਂ ਤਾਕਤਾਂ ਜ਼ਿੰਮੇਵਾਰ ਨੇ, ਉਹਨਾਂ ਨੂੰ ਕਟਹਿਰੇ 'ਚ ਖੜਾ ਕੀਤਾ ਜਾਊ। ਜਦੋਂ ਹਰਦੇਵ ਅਰਸ਼ੀ ਨੇ ਵਿਧਾਨ ਸਭਾ 'ਚ ਸਵਾਲ ਉਠਾਇਆ ਵੀ ਬਾਦਲ ਸਾਹਿਬ ਇਹਦਾ ਕੀ ਬਣਿਆ, ਕਹਿੰਦੇ ਛੱਡੋ, ਬੀਤੇ ਤੇ ਪਾਓ ਮਿੱਟੀ,
ਦੱਬੇ ਮੁਰਦੇ ਕਾਹਨੂੰ ਖੇਡਨੇ ਆ ਵਿਧਾਨ ਸਭਾ ਦੇ ਰਿਕਾਰਡ 'ਚ। ਇਹ ਕਰਨ ਵਾਲੇ ਲੋਕ ਉਹਨਾਂ ਨੂੰ ਨੈਤਿਕ ਤੌਰ ਤੇ ਕੀ ਹੱਕ ਅੱਜ ਕਹਿਣ ਦਾ, ਉਹਦੇ ਬਾਰੇ ਨਹੀਂ ਪੁੱਛਦਾ, ਉਹਦੇ ਬਾਰੇ ਨਹੀਂ ਪੁੱਛਦਾ। ਦੂਜਾ ਸਵਾਲ ਦੇਖੋ, ਇਹਨੇ ਵੋਟਾਂ ਦੇ ਖਿਡਾਰੀ, ਠੀਕ ਹੈ, ਇਹਨਾਂ ਦੀ ਆਪਣੀ ਸਿਆਸਤ ਆ, ਹੱਕ ਹੈ ਇਹਨਾਂ ਨੂੰ ਕਹਿਣ ਦਾ। ਵੋਟਾਂ 'ਚ ਜਿੱਤਣ ਦਾ ਮਤਲਬ ਇਹ ਹੁੰਦਾ ਵੀ ਸਾਰੇ ਗੁਨਾਹ ਮਾਫ ਹੋ ਗਏ। ਕੀ ਅੱਜ ਜੇ ਬਾਦਲ ਤੇ ਬੀਬੀ ਬਾਦਲ ਜਿੱਤ ਗਏ ਉਹਨਾਂ ਦੇ ਸਾਰੇ ਗੁਨਾਹ ਮਾਫ ਹੋ ਗਏ? ਤੁਸੀਂ, ਤੁਹਾਡਾ ਸਵਾਲ ਵਾਜਬਾ ਅਮਰਿੰਦਰ ਨੂੰ ਕਹਿਣ ਦਾ ਵੀ 2.5 ਸਾਲ ਹੋ ਗਏ ਤੂੰ ਸਾਡੇ ਤੇ ਕੋਈ ਐਕਸ਼ਨ ਨਹੀਂ ਲਿਆ, ਤੂੰ ਬੋਲਣਾ ਬੰਦ ਕਰ। ਪਰ ਲੋਕਾਂ ਤੇ ਨਹੀਂ ਇਹ ਤੁਸੀਂ ਕਹਿ ਸਕਦੇ। ਲੋਕ ਇਹ ਕਹਿਣਗੇ ਮਿਲ ਗਏ ਦੋਹੇ। ਮੈਂ ਕਹਿ ਸਕਦਾ ਤੁਹਾਡਾ ਸਵਾਲ ਕਾਂਗਰਸ ਨੂੰ ਵਾਜਬ ਹੋ ਸਕਦਾ, ਲੋਕਾਂ ਨੂੰ ਨਹੀਂ। ਲੋਕ ਤਾਂ ਇਹੀ ਕਹਿੰਦੇ ਨੇ ਵੀ ਮਿਲ ਗਏ। ਚਲੋ ਠੀਕ ਹੈ, ਮਾਲੀ ਸਾਹਿਬ ਨੇ ਬਹੁਤ ਲੰਬੀ ਗੱਲਬਾਤ ਦੱਸੀ ਹੈ। ਗਰੇਵਾਲ ਸਾਹਿਬ, ਆਖਰੀ ਕਮੈਂਟ ਤੁਹਾਡਾ ਚਾਹੀਦਾ। ਫਿਰ ਉਹੀ ਸਵਾਲ ਸਾਰੇ ਫਿਰ ਵਾਰ-ਵਾਰ ਇਹੀ ਕਹਿੰਦੇ ਆ ਕਿ ਬੀਜੇਪੀ ਦੇ ਸੂਬਾ ਪ੍ਰਧਾਨ ਵੀ, ਬੀਜੇਪੀ ਦੇ ਹੋਰ ਲੀਡਰ ਵੀ ਇਹੀ ਕਹਿੰਦੇ ਆ ਹੁਣ ਅਗਲਾ ਮਿਸ਼ਨ ਪੰਜਾਬ ਹੈਗਾ ਸਾਡਾ, ਤੇ ਇਸ ਪੰਜਾਬ ਦੇ ਮਿਸ਼ਨ ਦੇ ਲਈ ਤੁਹਾਨੂੰ ਦਸਤਾਰਧਾਰੀ ਸ਼ਖਸੀਅਤਾਂ ਚਾਹੀਦੀਆਂ ਹੈਗੀਆਂ। ਉਹਦੇ ਵਿੱਚ ਨਵਜੋਤ ਸਿੰਘ ਸਿੱਧੂ ਦਾ ਨਾਮ ਵੀ ਵਾਰ-ਵਾਰ ਸ਼ਾਮਲ ਕੀਤਾ ਜਾ ਰਿਹਾ ਹੈਗਾ। ਨਵਜੋਤ ਸਿੰਘ ਸਿੱਧੂ ਨੂੰ ਕੌਣ ਅਪਰੋਚ ਕਰ ਸਕਦਾ ਹੈ? ਨਵਜੋਤ ਸਿੰਘ ਸਿੱਧੂ ਦੇ ਲਈ ਰਸਤੇ ਖੁੱਲੇ ਹੈ ਜਾਂ ਬਿਲਕੁਲ ਬੰਦ ਹੈ? ਗਰੇਵਾਲ ਸਾਹਿਬ, ਪੂਰੀ ਬੀਜੇਪੀ ਵੱਲੋਂ, ਪੂਰੇ ਸੰਘ ਵੱਲੋਂ ਜਵਾਬ ਦਿਓ, ਪੰਜਾਬ ਬੀਜੇਪੀ ਵੱਲੋਂ ਜਵਾਬ ਨਾ ਦਿਓ। ਇੱਕ ਤਾਂ ਬੜੀ ਮਜ਼ਾਕ ਵਾਲੀ ਗੱਲ ਹੋਏਗੀ ਜੇ ਨਵਜੋਤ ਸਿੰਘ ਸਿੱਧੂ ਨੂੰ ਬੀਜੇਪੀ 'ਚ ਲਿਆ ਜਾਏਗਾ। ਤੁਸੀਂ ਛੱਡ ਦੋਗੇ ਬੀਜੇਪੀ ਫਿਰ ਨਵਜੋਤ ਸਿੰਘ ਸਿੱਧੂ ਆ ਗਏ ਤਾਂ? ਮੈਂ ਤਾਂ ਬੀਜੇਪੀ ਮਰ ਕੇ ਹੀ ਛੱਡ ਸਕਦਾ। ਇਹ ਨਵਜੋਤ ਸਿੰਘ ਸਿੱਧੂ ਤੁਹਾਡੇ ਨਾਲ ਖੜੇ ਹੋ ਗਿਆ ਕਿ ਫਿਰ? ਰਾਸ਼ਟਰੀ ਸਵੈਮ ਸੇਵਕ ਸੰਘ ਦਾ ਮੈਂ ਸਵੈਮ ਸੇਵਕ ਹਾਂ, ਨਾ ਮੈਂ ਉਹਨੂੰ ਛੱਡ ਸਕਦਾ, ਨਾ ਮੈਂ ਉਹਦੇ ਅਨੁਸ਼ਾਸਨ ਚੋਂ ਸਿੱਧੂ ਬਾਹਰ ਸਾਹਿਬ ਜਾ ਤੁਹਾਡੀ ਸਕਦਾ। ਪਾਰਟੀ ਸ਼ਾਮਲ ਹੋ ਕੇ ਫਿਰ ਕੀ ਮੈਨੂੰ ਕਰੋਗੇ? ਅੱਜ ਅਗਰ ਰਾਸ਼ਟਰੀ ਸਵੈਮ ਸੇਵਕ ਸੰਘ ਕਹਿ ਦੇ ਕਿ ਰਾਜਨੀਤੀ ਤੋਂ ਬਾਹਰ ਆ ਜਾ, ਮੈਂ ਉਸੇ ਵੇਲੇ ਆ ਜਾਊਂਗਾ। ਸਾਡੀ ਬੀਜੇਪੀ ਸਾਡੇ ਲਈ ਪ੍ਰਮੁੱਖ ਨਹੀਂ ਹੈ, ਰਾਜਨੀਤੀ ਪ੍ਰਮੁੱਖ ਨਹੀਂ ਹੈ, ਸਾਡੇ ਲਈ ਸਾਡਾ ਸੰਗਠਨ ਦੀ ਪ੍ਰਮੁੱਖਤਾ ਹੁੰਦੀ ਹੈ। ਤੇ ਇਸ ਕਰਕੇ ਇਹ ਕਹਿਣਾ, ਉਹਨੂੰ ਪਹਿਲਾਂ ਸਮਝ ਲੈਣਾ ਚਾਹੀਦਾ ਕਿ ਇਹ ਰਾਸ਼ਟਰੀ ਸਵੈਮ ਸੇਵਕ ਸੰਘ ਕੀ ਹੈ, ਜਿਹਦੇ 'ਚ ਮੈਂ ਕੰਮ ਕਰਦਾ ਪਿਛਲੇ 30 ਸਾਲ ਤੋਂ। ਔਰ ਦੂਸਰੀ ਗੱਲ, ਨਵਜੋਤ ਸਿੰਘ ਸਿੱਧੂ ਨੂੰ ਬਿਲਕੁਲ ਬੀਜੇਪੀ 'ਚ ਨਹੀਂ ਲਿਆ ਜਾਏਗਾ। ਇਹ ਮੈਂ ਤੁਹਾਨੂੰ ਅਧਿਕਾਰਿਕ ਤੌਰ ਤੇ ਅੱਜ ਕਹਿ ਰਿਹਾ, ਜੋ ਉਹਨੇ ਗੱਲਾਂ ਬੋਲੀਆਂ ਸਾਡੇ ਬਾਰੇ, ਜੋ ਕੀਤਾ, ਉਹਦਾ ਵੀ ਚਰਿੱਤਰ ਹੋਏਗਾ ਤਾਂ ਉਹ ਨਹੀਂ ਆਏਗਾ। ਬੀਜੇਪੀ ਦੇ ਦਰਵਾਜ਼ੇ ਬੰਦ ਨੇ ਉਸ ਨੂੰ? ਬਿਲਕੁਲ ਬੰਦ ਨੇ, ਬਿਲਕੁਲ ਬੰਦ। ਚਲੋ, ਕਾਂਗਰਸ ਵਿੱਚ ਹੀ ਸ਼ਾਇਦ ਹੋ ਸਕਦਾ ਸੈਟਲਮੈਂਟ ਹੋ ਜਾਵੇ। ਮਾਲੀ ਸਾਹਿਬ, ਇੱਕ ਆਖਰੀ ਸਵਾਲ ਤੁਹਾਡਾ ਜ਼ਰੂਰ ਚਾਹੁੰਦਾ। ਵਾਰ-ਵਾਰ ਇਹ ਸਵਾਲ ਕੀਤਾ ਜਾਂਦਾ ਹੈ ਕਿ ਬਿਜਲੀ ਮੰਤਰੀ ਨਹੀਂ ਹੈ ਪੰਜਾਬ ਦੇ ਵਿੱਚ, ਝੋਨੇ ਦਾ ਸੀਜ਼ਨ ਹੈ ਤੇ ਹੋਰ ਵੈਸੇ ਕੱਟ ਲੱਗ ਰਹੇ ਹੈ ਕਿ ਮੰਤਰੀ ਸਾਹਿਬ ਨੂੰ ਮੌਜੂਦ ਹੋਣਾ ਚਾਹੀਦਾ, ਮਹਿਕਮਾ ਬੜਾ ਇੰਪੋਰਟੈਂਟ ਹੈਗਾ। ਕੈਪਟਨ ਸਾਹਿਬ ਨੇ ਵੀ ਕਿਹਾ, ਹੋਰ ਵਜ਼ੀਰਾਂ ਨੇ ਵੀ ਕਿਹਾ ਹੈਗਾ। ਸਵਾਲ ਇਹ ਹੈਗਾ, ਖੇਤੀ ਵਾਲਾ ਮਹਿਕਮਾ ਵੀ ਬੜਾ ਇੰਪੋਰਟੈਂਟ ਹੈਗਾ, ਉਹਦਾ ਵੱਖਰਾ ਮੰਤਰੀ ਨਹੀਂ ਹੈਗਾ, ਉਹ ਸਵਾਲ ਕਿਉਂ ਨਹੀਂ ਹੋ ਰਿਹਾ? ਦੇਖੋ ਜੀ, ਬਹੁਤ ਸਿੱਧੀ ਗੱਲ ਆ। ਇਹੀ ਮੰਤਰੀ ਸੀ ਨਾ ਜਿਹੜੇ ਕਹਿੰਦੇ ਸੀ ਕੋਈ ਨਹੀਂ, ਜੇ ਜਵੈਨ ਨਹੀਂ ਕਰ ਰਿਹਾ ਮਹਿਕਮਾ ਤਾਂ ਚੱਲਦਾ ਹੀ ਹੁੰਦਾ। ਜਿਹੜੇ ਬਾਕੀ ਮੰਤਰੀ ਨੇ ਜੀ, ਉਹ ਕਿਹੜੀ ਕੰਧ ਢਾ ਰਹੇ ਨੇ? ਮੈਨੂੰ ਇਹ ਦੱਸੋ। ਅਫਸਰ ਨੇ, ਅਫਸਰਸ਼ਾਹੀ ਚਲਾ ਰਹੀ ਆ ਸਾਰਾ ਸਿਸਟਮ ਆ, ਪੱਕੀ ਸਰਕਾਰ ਉਸੇ ਤਰ੍ਹਾਂ ਕਾਇਮ ਆ। ਇਸ ਕਰਕੇ ਇਹ ਤਾਂ ਵੈਸੇ ਇਲਜ਼ਾਮ ਆ ਉਤੇ। ਵੈਸੇ ਮੇਰੀ ਨਿੱਜੀ ਤੌਰ ਤੇ ਰਾਏ ਇਹ ਸੀ, ਈਵਨ ਮੈਂ ਫੇਸਬੁੱਕ ਤੇ ਵੀ ਲਿਖਿਆ ਸੀ ਬਈ ਸਿੱਧੂ ਸਾਹਿਬ ਨੂੰ ਜੁਆਇਨ ਕਰ ਲੈਣਾ ਚਾਹੀਦਾ, ਕਿਉਂਕਿ ਇਹ ਮਹਿਕਮਾ ਜਿਹੜਾ ਬਾਦਲਾਂ ਦੀ ਤੇ ਕੈਪਟਨ ਦੀ ਵੱਡੀ ਸਾਂਝ ਸਾਹਮਣੇ ਲੈ ਕੇ ਆਊ। ਵੱਡੇ ਘਪਲੇ ਕਰੋੜਾਂ ਦੇ, ਅਰਬਾਂ ਦੇ ਤਾਂ ਇੱਥੇ ਹੋਏ ਨੇ। ਇਹ ਮੇਰੀ ਨਿੱਜੀ ਰਾਏ ਸੀ। ਦੇਖੋ ਉਹ ਕਿੱਥੇ ਵਿਚਰਦੇ ਨੇ, ਕੀ ਕਰਦੇ ਨੇ। ਜਿਹੜੇ ਪਹਿਲਾਂ ਤੁਸੀਂ ਕਹੇ ਮਾਲੀ ਸਾਹਿਬ ਉਹ ਲੈ ਕੇ ਆਏ ਸਾਰਾ ਕੁਝ, ਉਹਨਾਂ ਤੇ ਕੀ ਹੋ ਗਿਆ? ਨਹੀਂ, ਦੇਖੋ ਜੀ, ਇੱਕ ਗੱਲ ਹੁੰਦੀ ਆ, ਸਵਾਲ ਤਾਂ ਫਿਰ ਉੱਥੇ ਕੀ ਹੋ ਗਿਆ? ਦੇਖੋ ਹੁੰਦਾ ਅਕਾਲੀ ਦਲ ਬਾਦਲ ਕਿਵੇਂ ਫੱਟੀ ਪੋਚੀ ਗਈ ਜੀ, ਤੁਸੀਂ ਮੈਨੂੰ ਇਹ ਦੱਸੋ। ਆਮ ਆਦਮੀ ਪਾਰਟੀ ਸੱਤੇ ਕਿਵੇਂ ਹਾਰ ਗਈ? ਇਹ ਜਿਹੜੇ ਆਪਾਂ ਗੱਲਾਂ ਕਰਦੇ ਆ ਨਾ ਜੀ, ਲੋਕਾਂ ਦੀ ਚੇਤਨਾ ਦਾ ਹਿੱਸਾ। ਇਹਦਾ ਮਤਲਬ ਕਾਰਵਾਈ ਭਲਾ ਦੀ ਨਾ ਹੁੰਦੀ, ਲੋਕਾਂ ਵਿੱਚ ਇੱਕ ਸੁਨੇਹਾ ਜਾਂਦਾ ਨਹੀਂ। ਲੋਕਾਂ ਨੂੰ ਚੇਤਨ ਕਰਨਾ ਵੀ ਜ਼ਰੂਰੀ ਹੈ ਨਾ ਜੀ, ਲੋਕਾਂ ਨੂੰ ਅਵੇਅਰ ਕਰਨਾ ਵੀ ਜ਼ਰੂਰੀ ਹੈ ਨਾ ਜੀ। ਲੋਕਾਂ ਨੂੰ ਚੇਤਨ ਕਰਨ ਲਈ ਜ਼ਰੂਰੀ ਆ। ਇਸ ਦੇਖੋ, ਦੂਜੀ ਗੱਲ ਇਹ ਆ, ਉਹ ਆਪਣੀ ਪਾਰਟੀ ਦੇ ਵਿੱਚ ਕੀ ਲੜਦੇ ਨੇ, ਕਿਵੇਂ ਲੜਦੇ ਨੇ, ਉਹਨਾਂ ਦੀ ਗੱਲ ਆ। ਪਰ ਇਹ ਆ ਜਿਹੜਾ ਇਹ ਸਾਰਾ ਇਹਨਾਂ ਦਾ ਮਕਸਦ ਇਹ ਹੈ ਵੀ ਉਹਦੇ ਵੱਲੋਂ ਉਠਾਏ ਮੁੱਦੇ ਕਿਵੇਂ ਰੋਲੇ ਜਾਣ, ਦੂਜੀਆਂ ਗੱਲਾਂ ਕਿਵੇਂ ਉਭਾਰੀਆਂ ਜਾਣ। ਹੁਣ ਤੀਜੀ ਗੱਲ ਦੱਸ ਦਿੰਦਾ, ਹੁਣ ਆਪਣੇ ਪੀਰ ਮੁਹੰਮਦ ਸਾਹਿਬ ਨੇ, ਦੇਖੋ ਜੀ, ਅਸਲ 'ਚ ਗੱਲ ਇਹ ਆ, ਸਾਰੇ ਉਹਨਾਂ ਮੁੱਦਿਆਂ ਬਾਰੇ ਕੋਈ ਨਹੀਂ ਬੋਲਦਾ। ਸਿੱਧੂ ਦੇ ਬਾਰੇ ਸਾਡੇ ਵੱਲ ਆ ਜਾ, ਸਾਡੇ ਵੱਲ ਆ ਜਾ, ਸਾਡੇ ਵੱਲ ਆ ਜਾ, ਇਹ ਤੇ ਲੱਗੇ ਹੋਏ ਨੇ। ਉਹਨੇ ਕਿਸੇ ਵੱਲ ਨਹੀਂ ਜਾਣਾ। ਚਲੋ, ਜੋ ਮਰਜ਼ੀ ਕਹੀ ਜਾਓ, ਚਲੋ, ਉਹਨੇ ਆਪਦਾ ਫੈਸਲਾ ਲੈਣਾ, ਕਾਂਗਰਸ 'ਚ ਰਹਿਣਾ ਜਾਂ ਬਾਹਰ ਆਉਣਾ ਕਿਵੇਂ ਕਰਨਾ। ਚਲੋ, ਪੀਸੀਆਰ ਟੀਮ ਕਹਿ ਰਹੀ ਹੁਣ ਟਾਈਮ ਹੈ ਨਹੀਂ, ਹੁਣ ਸਾਡੇ ਵੱਲ ਆ ਜਾ। ਬਹੁਤ ਧੰਨਵਾਦ ਗਰੇਵਾਲ ਸਾਹਿਬ ਤੁਹਾਡਾ, ਬਾਲੀ ਸਾਹਿਬ ਤੁਹਾਡਾ, ਪੀਰ ਮੁਹੰਮਦ ਸਾਹਿਬ ਤੁਹਾਡਾ ਬਹੁਤ ਧੰਨਵਾਦ, ਮਾਲੀ ਸਾਹਿਬ ਤੁਹਾਡਾ ਬਹੁਤ ਧੰਨਵਾਦ। ਅੱਜ ਸਵਾਲ ਇੱਕੋ ਕੀਤਾ ਸੀਗਾ, ਕੌਣ ਕੈਪਟਨ ਕਰੇਗਾ ਸਿੱਧੂ, ਸਵਿਚ ਔਨ ਆਫ। ਹੁਣ ਸਵਾਲ ਕੈਪਟਨ ਤੇ ਹੈਗਾ, ਕੈਪਟਨ ਅਮਰਿੰਦਰ ਸਿੰਘ ਇਹ ਫੈਸਲਾ ਲੈਣਗੇ ਜਾਂ ਪੰਜਾਬ ਕਾਂਗਰਸ ਤੋਂ ਬਾਅਦ ਜਿਹੜਾ ਕੌਮੀ ਕਾਂਗਰਸ ਹੈ ਉਹਦਾ ਨਵਾਂ ਪ੍ਰਧਾਨ ਇਹ ਕੋਈ ਫੈਸਲਾ ਲਵੇਗਾ? ਬਹੁਤ ਸਾਰੇ ਸਵਾਲ ਇਹੋ ਜਿਹੇ ਬਾਕੀ ਹੈਗੇ ਆ। ਪਰ ਨਵਜੋਤ ਸਿੰਘ ਸਿੱਧੂ ਅਤੇ ਕੈਪਟਨ ਦੇ ਵਿਚਾਲੇ ਜਿਹੜੀ ਇਹ ਲੜਾਈ ਛਿੜੀ ਹੈਗੀ ਆ, ਉਸ ਦਾ ਪੰਜਾਬ ਦੇ ਲੋਕਾਂ ਤੇ ਕੀ ਅਸਰ ਪਵੇਗਾ, ਪੰਜਾਬ ਦੀ ਸਿਆਸਤ ਕੀ ਅਸਰ ਪਵੇਗਾ, ਇਹ ਸਵਾਲ ਆ ਭਵਿੱਖ ਦੀ ਗੋਦ ਵਿੱਚ। ਬਹੁਤ ਧੰਨਵਾਦ।